ਮੇਰੇ ਕੋ ਕਸਮ ਲੈ ਲਓ, ਮੇਰੇ ਘਰ ਅੱਜ ਵੀ ਤੁਸੀਂ ਸੇਫ ਅਲਮਾਰੀ ਖੋਲੋਗੇ ਨਾ ਤੇ ਅੱਬੂ ਉਦਾਂ ਹੀ ਖੜੇ ਆ ਮੈਂ ਕਿਹਾ ਅੱਬੂ ਉਦਾਂ ਹੀ ਖੜੇ ਪਤਾ ਨਹੀਂ ਤੇਰੇ ਨਾਲ ਕੀ ਫਰਾਡ ਹੋਣਾ, ਤੇਰੇ ਨਾਲ ਇਹ ਫਰਾਡ ਹੋ ਸਕਦਾ ਵਾ ਕਿਉਂ ਉਹ ਮੇਰੀ ਜੇਬ 'ਚ ਪੈਸੇ ਕੌਣ ਪਾ ਗਿਆ ਏਦਾਂ ਦਾ ਫਰਾਡ ਹੋ ਸਕਦਾ। ਅੱਬਾ ਜੀ ਨੇ ਕੋਈ ਨਸੀਹਤ ਕੀਤੀ ਸੀ ਕਿਹੜੀ ਕਿ ਤੂੰ ਮੇਰਾ ਨਹੀਂ ਹੈਗਾ। ਯਾਰ ਇਹ ਨਸੀਹਤ ਨਹੀਂ ਹੈ। अस्सलाम वालेकुम नाज़रीन, टी टाइम में खुश आमदीद। सुते उठ के टी टाइम में खुश आमदीद। ਕਿਉਂ ਕਰ ਲੈ ਲੱਗਦਾ ਹੀ ਯਾਰ ਤੈਨੂੰ ਸ਼ਰਟਾਂ ਕਿੰਨੀਆਂ ਮੈਂ ਲੈ ਕੇ ਦਿੱਤੀਆਂ ਤੁਹਾਨੂੰ? ਮੈਂ 14 15 ਸ਼ਰਟਾਂ 4 5 ਹਜ਼ਾਰ ਵਾਲੀ ਸ਼ਰਟ ਤੁਹਾਨੂੰ ਮੈਂ ਲੈ ਕੇ ਦਿੱਤੀ ਹੈ। ਇਹ 2400 ਵਾਲੀ ਪਾ ਕੇ ਬੈਠੇ ਉਹ ਕਿੱਥੇ ਆ? ਇਹ ਉਹ ਵੀ 2400 ਵਾਲੀ ਸਾਰਾ ਬੈਕਅਪ ਤਿਆਰ ਆ ਉਸਤਾਦ ਜੀ, ਹਰ ਸ਼ੈ ਤੇ ਪਈਦੀ ਆ 30 ਟੀ ਟਾਈਮ ਕਰਨੇ ਰਿਕਵਰੀ ਪਾ ਲਈਆਂ ਸਾਰੀਆਂ ਸਾਜੀਆਂ ਜਿਹੜੀਆਂ ਤੁਸੀਂ ਲੈ ਕੇ ਦਿੱਤੀਆਂ ਉਹਦੇ ਭਰਾ ਪਾ ਕੇ ਦੰਦਨਾਤੇ ਫਿਰਨ ਦੇ ਅਗਲੇ ਮਹੱਲੇ 'ਚ। ਹਾਂ ਇੰਜੋਏ ਕਰ ਰਹੇ ਆ। ਉਹ ਯਾਰ ਕਿਤੇ ਗੱਲ ਉਹਨਾਂ ਦੀ ਤੋਂ ਇੱਕ ਸਿਰਫ ਗੱਲ ਕਰਕੇ ਜੋ ਉਹਨਾਂ ਕੋਲ ਜਵਾਬ ਲਵੋਗੋ। ਯਕੀਨ ਕਰ, ਯਕੀਨ ਕਰ। ਨਹੀਂ ਇਹ ਅੱਛੀ ਗੱਲ ਆ, ਇਹ ਅੱਛੀ ਗੱਲ। ਯਕੀਨ ਕਰ ਕਿ ਨਾ ਜਿਹੜੀ ਤੱਪੜੀ ਨਹੀਂ ਹੁੰਦੀ ਘਰ ਚ ਮਾਰੀ ਦੀ, ਯਾਰ ਇੱਕ ਸਪੈਸ਼ਲ ਕਪੜਾ ਲੱਭੀ ਦਾ ਯਾਰ ਉਹ ਯਕੀਨ ਕਰ ਰੰਗ ਵੀ ਡਿਜ਼ਾਈਨ ਵੀ ਉਹ ਇਹ ਹੁੰਦਾ ਹੈ ਅਕਸਰ ਬੱਕਰੀਆਂ ਨੂੰ ਪਾਈ ਹੁੰਦੀ। ਉਸਤਾਦ ਜੀ ਬੇਸਿਕਲੀ ਤੁਸੀਂ ਦੇਖਣਾ ਟ੍ਰੈਂਡਿੰਗ 'ਚ ਕੀ ਚੱਲ ਰਿਹਾ ਵਾ, ਆਡੀਅנס ਕੀ ਲੈ ਰਹੀ। ਟ੍ਰੈਂਡਿੰਗ 'ਚ ਮੌਤ ਚੱਲਣ ਦੀ ਮਰ ਜਾ ਫਿਰ। ਉਹ ਫਿਟਨ ਨੂੰ ਤੇਰਾ ਅੱਗੋਂ ਤੂੰ ਇਹ ਕਹਿ ਕੇ ਉਸਤਾਦ ਜੀ ਠੀਕ ਹੈ ਮੈਂ ਕੱਲ ਤੋਂ ਅੱਛੀ ਬਹਿਸ ਕਰਨ ਡਿਆ ਉਹਨਾਂ ਨਾਲ। ਮੋਹਤਰਮ ਬਾਦਸ਼ਾਹ ਰਿਟਾਇਰ ਬਾਬੇ ਵਾਲੀ ਸ਼ਰਟ ਪਾਈ ਆ। ਲੈ ਵੀ ਤੂੰ ਅੱਜ ਤੋਂ ਬਾਅਦ ਨਾ ਡਾਇਰੈਕਟਰ ਆ, ਪੱਕੀ ਗੱਲ। ਤੂੰ ਉਹਨੂੰ ਉੱਥੇ ਰੋਕਣਾ ਵੀ ਮੇਰੀ ਗੱਲ ਤੋਂ ਬਾਅਦ ਬੋਲੇ ਕੋਈ ਨਾ। ਤੁਸੀਂ ਗੱਲ ਅੱਲਾ ਜ਼ਿੰਦਗੀ ਕਰੇ ਬੇਟਾ। ਇਹਦੀ ਕੋਈ ਲੋੜ ਨਹੀਂ ਸੀ, ਅੱਲਾ ਜ਼ਿੰਦਗੀ ਕਰੇ। ਇਹ ਐਕਸਟਰਾ ਲੈਣ ਉਹ ਡਾਇਰੈਕਟਰ ਬਰੋ ਕੇ ਸਾਨੂੰ ਓਏ ਤੈਨੂੰ ਡਾਇਰੈਕਟਰ ਰੋਕੇ ਤੈਨੂੰ ਕਿਹਾ ਨਹੀਂ ਉਹਨਾਂ ਨੇ ਕੋਈ ਮੈਂ ਡਾਇਰੈਕਟਰ ਆ, ਮੈਂ ਦੰਦੀਆਂ ਤੇਰੀਆਂ ਭੰਨ ਦੇਣੀਆਂ। ਐਕਸਟਰਾ ਲੈਣ ਕੋਈ ਨਹੀਂ ਬੋਲਣ ਦੇਣੀ। ਲੈ ਜਿਹੜਾ ਬੇਮਕਸਦੀ ਲੈਣ ਆ ਉਹ ਨਹੀਂ ਬੋਲਣੀ, ਬਸ ਓਕੇ ਹੋ ਗਿਆ ਉਸਤਾਦ ਜੀ। ਬਾ ਮਕਸਦ ਲਾਈਨ ਬੋਲਣੀ ਹੈ। ਹਾਂ ਲਓ ਜੀ ਉਹ ਯਾਰ ਲੈ 15 ਮਿੰਟ ਦਾ ਸ਼ੋਅ ਨਿਕਲ ਆਈ। ਓਏ ਉੱਥੇ ਤੂੰ ਕੀ ਸੀ? ਓਏ ਇੱਥੇ ਆ ਤੂੰ ਡਾਇਰੈਕਟਰ ਬਣ ਕੇ ਨਾਲ ਹੀ। ਮੈਂ ਉਹਨਾਂ ਨੇ ਕਿਹਾ ਜੇ ਐਕਸਟਰਾ ਅੱਲਾ ਨੇ ਇੱਜ਼ਤ ਬਚਾ ਲਈ ਹੈ ਤਾਂ ਚੁੱਪ ਕਰਕੇ ਬਹਿ ਹੁਣ। ਐਕਸਟਰਾ ਲੈਣ ਉੱਥੇ ਭਲਾ ਮਿੱਠਾ ਕੀ ਹੁੰਦਾ ਸੀ? ਅੱਲਾ ਰੱਖਾ ਪੈਪਸੀ ਕਹਿੰਦੇ ਦਫ਼ਤਰ ਹੁੰਦਾ ਸੀ, ਇਹਦੇ ਵਾਲ ਸ਼ਰਟ ਸੁੱਟ ਕੇ ਕਹਿੰਦਾ ਸੀ ਪਲੀਜ਼ ਇਸਤਰੀ ਕਰ ਲਿਆ। ਆਹੋ ਉੱਥੋਂ ਪੁੰਨੂ ਸਾਹਿਬ ਦੀ ਖਿਦਮਤ ਕਰੀ ਯਾਰ, ਪਿੰਨੀ ਪੋਲੀ ਕਰਤੇ ਜਿਹੜੇ ਪੁੰਨੂ ਦੀ ਇੱਥੇ ਵੇਖ ਓਕੇ ਇਹ ਵੀ ਐਕਸਟਰਾ ਐਕਸਟਰਾ ਲੈਣ ਸੀ ਬੋਲਣ ਵਾਲੀ। ਐਕਸਟਰਾ ਲੈਣ ਉਸਤਾਦ ਜੀ। ਮੈਨੂੰ ਨਹੀਂ ਐਕਸਟਰਾ ਲੱਗੀ। ਹਾਂ ਅਸੀਂ ਫੈਸਲਾ ਕਰਨਾ ਵਾ। ਫਿਰ ਉਹਨਾਂ ਕੋ ਕਰਾਓ ਯਾਦ ਕਰੋ। ਅਸੀਂ ਦੋਵੇਂ ਕਰ ਲਾਂਗੇ ਨਾ। ਤੂੰ ਬਸ ਚੁੱਪ ਰਹਿਣਾ, ਤੂੰ ਅੱਗੋਂ ਕੋ ਬੋਲੀ ਜਾ ਰਿਹਾ। ਇਹ ਕਿਹੜਾ ਤਰੀਕਾ ਬਹਿਣ ਦਾ ਤੇਰਾ ਡਾਇਰੈਕਟਰ ਸਾਹਿਬ? ਤੇਰੀ ਮੈਂ ਤੇਰੇ ਉਸਤਾਦ ਜੀ ਆ ਪੜਾਈ ਕਰੋ ਯਾਰ। ਇਹਨੇ ਨਹੀਂ ਏਦਾਂ ਮੈਨੂੰ ਇਦਾਂ ਲੱਗਦਾ ਡਾਇਰੈਕਟਰ ਦੀ ਇੱਧਰੋਂ ਵੀ ਬੰਦ ਹੋ ਜਾਣੀ ਇਸ ਵੇਲੇ ਤੱਕ। ਯਾਰ ਨਹੀਂ ਮਿੱਠਾ ਜੀ ਜਿਹੜੀ ਜੀ ਗੱਲ ਉਹਨਾਂ ਨੇ ਕੀਤੀ ਗੱਲ ਮੰਨ ਲਈਦੀ ਹੁੰਦੀ। ਇਹ ਕੋਈ ਤਰੀਕਾ ਨਹੀਂ ਹੈਗਾ। ਉਧਰੋਂ ਜਿਹੜਾ ਕੈਮਰਾ ਉਹ ਤੂੰ ਕਿੱਦਾਂ ਦਾ ਨਜ਼ਰ ਆਉਂਦੀ ਹੋਏਗੀ ਤੇਰੀ ਲੱਤ ਪਰ। ਉੱਠ ਸਿੱਧਾ ਹੋ, ਸਿੱਧਾ ਸਹੀ ਤਰ੍ਹਾਂ ਬਹਿ। ਉੱਠ ਜਾ ਜੇ ਸਿੱਧਾ ਪਿਓ ਦਾ ਕਰ ਲਾ ਸਿੱਧਾ ਫਿਰ। ਮੈਂ ਤੇਰੇ ਯਾਰ ਨਹੀਂ ਇਹ ਗੱਲ ਠੀਕ ਹੈ ਕਿ ਬੈਠੋ ਤਰੀਕੇ ਸਰ ਜੀ ਉਸਤਾਦ ਕੀ ਜੀ, ਹਾਲ ਚਾਲ? ਸ਼ੁਕਰ ਅਲਹਮਦੁਲਿਲਾ। ਕੀ ਗੱਲ ਹੈ ਤੁਸੀਂ ਅੱਜ ਮਤਲਬ ਬੋਲੀ ਜਾ ਰਹੇ? ਉਸਤਾਦ ਜੀ ਮੈਂ ਨਾ ਜ਼ਮੀਰ ਅੱਗੇ ਮੁਤਮਈਨ ਹੋਣਾ ਚਾਹ ਰਿਹਾ। ਉਹ ਮੇਰੇ ਲੋੜਾ ਮੈਂ ਜ਼ਮੀਰ ਅੱਗੇ ਮੁਤਮਈਨ ਨਹੀਂ। ਅੱਜ ਦਾ ਪ੍ਰੋਗਰਾਮ ਬਹੁਤ ਸ਼ੁਗਲੀ ਹੋਣ ਜਾ ਰਿਹਾ। ਨਹੀਂ ਕੋਈ ਵਜ੍ਹਾ ਹੀ ਹੋਣੀ ਆ ਫਿਰ ਕੋਈ ਸਾਡੀ ਪੁੱਛ ਲਓ। ਉਸਤਾਦ ਜੀ ਜ਼ਮੀਰ ਅੱਗੇ ਮੈਂ ਕਿਵੇਂ ਮੁਤਮਈਨ ਹੋਊਂਗਾ? ਹੈ ਆਹੋ ਭੈਣਾਂ ਦਾ ਹਿੱਸਾ ਦੇ ਜਿਹੜੇ ਤੂੰ ਭਰਾਵਾਂ ਦੇ ਹਿੱਸੇ ਖਾ ਕੇ ਬੈਠਾ ਨਾ ਭੈਣਾਂ ਦੇ। ਉਸਤਾਦ ਜੀ ਨੇ ਕਿੱਡੀ ਸੋਹਣੀ ਗੱਲ ਕੀਤੀ ਯਾਰ, ਕਿਉਂ ਐਂ ਦੀ ਗੱਲ ਕਰ ਚਲ ਸਰ ਕਿਹੜੀ? ਮੈਂ ਕਿਹੜੀ ਸੁਣੀ ਗੱਲ ਕੀਤੀ? ਕਿ ਮੇਰੀ ਗੱਲ ਤੋਂ ਬਾਅਦ ਤੁਸੀਂ ਗੱਲ ਲੈਣੀ ਹਾਂ। ਗੱਲ ਕੀਤੀ ਜੇ ਤੁਸੀਂ। ਜ਼ਮੀਰ ਅੱਗੇ ਤੂੰ ਮੁਤਮਿਨ ਕਿਸ ਤਰ੍ਹਾਂ ਹੋ ਸਕਦਾ ਵਾ? ਇਹ ਬਹੁਤ ਲੰਮਾ ਚੌੜਾ ਤੂੰ ਕੰਮ ਆਪਣੇ ਜ਼ਿੰਮੇਵਾਰੀ ਪਾ ਰਿਹਾ। ਇਹ ਨਹੀਂ ਹੋਇਆ ਜਾਣਾ। ਉਹ ਇਦਾਂ ਹੀ ਹੁਣ ਲਗਾ ਦੇ ਜ਼ਿੰਦਗੀ। ਨਹੀਂ ਨਹੀਂ ਉਸਤਾਦ ਜੀ ਮੈਂ ਅਗਲੀ ਜ਼ਿੰਦਗੀ ਦੇ ਵਿੱਚ ਕਿਤੇ ਤੈਨੂੰ ਮਿਲ ਗਈ ਤੇ ਉਹਦੇ ਚ ਕਿਤੇ ਸਿੱਧਾ ਪਦਰਾ ਕਰ ਲਈ। ਉਸਤਾਦ ਜੀ ਮੈਂ ਇੱਕ ਆਸ਼ਰਮ ਬਣਾਉਣਾ ਚਾਹ ਰਿਹਾ। ਹੈ ਆਸ਼ਰਮ ਯਾਨੀ ਅਨਾਥ ਖਾਨਾ ਜਿਹੜਾ ਨਾ, ਅਨਾਥ ਆਸ਼ਰਮ, ਅਨਾਥ ਆਸ਼ਰਮ, ਯਤੀਮ ਖਾਨਾ। ਆਹੋ ਉਸਤਾਦ ਜੀ ਤੇ ਉਹਦੇ ਬੋਰਡ ਹੀ ਬਣਨਾ ਵਾ ਬਾਹਰ ਦੇ ਬਾਹਰ ਨਾਲੇ ਪਾਸੀ ਸੀ। ਉਹਦੇ ਚ ਕਿਹੜੀ ਕੋਈ ਬਣਿਆ ਤੇ ਪਿਆ ਸੋਚਣ ਵਾਲੀ ਗੱਲ ਆ। ਵਿੱਚ ਸੇਲ ਹੋਣੀ ਖੇਲਦੇ ਹੋਣੇ ਫਾਇਦਾ ਅਨਾਥ ਆਸ਼ਰਮ ਦਾ। ਨਹੀਂ ਉਹ ਕਹਿੰਦਾ ਵਾ ਕਿ ਮੈਂ ਯਤੀਮ ਖਾਨਾ ਬਣਾਉਣਾ ਵਾ, ਫਿਰ ਮੈਂ ਉੱਥੇ ਸ਼ਿਫਟ ਹੋ ਜਾਣਾ ਫੈਮਿਲੀ ਲੈ ਕੇ। ਅੱਛਾ ਪੂਰੀ ਇਹ ਗੱਲ ਸੀ। ਇਹ ਗੱਲ ਨਹੀਂ ਸੀ ਹਾਂ। ਹੈ। ਮੈਂ ਕੁਝ ਕਰਨਾ ਚਾਹ ਰਿਹਾ ਉਸਤਾਦ ਜੀ। ਨਾ ਕਰੀ ਨਾ। ਇਹ ਮੈਂ ਤੈਨੂੰ ਦੱਸ ਦਿੱਤੇ, ਬਿਲਕੁਲ ਇਹੋ ਜਿਹੀ ਹਰਕਤ ਕੋਈ ਨਾ ਕਰੀ। ਅੱਗੇ ਤੇਰੇ ਜ਼ਮੀਰ ਤੇ ਬੋਝ ਵੇਖ ਕਿੰਨਾ ਕੁੱਬਾ ਹੋ ਗਿਆ ਜ਼ਮੀਰ ਤੇਰਾ। ਨਹੀਂ ਉਸਤਾਦ ਜੀ ਮੇਰਾ ਜ਼ਮੀਰ ਅੱਗੇ ਮੈਂ ਮੁਤਮਈਨ ਆ। ਆਏ ਆ ਹੁਣੇ ਤੂੰ ਕਿਹਾ ਮੈਂ ਜ਼ਮੀਰ ਸਕੂਨ ਨਹੀਂ ਹੈਗਾ। ਹੋਣਾ ਹੀ ਨਹੀਂ ਸਕੂਨ। ਨਹੀਂ ਹੋਣਾ। ਉਧਰ ਉਹ ਮਕਾਨ ਸ਼ਿਫਟ ਹੋ ਹੋਰ ਕਿਤੇ ਜਾ।
ਕਿਉਂਕਿ ਜਿਸ ਇਲਾਕੇ 'ਚ ਤੂੰ ਲੈਣੇ ਦੇਣੇ ਵਾਲੇ ਤੇਰੇ ਬੂਹੇ ਤੋਂ ਨਹੀਂ ਉੱਠਦੇ। ਅਨਾਥ ਆਸ਼ਰਮ ਬਣਾਇਆ 30-35 ਬੱਚੇ ਆ ਗਏ ਨੇ, ਉਹਨਾਂ ਨੂੰ ਕੰਮ ਤੇ ਲਵਾ ਕੇ ਤਨਖਾਹਾਂ ਖਾ ਰਹੇ ਹੁੰਦੇ। ਇਹ ਸੈਡ ਬਿਜ਼ਨਸ ਕਰਨਾ ਚਾਹ ਰਿਹਾ, ਅੱਲਾ ਮਾਫੀ ਦੇਵੇ। ਯਤੀਮਾਂ ਦੀ ਫੈਸਲ ਸਾਹਿਬ ਬਹੁਤ ਬੁਰੀ ਹੁੰਦੀ ਹੈ। ਅੱਛਾ, ਅਨਾਥ ਆਸ਼ਰਮ ਬਣਾਇਆ ਤੇ ਅੰਦਰ ਸਿਨੇਮਾ ਵੀ ਬਣਾਇਆ। ਅਨਾਥ ਆਸ਼ਰਮ 'ਚ ਕੌਣ ਮੁਜਰਾ ਸੁਣਦਾ? ਨਹੀਂ ਠੀਕ ਆ, ਤੁਸੀਂ ਉਦੋਂ entertain ਤਾਂ ਜੀ ਤੁਸੀਂ ਮੇਰੀ ਗੱਲ ਤੇ ਗੱਲ ਕਿਉਂ ਚੜਾਈ ਹੁਣ? ਮੈਂ ਵੀ ਯਤੀਮ ਆ, ਹਾਏ ਮੇਰੀ ਮੇਰੀ ਵਾ ਓਕੇ ਡਾਇਰੈਕਟਰ ਬੋਲਿਆ ਨਹੀਂ, ਤੇਰੀ ਗੱਲ ਤੇ ਗੱਲ ਕੋਈ ਚੜੀ। ਗੱਲ ਨਹੀਂ। ਓਏ ਉਹ ਸੋਟੀ ਘਮਾਉਣੀ ਚਾਹੀਦੀ ਸੀ ਤੇਰੇ ਇੱਥੇ। ਅੱਛਾ ਤੂੰ ਯਾਨੀ ਕਿ ਅਨਾਥ ਆਸ਼ਰਮ ਬਣਾਉਂਦਾ, ਯਤੀਮ ਬੱਚੇ ਜਾਣਗੇ ਤੇ ਅਸੀਂ ਵੀ ਯਤੀਮ ਆ, ਉਸਤਾਦ ਜੀ ਨਾ ਤੂੰ ਵੀ ਯਤੀਮ ਲੈ, ਉਹ ਵੀ ਯਤੀਮ। ਇਹਨੇ ਬਣਾਇਆ ਪਹਿਲਾਂ ਵੀ। ਤੁਸੀਂ ਯਤੀਮ ਕਹਿੰਦੇ ਕਿ ਨੂੰ ਮਾਦਰਤ ਨਾ ਹੈ ਤੇ ਜਿਹਦਾ ਪਿਓ ਨਹੀਂ ਹੁੰਦਾ ਉਹ ਯਤੀਮ ਹੁੰਦਾ, ਤੇ ਜਿਹੜਾ ਮਸਕੀਨ ਹੁੰਦਾ ਉਹ ਕੋਲ ਉਹਦੀ ਮਾਂ ਨਹੀਂ ਹੁੰਦੀ। ਅਨਾਥ ਆਸ਼ਰਮ ਦੀ ਓਪਨਿੰਗ ਤੇ ਮਹਿਕ ਮਲਕ ਸੱਦੀ ਦੱਸ ਕੋਈ ਬਣਦਾ ਸੀ ਇਹ ਤਾਂ ਬਣਦਾ। ਯਾਰ ਮੈਂ ਕਹਿਣ ਡਿਆ ਹੈਪੀ ਉਹ ਵੀ ਮਤਲਬ ਆ ਸਕਦੀ, ਉਹ ਬੜਾ ਨਹੀਂ ਯਾਰ, ਨੇਸ਼ਨ ਉਸਤਾਦ ਜੀ ਕਿਉਂ ਆਏ? ਦਿਲ ਰੱਖਣ ਵਾਲਾ ਇਨਸਾਨ ਹੈ ਯਾਰ। ਡਿਸਰਵਿੰਗ ਪੀਪਲ ਯਾਰ ਜਿਹੜੇ ਆ ਸਹੀ ਗੱਲ। ਉਹ ਹਨ। ਅਨਾਥ ਆਸ਼ਰਮ ਪਾ ਕੇ ਤੇ ਬਾਹਰੋਂ ਪੌੜੀ ਚੜਾਈ ਕੇ ਤੇ ਬੱਚੇ ਅੰਦਰੋਂ ਨਾਲ ਮੈਂ ਤੰਗ ਹੁੰਦਾ ਵਾ। अच्छा ऐसा बेवकूफ है, यतीम खाना बनाया तो बाहर लिख के लाया कि जो भी दाखिल होने आए वो अपने बाप के हमरा आए। ਆਪਣੇ ਬਾਪ ਕੋ ਸਾਥ ਲਾਏ। हाँ ਵਾਹ। ਜਿਹੜਾ ਯਤੀਮ ਆ ਰਿਹਾ ਨੂੰ ਕਰੇ ਤੇਰੇ ਅੱਬੂ ਉਹਨਾਂ ਤੋਂ ਬਗੈਰ ਨਹੀਂ ਅਸੀਂ ਦਾਖਲ ਕਰਦੇ, ਜਾਓ ਤੁਸੀਂ ਉਹ ਲੈ ਕੇ ਆਓ। ਤੇ ਸਾਰੇ ਯਤੀਮ ਉਹ ਆ ਰਹੇ ਨੇ ਜਿਨ੍ਹਾਂ ਦੇ ਪਿਓ ਨਾਲ ਆ ਰਹੇ। ਇਹ ਕਿਹੜਾ ਯਤੀਮ ਖਾਨਾ ਵੀ ਤੇ ਅਨਾਥ ਆਸ਼ਰਮ ਬਣਾਉਣਾ ਚਾਹ ਰਹੇ ਹੋ? ਯਾਰ ਫਰੀਦ ਸੱਚੀ ਮੁੱਚੀ ਯਾਰ ਮੈਂ ਕੁਝ ਕਰਨਾ ਚਾਹ ਰਿਹਾ ਯਾਰ। ਮੈਂ ਕਹਿੰਦਾ ਕਿ ਮੇਰੇ ਆਪ ਧੁਲ ਜਾਏ। ਮੇਰੇ ਜ਼ਿੰਦਗੀ ਜੀ ਮੇਰਾ ਨਾਮ ਰੋਸ਼ਨ ਹੋਵੇ। ਵਾਹ ਵਾਹ। ਤਾਂ ਜੀ ਸਰਵੇ ਵਾਲੀ ਟੀਮ ਆਈ ਉਹਨਾਂ ਕਿ ਸਾਨੂੰ ਯਤੀਮ ਚੈੱਕ ਕਰਾਓ, ਆਪਣਾ ਸਗਾ ਬੱਚਾ ਦਿਖਾ ਕੇ ਕਹਿੰਦਾ ਇਹ ਸਾਡਾ ਘਰ ਦਾ ਯਤੀਮ ਹੈ ਜੀ। ਤੇ ਉਹਨਾਂ ਕਹਿੰਦਾ ਤੁਸੀਂ ਕੌਣ? ਕਹਿੰਦਾ ਮੈਂ ਇਹਦੇ ਵਾਲਦ ਹਾਂ। ਬਾਅਦ ਚ ਕਹਿੰਦੇ ਤੂੰ ਤੇ ਜੀਨਾ, ਕਹਿੰਦਾ ਨਹੀਂ ਇਹ ਯਤੀਮ ਇਨ ਪ੍ਰੋਸੈਸ ਹੈ। ਨਹੀਂ ਯਤੀਮ ਵੈਸੇ ਮਤਲਬ ਉਹਨਾਂ ਨੂੰ ਮੁਫਲਿਸ ਲੋਕਾਂ ਨੂੰ ਵੀ ਬੱਚਿਆਂ ਨੂੰ ਵੀ ਕਿਹਾ ਹਾਂ ਜਾਂਦਾ ਸਾਜੀ ਜਿਹੜੇ ਡਿਸਰਵਿੰਗ ਪੀਪਲ ਨੇ ਲੇਕਿਨ ਜ਼ਿਆਦਾ ਸਾਡੇ ਹੀ ਗਿਣਿਆ ਜਿਹਦਾ ਬਾਪ ਜਿਹੜਾ ਕਹਿੰਦੇ ਯਾਰ ਯਤੀਮ ਹੋ ਗਿਆ ਵਿਚਾਰਾ, ਜਦੋਂ ਬਾਪ ਮਰਦਾ ਕਹਿੰਦੇ ਯਾਰ ਵਿਚਾਰਾ ਯਤੀਮ ਹੋ ਗਿਆ। ਇਸ ਤਰ੍ਹਾਂ ਹੀ ਠੀਕ ਹੈ ਨਾ, ਜਿਹਦਾ ਬਾਪ ਹੋਵੇ ਉਹਨੂੰ ਨਹੀਂ ਕਹਿੰਦੇ ਯਤੀਮ ਹੋ ਗਿਆ। ਲੇਕਿਨ ਉਹ ਆਸ਼ਰਮ ਦੇ ਵਿੱਚ ਮੈਂ ਕਹਿੰਦਾ ਸਾਰਿਆਂ ਨੂੰ ਫੈਸਿਲਿਟੀਆਂ ਦਈਏ ਯਾਰ, ਕੁਝ ਕਰੀਏ ਜ਼ਿੰਦਗੀ 'ਚ ਯਾਰ। ਪੈਸਾ ਪੂਸਾ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਉਸਤਾਦ ਦੇ ਕੋਲ। ਸਹੀ ਗੱਲ। ਆਸ਼ਰਮ ਬਣਾ ਦੋ, ਬਿਲਕੁਲ ਸਹੀ ਮੈਂ ਗੱਲ। genuine ਕਹਿ ਆਸ਼ਰਮ ਬਣਾ ਲੈ, ਉਹ ਖੁਰੇ ਦਾ ਕੀ ਕਰਨਾ? ਖੁਰਾ ਵੀ ਬਣ ਉਹ ਖੁਰਾ ਉਦਾਂ ਹੀ ਹੈ। ਆਸ਼ਰਮ ਵੀ ਬਣ ਜਾਏਗਾ, ਖੁਰਾ ਵੀ ਬਣੇਗਾ। ਆਸ਼ਰਮ ਦੇ ਬਾਹਰ ਮੈਂ ਉਸਤਾਦ ਜੀ ਇੱਕ ਦਸਤਰਖਾਨ ਲਾਵਾਂਗਾ ਆਂਦਾ ਜਿਹਦੇ ਜੀ 50 ਰੁਪਏ ਦੀ ਦਾਲ ਦੀ ਪਲੇਟ ਉਹ ਕਿਸੇ ਲਓ ਜੀ। ਪਤਾ ਕੀ ਉਹ ਕਿਤੇ ਯਾਰ ਫੈਸਲ ਕੋਈ ਕਿਤੇ ਹੋਰ ਵੀ ਕੋਈ ਗੱਲ ਕਰ ਲਿਆ ਕਰ। ਨਹੀਂ ਅਨਾਥ ਆਸ਼ਰਮ ਉਸਤਾਦ ਜੀ ਉਹਦਾ ਪਤਾ ਕੀ ਮਕਸਦ ਹੈ ਕਿ ਦਸਤਰਖਾਨ ਬਣਾਉਣਾ ਨੇਕ ਕੰਮ ਨਾ ਕਰਨ ਦੇਣਾ ਉਸਤਾਦ ਜੀ ਕਿਸੇ ਨੂੰ। ਜਿਹੜਾ ਬੰਦਾ ਨੇਕੀ ਦੇ ਰਾਹ ਤੇ ਚੱਲਦਾ, ਬਜਾਏ ਉਹਨੂੰ ਪੁਸ਼ ਕਰਨ ਦੀ ਬਜਾਏ ਉਹਨੂੰ ਲੈਗ ਡਾਊਨ ਕਰਦੇ ਨੇ। ਯਾਰ ਤੂੰ ਛੋਟੇ ਭਰਾ ਨੂੰ ਕੰਮ ਕਰਾ ਕੇ ਤੇਰਾ ਸ਼ਹਿਜ਼ਾਦ ਨੂੰ ਹੋਟਲ ਦਾ ਸਿਰਫ 70 ਰੁਪਏ ਰੋਟੀ ਦਾ ਪੈਕੇਜ ਚਲਾਉਣ ਡਿਆ ਵਾ। ਉਹ ਤੋਂ ਪਿੱਛੇ ਕਿਤੇ ਲਵਾ ਦੇ। ਅਨਾਥ ਆਸ਼ਰਮ ਬਣਾਇਆ ਇਹਨੇ। ਹਾਂ ਉਸਤਾਦ ਜੀ ਵਿੱਚ ਲੈ ਤਾਂ ਇੱਕ ਸਾਈਡ ਤੇ ਪੈਪਾਂ ਵਾਲਾ ਕਲੱਬ ਵੀ ਬਣਾਇਆ। ਯਾਰ ਕੀ ਹੈ? ਕਿਹੜਾ ਅਨਾਥ ਆਸ਼ਰਮ ਹੁੰਦਾ ਜਿਹਨੂੰ ਸਨੋਕਰ ਰੱਖੀ ਹੁੰਦੀ ਆ ਤੁਸੀਂ? ਯਾਰ ਨਹੀਂ ਯਤੀਮ ਖਾਨਾ ਜਿੱਥੇ ਯਤੀਮ ਬੱਚੇ ਹੁੰਦੇ ਨੇ ਤੁਸੀਂ ਉਹਨਾਂ ਦੀ ਖੇਲ ਵਾਸਤੇ ਰੱਖ ਸਕਦੇ ਹੋ। ਸਨੋਕਰ ਰੱਖ ਲਓ, ਕ੍ਰਿਕਟ ਖੇਲਣ, ਫੁੱਟਬਾਲ ਖੇਲਣ, ਬਲਕਿ ਕਰਦੇ ਨੇ ਲੋਕ ਉਹਨਾਂ ਦੀ। ਯਾਰ ਉਹ ਠੀਕ ਹੈ, ਲੇਕਿਨ ਉਸਤਾਦ ਜੀ ਇਦਾਂ ਥੋੜੀ ਵੀ ਉੱਥੇ ਮੁਜਰਾ ਵੀ ਸੁਣਨ ਦੇ। ਨਹੀਂ ਮੁਜਰਾ ਕਿਤੇ ਉਹ ਲਾਵਾ ਯਾਰ ਮੁਜਰਾ ਨਹੀਂ, ਕੋਈ ਮਿਨੀ ਸਿਨੇਮਾ ਹੁੰਦਾ ਵਾ ਉੱਥੇ, ਉਹਦੀ ਬਕਾਇਦਾ ਟਿਕਟ ਹੁੰਦੀ 50 ਰੁਪਏ 100 ਰੁਪਏ ਜੋ ਵੀ ਆ। ਅੱਛਾ, ਬੱਚਿਆਂ ਕੋਲ ਪੈਸੇ ਕਮਾ ਕੇ ਤੇ ਦਿਹਾੜੀ ਲਾਉਣ ਦੇ ਯਾਰ। ਨਹੀਂ ਉਹ ਮੈਂ ਕਰਨਾ ਹੀ ਕਰਨਾ, ਮੈਂ ਕਰਨਾ ਹੀ ਕਰਨਾ। ਤੈਨੂੰ ਕਰਨਾ ਸਾਰੇ ਯਤੀਮ ਖਾਨਾ ਕਰਕੇ 250 ਬੱਚਾ ਇਕੱਠਾ ਕਰਕੇ ਤੇ ਜੁਮਰਾਤ ਉਹਨਾਂ ਕੋਲ 100 ਰੁਪਏ ਫੜ ਰਿਹਾ ਤੇ ਉਹਨਾਂ ਨੂੰ ਕਹਿ ਰਹੇ ਮੇਰੇ ਤੋਂ ਵੱਡੇ ਯਤੀਮ ਨਹੀਂ ਹੈਗੇ ਤੁਸੀਂ, ਉਹਨੂੰ ਦਿਓ। 100 ਬੱਚਾ ਹੋ ਗਿਆ ਅਨਾਥ ਆਸ਼ਰਮ ਚ ਤੇ ਉਹਨਾਂ ਨੂੰ ਲੈ ਕੇ ਜਾਂਦੇ ਆ, ਕਹਿੰਦਾ ਟ੍ਰਿਪ ਤੇ ਜਾਣਾ ਹੈ ਗੁਰਦੇ ਵੇਚਣੇ। ਹਾਂ 100 ਬੱਚਾ ਕਰਕੇ ਤੇ ਯਤੀਮਾਂ ਦੀਆਂ ਬਾਹਰ ਚੂਹੀਆਂ ਬਣਾ ਕੇ ਲੱਡਾ ਲਾਰੀਆਂ ਡੈਂਟ ਹੋ ਰਿਹਾ। ਮੰਗਣ ਵਾਲੇ ਕੋ ਕਲਾਸਾਂ ਕਰਵਾ ਰਿਹਾ ਨਹੀਂ ਅੱਲਾ ਮਾਫੀ ਦੇ ਰਿਹਾ। ਨਹੀਂ ਸਾਜੀ ਵੈਸੇ ਇਹ ਵੀ ਕਰਦੇ ਨੇ ਨਾ ਲੋਕ, ਹੈ ਕੌਣ ਕਰਦਾ ਹੈ? ਮਿਸਟਰੀ ਤੇ ਹੈ ਮਨਾ ਇਹ ਇਹ। ਕਰਦੇ ਨੇ ਬੜਾ ਕੁਝ ਹੁੰਦਾ ਭਾਈ। ਫੈਸਲ ਸਾਹਿਬ ਮੈਂ ਤੁਹਾਨੂੰ ਸਹੀ ਦੱਸਾਂ ਉਸਤਾਦ ਜੀ, ਬੱਚਿਆਂ ਨੂੰ ਮੈਂ ਤੈਨੂੰ ਤਰੀਕਾ ਦੱਸਦਾ। ਤੂੰ ਚਾਹੁੰਦਾ ਤੇਰੇ ਕੋਲ ਅੱਛੀ ਗੱਡੀ, ਘਰ ਅੱਛਾ, ਸਾਰਾ ਨਿਜ਼ਾਮ ਅੱਛਾ। ਚਾਰ ਦਾ ਸ਼ੁਰੂ ਕਰਨਾ। ਨਾ ਚਾਰ ਕੁਛ ਵੀ ਨਹੀਂ ਬੇਟਾ। ਮੈਂ ਤੁਹਾਨੂੰ ਦੱਸਦਾ 5 ਸਾਲਾਂ ਦੇ ਵਿੱਚ ਨਾ, ਉਸਤਾਦ 5 ਸਾਲਾਂ ਚ 5 ਸਾਲਾਂ ਜੀ ਮੈਂ ਤੁਹਾਨੂੰ ਦੱਸਦਾ ਸਿੱਧਾ ਉੱਕਦੇ ਦੱਸੋ ਨਾ ਮੈਂ ਗੱਲ ਸੁਣਨਾ ਆਰਾਮ ਨਾਲ। ਤੁਸੀਂ ਨਾਜ਼ਰੀਨ ਜਰਾ ਮੇਰੇ ਦੇਖਣਾ ਕੀ ਮੇਰੇ ਦਿਮਾਗ 'ਚ ਹੈ। ਉਤਰਿਆ ਤੂੰ 3 ਵਿਆਹ ਹੋਰ ਕਰਨੇ ਨੇ, ਪਰ ਪੂਰੀ ਗੱਲ ਸੁਣਨੀ, ਇਕੱਠੇ 3 ਓਏ ਹੋਏ ਉਹ ਵੇਰ ਨਾਲ ਹੀ ਜ਼ਰਖੇਜ਼ ਔਰਤਾਂ ਦੇ ਨਾਲ। ਲਾਲੀਆਂ ਆ ਗਈਆਂ ਉਹਦੇ ਚਿਹਰੇ ਤੇ। ਹਾਂਜੀ
ਵਿਆਹ ਵਿੱਚ ਨਹੀਂ ਬੋਲਣਾ, ਹੁਣ ਮੇਰੀ ਪੂਰੀ ਗੱਲ ਪਹੁੰਚਣ ਦੇ ਜਿੱਤੇ ਮੈਂ ਪਹੁੰਚਾ ਰਿਹਾ। ਅੱਛਾ 3 ਔਰਤਾਂ ਨਾਲ ਇਕੱਠੀਆਂ ਨਾਲ ਸ਼ਾਦੀ ਕਰਨੀ ਤੂੰ ਇੱਕੋ ਟਾਈਮ, 4 ਬੁੱਢੀਆਂ ਹੋ ਗਈਆਂ ਜੀ ਠੀਕ ਹੈ ਜੀ। ਤਿੰਨ ਹੀ ਹੋਣੀ ਹੈ ਸਾਰੀ। ਇੱਕ ਪਹਿਲੇ ਨਹੀਂ ਹੈਗੀ, ਆਹੋ ਪਹਿਲੀ ਪਾ ਕੇ 4 ਹੋ ਗਈ ਪਹਿਲੀ ਮਿੰਦੇ ਤੇ ਨਹੀਂ, ਪਹਿਲੀ ਵੀ ਤੇਰੇ ਕੋਲ ਹੀ ਰਹਿਣੀ। ਉਸਤਾਦ ਜੀ 4 ਬੁੱਢੀਆਂ ਹੋ ਗਈਆਂ ਤੇਰੀਆਂ। ਹਾਂ 4 ਬੁੱਢੀਆਂ ਦੇ ਵਿੱਚੋਂ ਤੂੰ 5 ਸਾਲਾਂ ਦੇ ਵਿੱਚ 5 ਚੁੱਕਾ 20 26 87 ਬੱਚੇ ਜੰਮਣੇ, ਮੈਕਸਿਮਮ ਔਲਾਦ ਪੈਦਾ ਕਰਨੀ ਹੈ। ਇਸ ਤਰੀਕ ਦਾ ਉਹ ਨਿੱਕੀ ਨਿੱਕੀ ਔਲਾਦ ਜਿਹੜੀ ਨਾ ਸਾਜੀ ਇਹ ਜਿਹੜੀਆਂ ਮੰਗਣ ਵਾਲੀਆਂ ਉਹ ਤਾਂ ਦੇਖਿਆ ਉਹਨਾਂ ਨੇ ਬੱਚਾ ਚੁੱਕਿਆ ਹੁੰਦਾ, ਆਹੋ ਉਹ 600 ਰੁਪਏ ਰੋਜ਼ ਤੇ ਲੈਂਦੀਆਂ ਨੇ। ਤੇਰੇ 20 ਬੱਚੇ ਵੀ ਰੋਜ਼ ਗਏ ਓਏ ਯਾਰ ਪੈਸਾ ਰੈਂਟੇ ਬੱਚਾ ਰੈਂਟ। ਹਾਂਜੀ ਭੈਣ ਮੈਂ ਅੱਛਾ ਇਹ ਤੇ ਮਜ਼ਾਕ ਨਾ, ਲੇਕਿਨ ਇਹਦੇ ਵਿੱਚ ਇੱਕ ਬੜੀ ਹਾਂਜੀ, ਇਹ ਗੰਭੀਰ ਗੱਲ ਆ ਕਿ ਜੈਨੂਅਨ ਅੱਛੀ ਉਹ ਜਿਹੜਾ ਬੱਚੇ ਨੇ ਨਾ ਫਰੀਦ ਸਾਹਿਬ ਉਹ 300 400 500 ਰੁਪਏ ਰੋਜ਼ ਤੇ ਮਿਲਦਾ। ਮਿਲਦਾ ਉਹ ਤੁਸੀਂ ਦੇਖ ਲਓ ਉਹਨੂੰ ਫਿਲਰ ਗੱਲ ਪਿਆ ਹੁੰਦਾ ਤੇ ਉੱਡ ਰਿਹਾ ਹੁੰਦਾ ਪਰੇ ਨੂੰ। ਹਾਂਜੀ ਹਾਂਜੀ ਹਾਂਜੀ। ਜੀ ਉਹ ਯਾਰ ਫੈਸਲ ਸਾਹਿਬ ਇਹ ਲੋਕਾਂ ਦੇ ਦਿਲ ਨਹੀਂ ਹੁੰਦੇ ਯਾਰ ਇਹਨਾਂ ਚ। ਚਾਹ ਕੰਮ ਉਹ ਹਾਂ ਨਾ ਕੀ ਯਾਰ ਤੈਨੂੰ ਕੀ ਲੱਗਦਾ ਨਹੀਂ ਮੈਂ ਝੂਠ ਕਹਿ ਰਿਹਾ? ਹੁੰਦਾ ਜੀ ਮੇਰਾ ਦਿਲ ਨਹੀਂ ਮੰਨ ਰਿਹਾ ਮਾਦਰਤ ਨਾਲ। ਤੂੰ ਜੰਮ ਤੂੰ 200 ਤੇ ਮੈਨੂੰ ਦੇਈ ਜਾ। ਹੈ ਤੁਸੀਂ ਉਹਨਾਂ ਨੂੰ ਫਨਗਰ ਨਾਲ ਪੜਾ ਲੋਗੇ, ਫਿਲਰ ਗੱਲ ਪਿਆ ਕੇ ਉਹਨਾਂ ਨੂੰ ਹਾਂਜੀ। ਤੁਹਾਡਾ ਦਿਲ ਮੰਨੇਗਾ? ਓਏ ਇਹਦੇ ਬੱਚੇ ਨੇ ਫਿਜ਼ਲ ਕਰਨੀ, ਨੀਲੀ ਕੈਨ ਪੀਣੀ ਪੂਰੀ। ਓ ਯਾਰ ਦਿਲ ਮੰਨਣ ਵਾਲੀ ਕਿਹੜੀ ਗੱਲ ਆ? बिजनेस है, लोग पैसा कमा रहे हैं इससे। ਰਾਤ ਨੂੰ ਤੂੰ ਮੋਟਰਸਾਈਕਲ ਫੜਨੀ ਹੈ ਗੇੜਾ ਲਾ ਕੇ ਸਾਰੇ ਕੋਲੋਂ ਤੂੰ ਆਪਣੀ ਗਰਾਈ ਲੈ ਆਉਣੀ। नाल ਕੋਈ ਮੁੰਡੇ ਦਾ ਪਿਓ ਆ ਗਿਆ ਵੀ ਦਿਓ ਪੈਸੇ। ਨਾਲੇ ਜਿੱਦਾਂ ਰਾਤ ਨੂੰ ਬੈਟਰੀਆਂ ਇਕੱਠੀਆਂ ਕਰਦੇ ਤਾਂ ਰਾਤ ਨੂੰ ਬੱਚੇ ਇਕੱਠੇ ਕਰ ਲਏ ਆਪਣੇ। ਆ ਲੈਣ ਕੱਟ ਦੇਣਾ ਯਾਰ, ਤੈਨੂੰ ਕਿਹਾ ਐਕਸਟਰਾ ਲੈਣ ਨਹੀਂ, ਉਸਤਾਦ ਜੀ ਨੇ ਮਨਾ ਕੀਤਾ, ਫਿਰ ਮੇਰੇ ਕੋਲ ਖਾਏਗਾ ਦੰਦਾਂ ਤੇ ਜੀ। ਐਸਾ ਉੱਥੇ ਮਹਿਫੂਜ਼ ਹੋਇਆ ਸੀ, ਚੁੱਪ ਕਰਕੇ ਬੈਠੇ ਰਾਜ ਦੇ ਵਿੱਚ, ਹੈ ਨਾ। ਪਤਾ ਨਹੀਂ ਲੱਗਣਾ ਕਿ ਪਬਲਿਕ 'ਚ ਬੈਠਾਂਗੇ ਆਰਟਿਸਟਾਂ ਤੇ, ਇੱਥੇ ਆ ਕੇ ਡਾਇਰੈਕਟਰ ਹੋ ਗਏ ਇੱਕ ਦਿਨ ਦੇ ਵਿੱਚ ਹੀ। ਚਲੋ ਜੀ ਮਜ਼ਾਕ ਨਹੀਂ ਉਹ ਸਹੀ ਕਹਿ ਰਿਹਾ ਕਿ ਜਿੱਦਾਂ ਆ ਬੈਟਰੀਆਂ ਵਾਲੇ ਨਹੀਂ ਸਵੇਰੇ ਆਉਂਦੇ, ਸਾਰੀਆਂ ਰੇੜੀਆਂ ਵਾਲਿਆਂ ਨੂੰ ਬੈਟਰੀਆਂ ਦੇ ਜਾਂਦੇ ਆ। ਰਾਤ ਨੂੰ 2 ਵਜੇ 3 ਵਜੇ ਆ ਕੇ ਉਦੋਂ ਬੈਟਰੀਆਂ ਲੈ ਜਾਂਦੇ ਆ। ਉਂਝ ਰਾਤ ਨੂੰ ਬੱਚੇ ਲੈ ਗਿਆ, ਸਵੇਰ ਨੂੰ ਚਾਰਜ ਕਰਕੇ ਯਾਨੀ ਫਿਨਰ ਗਨ ਪਿਆ ਕੇ ਫੇਰ ਦੇ ਗਿਆ। ਕੰਪਲੇਨ ਆਫਿਸ ਵੀ ਪੜਾ। ਉਹ ਯਾਰ ਐਕਸਟਰਾ ਲੈਣਾ ਕਦ ਤੋਂ ਵਿੱਚ ਕੰਪਲੇਨ ਤੇ ਮੈਂ ਬੈਟਰੀਆਂ ਜਿਹੜੀ ਗੱਲ ਕੀਤੀ ਲੈਣ ਬੋਲੀ ਉਹਨੂੰ ਪੁਸ਼ਅਪ ਕੀਤਾ, ਲੱਗੀ ਨਾ ਵਿੱਚ। ਕਿਸੇ ਤਰੀਕੇ ਨਾਲ ਇhtiyat ਕਰ, ਤੂੰ ਬਹਿ, ਤੂੰ ਹਲੇ ਉਸ ਰਚਾਚ ਆ। ਅੱਛਾ ਇਹ ਮੈਂ ਤੁਹਾਨੂੰ ਦੱਸ ਦਿਆਂ ਕਿ ਮੈਂ ਬੇਸ਼ੱਕ ਮੈਂ ਮਜ਼ਾਕ ਨਾਲ ਗੱਲ ਕੀਤੀ ਨਾ ਕਿ ਵਿਆਹ ਕਰਦੇ ਬੱਚੇ, ਇਹ ਜੈਨੂਇਨ ਗੱਲ ਆ ਸਹੀ। मैसेज है एक बड़ा। ਜੀ ਸਰ ਜੀ। ਅੱਛਾ ਉਸਤਾਦ ਜੀ ਉਹ ਜਿਹੜੇ ਬੱਚੇ ਲਿਆ ਕੇ ਤੇ ਫਿਰ ਉਹ ਬੱਚੇ ਵੱਡੇ ਵੀ ਹੋ ਜਾਂਦੇ, ਫਿਰ ਉਹ ਅੱਗੇ ਪ੍ਰੋਸੈਸ ਦੇ ਵਿੱਚ ਇਸੇ ਤਰ੍ਹਾਂ ਬੱਚੇ ਗਾਂ ਤੋਂ ਗਾਂ ਲਈ ਰੱਖਦੇ। ਮੈਨੂੰ ਇੱਥੇ ਤੱਕ ਹੀ ਪਤਾ ਸੀ। Sir, ਅੱਗੋਂ ਐਵੇਂ ਮੈਂ ਕੋਈ ਗਲਤ ਬਿਆਨੀ ਕਰਦਿਆ ਮੈਂ ਯਾਰ ਇੱਕ ਮਿੰਟ, ਨਹੀਂ ਮੈਨੂੰ ਸਹੀ ਗੱਲ ਆ। ਐਕਸਟਰਾ ਲੈਣਾ ਨਹੀਂ ਮੈਨੂੰ ਜਿੰਨਾ ਪਤਾ ਮੈਂ ਉਹਨਾਂ ਹੀ ਦੱਸਣਾ। ਮੈਂ ਤੁਹਾਨੂੰ ਦੱਸ ਹੁਣ ਮੈਂ ਬੱਚਿਆਂ ਦੇ ਐਂਡ ਮਰਨ ਤੱਕ ਵੀ ਦੱਸਾਂ ਵੀ ਕਿੱਥੇ ਤੱਕ ਇੰਨੀ ਮੇਰੇ ਕੋਲ ਨੌਲੇਜ ਕਿੱਥੋਂ। ਸਰ ਡਾਇਰੈਕਟਰ ਸਾਹਿਬ ਛੋਟੀ ਜੀ ਗੱਲ ਕਰਨਾ ਚਾਹੁੰਦਾ ਕਿ ਉਸਤਾਦ ਜੀ ਉਹਨਾਂ ਬੱਚਿਆਂ ਦੀ ਵੀ ਕਿਸਮਤ ਬਾਅਦ ਚੋਂ ਬੜੀ ਬੁਲੰਦ ਨਿਕਲ ਆਉਂਦੀ। ਦੇਖੋ ਕੋਈ ਆਰਟਿਸਟ ਬਣ ਜਾਂਦਾ, ਸਟੇਜ ਕਰਦਾ, ਆਖਰਕਾਰ ਟੀਵੀ ਤੇ ਮਜ਼ਾਕ ਰੱਖਦਾ, ਕਈ ਮਜ਼ਾ ਰੱਖ ਲੈਂਦੇ ਨੇ। ਉਹਨਾਂ ਦੀ ਉਹ ਕਿਸਮਤ ਲਿਖੀ ਨਹੀਂ ਹੁੰਦੀ ਕਿ ਇਹਨਾਂ ਨੇ ਫਿਨਰ ਕਰਨੀ ਪੀਣਾ, ਉਹ ਬਾਅਦ ਚੋਂ ਕੁਝ ਵੀ ਬਣ ਸਕਦੇ ਨੇ। ਸਿਗਰਟਾਂ ਵੀ ਪੀਣ ਲੱਗ ਪੈਂਦੇ। ਗੁਰੂ ਸਾਹਿਬ ਦੀ ਮਾਦਰਤ ਨਾਲ ਮੈਂ ਤੁਹਾਨੂੰ ਦੱਸ ਰਿਹਾ ਆ ਗੱਲ। ਉਹ ਸ਼ੁਗਲ ਚ ਨਾ ਪਾਈ ਮਿੱਠੇ, ਤੇਰੀ ਮਿਹਰਬਾਨੀ ਫਰੀਦ ਨੂੰ। ਉਸਤਾਦ ਜੀ ਮੈਨੂੰ ਯਾਦ ਹੈ ਜਦੋਂ ਮੇਰੇ ਦਾਦਾ ਜੀ ਮਾਈਗ੍ਰੇਸ਼ਨ ਹੋਏ ਨਾ, ਹੈ ਉਹ ਵੀ ਮਾਈਗ੍ਰੇਸ਼ਨ ਮਾਈਗ੍ਰੇਟ ਹੋਏ ਲੋਕ। ਨਹੀਂ ਸਹੀ ਕਹਿਣ ਯਾਰ ਉਹ ਕਹਿ ਰਹੇ ਮੇਰੇ ਦਾਦੇ ਦੇ ਨਾ ਅੱਧੇ ਸਿਰ 'ਚ ਦਰਦ ਹੁੰਦੀ ਸੀ, ਉਹਨੂੰ ਕਹਿੰਦੇ ਮਾਈਗ੍ਰੇਟ। ਸਾਜੀ ਨਹੀਂ, ਉਹਨੇ ਮਾਈ ਦੇ ਇੱਕ ਇੱਟ ਮਾਰੀ, ਕਹਿੰਦਾ ਮਾਈਗ੍ਰੇਟ ਉਹਦੇ ਸਿਰ 'ਚ। ਉਹ ਨਹੀਂ ਯਾਰ, ਇੱਕ ਮਿੰਟ ਲੈਣ ਕਟਾਇਓ ਯਾਰ ਆ ਵਾਲੀ ਡਾਇਰੈਕਟਰ ਦਾ ਘਰ ਇਹਨਾਂ ਲੈਣ ਕਟਾਉਣੀ ਆ ਯਾਰ ਅੱਛੀ ਲੱਗੀ। ਉਸਤਾਦ ਜੀ ਮੈਂ ਜਨ ਬਣਾ ਯਾਰ ਸ਼ੁਗਲ ਚ ਨਾ। ਉਸਤਾਦ ਜੀ ਮਾਈਗ੍ਰੇਸ਼ਨ ਹੋਏ ਨਾ ਜਦੋਂ ਇੱਧਰ ਆਏ, ਪਾਕਿਸਤਾਨ ਆਏ, ਤੇ ਜਦੋਂ ਮੇਰੀ ਦਾਦੀ ਦੇ ਨਾਲ ਜਦੋਂ ਮੁਹੱਬਤ ਹੋਈ ਉਹਨਾਂ ਨੂੰ, ਕਿ ਉਹ ਮੇਰੀ ਦਾਦੀ ਕਾਲਜ ਚ ਪੜ੍ਹਦੇ ਸੀ ਤੇ ਕੀ ਪੜ ਕੇ ਹੋਣੀ ਬਜੰਤਾ ਯਾਰ ਦਾਦੀ ਬੱਚੀ ਨਹੀਂ ਸੀ ਹੋ ਸਕਦੀ ਉਦੋਂ ਕਾਲਜ ਨਹੀਂ ਸੀ ਹੁੰਦੇ। ਉਸਤਾਦ ਜੀ ਜਦੋਂ ਨਾ ਮੈਂ ਦੱਸ ਰਿਹਾ ਕਿ ਮੇਰੇ ਜਦੋਂ ਪੜਦਾਦਾ ਜੀ ਦਾਦਾ ਜੀ ਦੇ ਵਾਲਦ ਸਾਹਿਬ ਜਦੋਂ ਰਿਸ਼ਤਾ ਲੈਣ ਗਏ ਨੇ ਨਾ, ਤੇ ਉਹਨਾਂ ਦੇ ਸੁਸਰ ਨੇ ਕਿਹਾ ਸੀਗਾ ਕਿ ਕੁਝ ਬਣ ਕੇ ਵਿਖਾ। ਹਾਂ ਸੱਚੀ ਮੁੱਚੀ ਮੇਰੇ ਦਾਦਾ ਜੀ ਕਹਿੰਦੇ ਮੈਨੂੰ ਜਦੋਂ ਘਰੋਂ ਬਾਹਰ ਉਹਨੇ ਕੱਢਿਆ ਉਹ ਨਾ, ਪਾਰਿਸ਼ੀ ਬਿੱਲੀ ਬਣ ਕੇ ਦਿਖਾ ਦਾਦੇ। ਇੰਜ ਕਰਕੇ ਬੱਚੀ ਬਣ ਉਸਤਾਦ ਜੀ ਸ਼ੇਰ ਬਣ ਕੇ ਦਿਖਾਇਆ ਸੀ ਉਹਨਾਂ ਨੇ ਕਿ ਆਵਾਜ਼ ਵੀ ਕੱਢ ਤੇ ਕਰਦੇ। ਯਾਰ ਬਹੁਤ ਖੂਬ। ਅੱਛਾ ਉਹਨਾਂ ਨੇ ਫਰੀਦ ਸਾਬਰੀ ਸਾਹਿਬ ਹਿਸਟਰੀ ਪੜ੍ਹ ਲਓ ਉਹਨਾਂ ਨੇ। ਮੈਂ ਯਾਰ ਤੁਸੀਂ ਦੱਸੋ ਰਿਹਾ ਹੁਣ ਐਵੇਂ ਹਿਸਟਰੀ ਨਾਲ ਉਸਤਾਦ ਜੀ ਕਹਿੰਦੇ ਜਦੋਂ ਮੈਂ ਉਧਰੋਂ ਸਹੁਰਿਆਂ ਨੇ ਬੜਾ ਬਿਸਤ ਕੀਤਾ ਕਿ ਮਕਾਓ ਗੱਲ ਨੂੰ ਭਾਜੀ, ਟਾਈਮ ਸ਼ਾਰਟ ਆ। ਇੰਨੀ ਔਕਾਤ ਸਾਡੇ ਘਰ ਰਿਸ਼ਤਾ ਲੈ ਕੇ ਆ ਗਏ ਹੋ ਤੁਸੀਂ, ਇੰਨੀ ਹੈ ਸਾਡੇ ਬਰਾਬਰ ਤੇ ਹੋ। ਮੇਰੇ ਦਾਦਾ ਜੀ ਨੇ ਉਹ ਗੱਲ ਦਿਲ ਤੇ ਲਾਈ ਸੀ ਉਸਤਾਦ ਜੀ। ਤੇ ਕਰਾਚੀ 'ਚ ਇੱਕ ਨਾਮ ਹੈਗਾ ਮੇਰੇ ਦਾਦਾ ਜੀ ਦਾ, ਯਾਰ ਇੱਥੇ ਵੀ ਉਹਦਾ ਨਾਮ ਉਹਦਾ ਹੋਣਾ ਹੀ ਚਾਹੀਦਾ। ਕਰੋੜਾਪਤੀ ਹੋਏ ਸਨ 1 ਸਾਲ ਦੇ ਵਿੱਚ 1 ਸਾਲ 'ਚ ਕਰੋੜਾਪਤੀ। ਉਹਨਾਂ ਤੋਂ ਬਹੁਤੀ ਦੌਲਤ ਸੀ, ਫਿਰ ਉਹ ਆਪ ਕਹਿੰਦੇ ਸੀਗੇ ਕਿ ਰਿਸ਼ਤਾ ਲੈ ਲਓ। ਦਾਦਾ ਜੀ ਦਾ ਨਾਂ ਨਹੀਂ ਲਿਆ।
ਲੈਣ ਅਗਲੇ ਦੀ ਵੀ ਲੈ ਲਈਦੀ। ਦਾਦਾ ਜੀ ਦਾ ਨਾਂ ਗੋਵਿੰਦਾ ਸੀ। ਉਹ ਦਾਦਾ ਜੀ ਨੇ ਮੈਂ ਸਾਰੀ ਤੇਰੇ ਦਾਦੇ ਵਾਲੀ ਫਿਲਮ ਵੇਖੀ ਗਿਆ। ਦਾਦਾ ਜੀ ਨੇ ਅਕਸ਼ੇ ਨੂੰ 50 ਲੱਖ ਰੁਪਏ ਦਿੱਤਾ ਸੀ, ਉਹਨੇ ਕਿਹਾ 26 ਦਿਨ में पैसा डबल बंगले में ले आए। ਉਹ ਗਾਣਾ ਤੇਰੇ ਦਾਦੇ ਦਾ ਹਮਕੋ ਬੰਬਈ ਜਮ ਗਈ ਬੰਮ 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 ਬੰਬਈ। ਨਹੀਂ ਉਹ ਸਵਰਗ ਫਿਲਮ ਹੈ। ਨਹੀਂ ਹੈ ਤਾਂ ਗੋਵਿੰਦਾ ਹੀ ਹੈ ਨਾ। ਉਹਦੀ ਲੈਣ ਲੱਗਣ ਵਾਲੀ ਆ ਵੀ ਵਿੱਚ ਕਿਤੇ ਨਾ ਕਿਤੇ ਤੇਰਾ ਦਾਦਾ ਸਾਰਾ ਫਿਲਮ ਦੇ ਰਿਲੇਟਡ ਵਾ। ਮੈਂ ਤਾਂ ਮੈਂ ਗੱਲ ਕਿਸਮਤ ਜਦੋਂ ਚਮਕਦੀ ਫਰੀਦ, ਉਹ ਯਾਰ ਠੀਕ ਹੈ, ਕਿਸਮਤ ਜਦੋਂ ਚਮਕਦੀ, ਫਕੀਰਾਂ ਦੀ ਵੀ ਚਮਕ ਜਾਂਦੀ ਹੈ, ਮੇਰੇ ਦਾਦੇ ਦੀ ਵੀ ਚਮਕੀ ਸੀ, ਲੇਕਿਨ ਉਹ ਫਕੀਰ ਨੇ, ਉਹਨਾਂ ਨੇ ਹੱਥ ਨਹੀਂ ਕਦੇ ਵੀ ਫਲਾਇਆ ਕਿਸੇ, ਤੁਹਾਡੇ ਦਾਦਾ ਹੀ ਨੇ ਪੂਰੇ ਖਾਨਦਾਨ ਨੇ, ਹੈ ਹੀ ਨਹੀਂ ਸੀ ਟੁੰਡੇ ਸਨ। ਪੂਰੇ ਖਾਨਦਾਨ ਨੇ ਨਹੀਂ ਹੱਥ ਫਲਾਇਆ ਕਦੇ। ਭਾਈ ਹੱਥ ਫਲਾਇਆ ਹੀ ਨਹੀਂ, ਉਹ ਡੱਬਾ ਰੱਖਿਆ ਸੀ, ਰੇੜ ਕੇ ਮੰਗਦੇ ਸੀ, ਹੱਥ ਫਲਾਉਣ ਦੀ ਲੋੜ ਹੀ ਨਹੀਂ। ਭਾਈ ਜਾਨ ਦੁਨੀਆ ਦਾ ਹਰ ਇਨਸਾਨ ਮੰਗਣ ਵਾਲਾ ਵਾ। ਹਾਂ ਸਾਡੀ ਨਹੀਂ ਸਰ, ਕੋਈ ਤਰੀਕੇਕਾਰ ਦਾ ਫਰਕ ਆ, ਪੇਮੈਂਟ ਦਾ ਫਰਕ ਆ, ਕੱਪੜਿਆਂ ਦਾ ਫਰਕ ਆ, ਮੰਗਦਾ ਸਾਰਾ ਹੀ ਹੈ। ਵੱਡੀ ਗੱਲ ਹਰ ਕੋਈ ਮੰਗਣ ਵਾਲਾ ਭਾਈ, ਕੌਣ ਨਹੀਂ ਮੰਗਦਾ ਦੱਸ। ਇਦਾਂ ਹੀ ਉਸਤਾਦ ਜੀ। ਮੈਂ ਕਈ ਵਾਰੀ ਮੰਗਦਾ ਰਿਹਾ ਇਹਨਾਂ ਕੋਲ ਵੀ ਕੋਈ ਦਿਓ ਅੱਲਾ ਦੇ ਨਾਂ ਤੇ। ਇਹ ਲੈਣ ਪਹਿਲੇ ਕੱਟਦੇ ਯਾਰ, ਫਜ਼ੂਲ ਜੀ ਲੈਣ ਹੋਣੀ ਆ। ਮੈਂ ਵੈਸੇ ਹੀ ਗੱਲ ਕੀਤੀ ਹੈ। ਅੱਛਾ ਫੈਸਲਾ ਅੱਛਾ ਸਾਜੀ ਕਿਸ ਤਰ੍ਹਾਂ ਥੋੜੀ ਜਿਹੀ ਤੇ ਦੱਸੋ। ਯਾਰ ਉਹਨਾਂ ਦਾ ਮਤਲਬ ਲੌਜੀਕਲੀ ਸਿੱਧਾ ਫੈਸਲਾ ਸਾਹਿਬ ਵੀ ਹਰ ਬੰਦਾ ਕਿਸੇ ਨੂੰ ਪਾਣੀ ਦਾ ਗਲਾਸ ਵੀ ਮੰਗਿਆ ਤਾਂ ਤੂੰ ਮੰਗਿਆ ਹੀ ਆ। ਨਹੀਂ ਨਹੀਂ ਤੁਸੀਂ ਦੂਜੇ ਤਰੀਕੇ ਨਾਲ ਵੀ ਕਹਿ ਲਓ। ਇਸ ਤਰ੍ਹਾਂ ਮੈਂ ਤੇ ਤੁਹਾਨੂੰ ਅੱਗੇ ਵੀ ਕਈ ਵਾਰੀ ਕਿਹਾ ਕਿ ਇੱਕ ਬੰਦਾ ਤੁਸੀਂ ਗੱਡੀ ਖਿਲਾਰਦੇ ਸ਼ੀਸ਼ਾ ਕਰਕੇ ਕਹਿੰਦਾ ਦੇ ਦੇ, ਇੱਕ ਤੁਹਾਡਾ ਯਾਰ ਉਹਦਾ ਕਹਿੰਦਾ ਯਾਰ ਦਈ ਜ਼ਰਾ 1000 ਰੁਪਏ ਕੱਲ ਲੈ ਲਈ, ਮੁੜ ਕੇ ਉਹ ਲੱਭਦਾ ਹੀ ਨਹੀਂ। ਹਾਂਜੀ ਫਰਕ ਕੀ ਦੋਵਾਂ ਚ? ਹਾਏ ਉਹ ਜ਼ਿਆਦਾ ਅੱਛਾ ਵਾ ਕਿਉਂਕਿ ਉਹ ਤਾਂ ਡਾਇਰੈਕਟ ਕਹਿ ਰਿਹਾ ਕਿ ਭਾਈ ਮੈਂ ਵਾਪਸ ਨਹੀਂ ਦੇਣੇ। ਵਾਪਸ ਨਹੀਂ ਦੇਣੇ। ਹਾਂ, ਵਾਹ ਵਾਹ। ਇੱਕ ਬੰਦਾ ਕਹਿੰਦਾ ਯਾਰ ਦਈ ਜ਼ਰਾ ਚੀਜ਼ ਐ ਦਈ, ਆ ਇੱਕ ਮਿੰਟ ਦਾ ਹੈ ਚੀਜ਼, ਉਸ ਤੋਂ ਬਾਅਦ ਉਹ ਗਾਇਬ ਹੋ ਜਾਂਦਾ। ਸਾਜੀ ਮੈਨੂੰ ਇੱਥੋਂ ਗੱਲ ਇਸ ਤੋਂ ਵੱਡਾ ਕਿਹੜਾ ਮੰਗਣ ਵਾਲਾ? ਉਹ ਬਹੁਤਾ ਖਤਰਨਾਕ ਮੰਗਣ ਵਾਲਾ ਵਾ। ਹਾਂਜੀ ਬਿਲਕੁਲ। ਮੇਰੇ ਨਾਲ ਸਾਜੀ ਘਰ ਨਾ ਨੈਟ ਦਾ ਨਸੀ ਪੈਕੇਜ ਲੱਗਾ, ਉਹ ਜਿਹੜਾ ਬੂਸਟਰ ਜਿਹਾ। ਉਹ ਅੱਛਾ ਰੌਲਾ ਬਣਿਆ ਸੀ ਕੋਈ? ਮੈਂ ਤਦੀ ਕਹਾਂ ਮੈਨੂੰ ਰਿਪਲਾਈ ਕਿਉਂ ਨਹੀਂ ਆ ਰਿਹਾ WhatsApp ਨੈਟ ਬੰਦ ਸੀ। ਡਾਇਰੈਕਟਰ ਨੂੰ ਦਰਾ ਇੱਕ ਮਿੰਟ ਤੇ ਯਾਰ ਚਾਰ ਦਿਨ ਮੈਸੇਜ ਕਰਦਾ ਸਾਜੀ ਮੈਂ ਅੱਜ ਨਾ ਮਾਰ ਸਕੇ, ਮੈਂ ਅੱਜ ਤੁਹਾਡੀ ਦੇ ਵਿੱਚ ਮਾਰਨੀ ਆ, ਵੇਖ ਲਓ। ਤੇਰੀ ਸੋਚ ਗੰਦੀ ਆ। ਉਹ ਆ ਵੀ ਮੈਂ ਕਿਹਾ ਮੈਂ 2-3 ਦਿਨ ਤੈਨੂੰ ਮੈਸੇਜ ਕਰਦਾ ਰਿਹਾ, ਤੇਰੇ ਘਰ ਨੈਟ ਬੰਦ ਸੀ, ਵੀ ਤਦੀ ਰਿਪਲਾਈ ਨਹੀਂ ਆਇਆ ਤੈਨੂੰ। ਯਾਰ ਉਹ ਦੂਸਰਾ ਨਹੀਂ ਸੀ ਚੱਲਣ ਡਿਆ। ਨਹੀਂ ਦੂਸਰਾ ਵੀ ਬੰਦ ਸੀ, ਵਾਈਫਾਈ ਬੰਦ ਸੀ। ਅੱਗੇ ਉਸਤਾਦ ਜੀ ਹਰ ਟਾਈਮ ਵੀਡੀਓ ਕਾਲ ਤੇ ਅੰਦਰ ਬੈਠੇ ਹੁੰਦੇ ਸੀ, ਹੁਣ 2-3 ਦਿਨ ਹੋ ਗਏ ਕੋਈ ਵੀ ਨਹੀਂ। ਅੱਛਾ ਮੈਂ ਹਿਸਾਬ ਲਾ ਲਿਆ, ਮੈਂ ਕਿਹਾ ਵੀ ਫਰੀਦ ਤੇ ਜਿਹੜੀ ਹੈ ਨਾ ਵਾਈਫਾਈ, ਉਹਦਾ ਕੋਈ ਹੈ ਰੌਲਾ। ਨਹੀਂ ਉਸਤਾਦ ਜੀ ਨੈਟ ਦਾ ਮਸਲਾ ਬਣਿਆ ਤੇ ਉਹ ਨਾ ਮੈਂ ਮੁੰਡਾ ਇੱਕ ਰਸਤੇ ਦੇ ਵਿੱਚ ਮੈਨੂੰ ਮਿਲਿਆ ਫਰੂਟ ਲੈਂਦਿਆ ਹੋਇਆ, ਤੇ ਉਹ ਕਹਿੰਦਾ ਜੀ ਮੇਰਾ ਨਾਮ ਵਾ, ਤੇ ਮੈਨੂੰ ਉਸਤਾਦ ਜੀ ਉਹਨੇ ਕਿੱਦਾਂ ਮਿਲਿਆ ਵੀ ਗੱਡੀ ਤੋਂ ਲੱਥ ਕੇ ਨਾ ਇੰਜ ਕਰਕੇ ਨੇ, ਓਏ ਉਸਤਾਦ ਜੀ ਮੇਰੇ ਭਾਗ ਜਾਗ ਪਏ। ਫਰੀਦ ਭਾਈ ਤੁਸੀਂ, ਮੈਂ ਕਿੱਡਾ ਵੱਡਾ ਫੈਨ ਹੋਵਾਂਗਾ ਤੁਹਾਡਾ। ਹੱਥ ਚੁੰਮਣ ਦੀ ਕਰੋ ਬੰਦਾ ਆਇਆ ਜੀ। ਉਸਤਾਦ ਜੀ ਉਸ ਬੰਦੇ ਨੇ ਮੈਨੂੰ ਉਹ ਮੋਹ ਲਿਆ। ਮੈਂ ਕਿਹਾ ਯਾਰ ਕੀ ਕੰਮ ਕਰਨਾ? ਕਹਿੰਦਾ ਮੈਂ ਨੈਟ ਦਾ ਕੰਮ ਕਰਨਾ। ਉਸਤਾਦ ਜੀ ਮੈਂ ਉਹਨੂੰ ਕਿਹਾ ਯਾਰ ਮੇਰਾ ਨੈਟ ਦਾ ਮਸਲਾ ਬਣਿਆ, ਤੇ ਉਹ ਕਰਦੇ ਠੀਕ। ਕਹਿੰਦਾ ਭਾਜੀ ਮੇਰੇ ਨਾਲ ਚੱਲੋ ਹੁਣੇ ਹੀ 5 ਮਿੰਟ ਦੇ ਵਿੱਚ। ਮੈਂ ਨਾਲ ਲੈ ਗਿਆ। ਘਰ ਜਾ ਕੇ ਮੈਂ ਚਾਹ ਬਣਾਈ ਉਹਦੇ ਲਈ, ਨਾਲ ਬਿਸਕਿਟ ਲਿਆਂਦੇ, ਜਿੰਨੀ ਕਿ ਸੇਵਾ ਕਰ ਸਕਦਾ ਉਹ ਕੀਤੀ। ਕਿਉਂ ਜੀ? ਮੈਂ ਉਸਤਾਦ ਜੀ ਗੱਲਾਂ ਬਾਤਾਂ ਕਰਦੇ ਉਹਨੇ ਕਿਹਾ ਜੀ ਭਾਜੀ ਮੈਨੂੰ ਸ਼ਾਗਿਰਦ ਕਰ ਲਓ। ਮੈਂ ਕਿਹਾ ਜੀ ਇੱਥੇ ਬੈਠੇ ਆ? ਕਹਿੰਦੇ ਹਾਂਜੀ ਸ਼ਾਗਿਰਦ ਕਰ ਲਓ। ਉਸਤਾਦ ਜੀ ਉਹਨੇ ਕੀ ਕੀਤਾ, ਉਹਨੇ ਭਾਈ ਰੁਪਈਆ 500 ਕੱਢ ਕੇ ਨਾ ਤੇ ਮੁੰਡੇ ਨੂੰ ਦਿੱਤਾ, ਕਹਿੰਦਾ ਜਾ ਮਠਿਆਈ ਲੈ ਕੇ ਆ। ਉਹ ਮਠਿਆਈ ਲੈ ਆਇਆ, ਉੱਥੇ ਸ਼ਾਗਿਰਦ ਹੋ ਗਿਆ। ਉਸਤਾਦ ਜੀ ਹੁਣ ਅਗਲੀ ਗੱਲ ਸੁਣਨ ਵਾਲੀ ਆ ਵੀ ਉਸ ਬੱਚੇ ਨੇ ਨਾ ਮੇਰੇ ਨੈਟ ਦੇ ਪੈਸੇ 1500 ਰੁਪਈਆ ਮੇਰੇ ਕੋਲ ਲੈ ਲਿਆ, ਸ਼ਾਗਿਰਦ ਵੀ ਹੋ ਗਿਆ। 1500 ਰੁਪਏ ਨੈਟ ਦੀ ਫੀਸ ਮੈਂ ਉਹਨੂੰ ਐਡਵਾਂਸ ਦੇ ਦਿੱਤੀ। ਥੋੜੀ ਦੇਰ ਬਾਅਦ ਉਸਤਾਦ ਜੀ ਉਹ ਬਾਹਰ ਗਿਆ, ਤੇ ਬਾਹਰੋਂ ਫਿਰ ਵਾਪਸ ਆ ਕੇ ਉਹਨੇ ਜੱਫੀ ਪਾਈ। ਉਹਨੇ ਕਿਹਾ ਉਸਤਾਦ ਜੀ ਤੁਸੀਂ ਦਿਲੋਂ ਮੈਨੂੰ ਉਸਤਾਦ ਸ਼ਾਗਿਰਦ ਮੰਨ ਲਓ, ਮੈਂ ਤੁਹਾਨੂੰ ਉਸਤਾਦ ਮੰਨ ਲਿਆ। ਮੈਂ ਕਿਹਾ ਠੀਕ ਹੈ। ਉਸਤਾਦ ਜੀ ਜਾਣ ਲੱਗਾ ਤੇ ਸਲਾਮ ਦੁਆ ਲੈ ਕੇ ਨਾ ਗੱਡੀ ਤੋਂ ਫਿਰ ਦੂਸਰੀ ਵਾਰ ਉਤਰਿਆ, ਤੇ ਕਹਿੰਦਾ ਉਸਤਾਦ ਜੀ ਇੱਕ ਛੋਟਾ ਜਿਹਾ ਕੰਮ ਕਵਾਂ, ਗੁੱਸਾ ਤਾਂ ਨਹੀਂ ਕਰੋਗੇ? ਤੁਸੀਂ ਉਸਤਾਦ ਮੇਰੇ ਮਾਂ-ਬਾਪ। ਮੈਂ ਕਿਹਾ ਹੁਕਮ। ਕਹਿੰਦਾ ਯਾਰ ਉਹ ਬਿੱਲ ਆਇਆ ਸੀ ਤਕਰੀਬਨ ਕੋਈ ਨਾ 7000 ਰੁਪਇਆ ਚਾਹੀਦਾ। ਤੇ ਮੈਂ ਕਿਹਾ ਠੀਕ ਹੈ ਤੇ ਤਾਰੋ। ਕਹਿੰਦਾ ਨਹੀਂ ਉਸਤਾਦ ਜੀ ਦੇ ਦਿਓ, ਮੈਂ ਤੁਹਾਨੂੰ ਕੱਲ ਨਾ ਇਨਸ਼ਾਅੱਲਾ ਬਣਾ ਦਾਂਗਾ। ਹੁਣ ਉਸਤਾਦ ਜੀ 500 ਰੁਪਏ ਦੀ ਮਠਿਆਈ ਆ ਗਈ ਘਰ, 1500 ਰੁਪਇਆ ਉਹ 7000 ਰੁਪਇਆ ਮੈਂ ਉਹ ਦਿੱਤਾ ਵਾ, ਤੇ ਸ਼ਾਗਿਰਦ ਨੂੰ ਅੱਜ ਤੱਕ ਨਹੀਂ ਲੱਭੇ ਕਿੱਥੇ ਗਏ ਨੇ। ਉਸਤਾਦ ਜੀ ਪਿਛਲੇ ਵੀ ਸਾਨੂੰ ਉਹ ਸ਼ਾਗਿਰਦ ਤੇ ਉੱਤਰ ਲੈਣ ਦਿਓ, ਸਾਨੂੰ ਕਿਤੇ ਕੋਈ ਹਿਸਾਬ ਹੀ ਆਉਣ ਉਹ ਸ਼ਾਗਿਰਦ ਦੀ ਗੱਲ ਹੋਣ ਰਹੀ ਹੈ ਫਰੀਦ, ਸ਼ਾਗਿਰਦ ਦੀ ਗੱਲ। ਉਸਤਾਦ ਜੀ ਆ ਹੋਟਲ ਮੈਂ ਜਿਹੜੇ ਨਹੀਂ ਰਹਿੰਦਾ ਲਾਹੌਰ, ਤੇ ਮੇਰੇ ਇੱਕ ਦੋਸਤ ਹੈਗੇ ਨੇ ਕਾਸਮ। ਹੋਟਲ ਕਹਿੰਦੇ ਉਹ ਜਿਹੜੇ ਇਮਰਾਨ ਖਾਨ ਨੇ ਨਹੀਂ ਬਣਾਏ। ਨਹੀਂ ਉਧਰ ਨਹੀਂ, ਹੋਟਲ ਦੇ ਵਿੱਚ ਯਾਰ ਕਮਰਾ ਯਾਨੀ ਕਿ ਲਿਆ ਹੁੰਦਾ ਮੈਂ ਬਕਾਇਦਾ ਹੋਟਲ ਲਾਹੌਰ ਜਾਣਾ। ਤੇ ਕਾਸਮ ਮੇਰਾ ਇੱਕ ਦੋਸਤ ਹੈਗਾ, ਤੇ ਉਸਤਾਦ ਜੀ ਉਹ ਮੁੰਡਾ ਇੱਕ ਲਿਆ ਆਇਆ, ਕਹਿੰਦਾ ਹਾਸਿਲ ਭਾਈ ਉਹਨੂੰ ਬੜਾ ਸ਼ੌਕ, ਤੇ ਉਹ ਵੀ ਮੈਨੂੰ ਮਾਈ ਬਾਪ ਵੱਡੇ ਇਹ ਉਹ ਹੱਥ ਚੁੰਮੇ ਪੈਰਾਂ 'ਚ ਇੰਝ ਕਰਕੇ ਮੈਂ ਉਹਨੂੰ ਚੁੱਕਾਂ। ਉਹ ਯਾਰ ਉਹਦੇ ਤੇ ਨਹੀਂ, ਕਹਿੰਦਾ ਮੈਂ ਐਕਟਰ ਬਣਨਾ ਹੈ। ਛੇ ਯਾਰ ਕੈਸੀ ਬਗੈਰਤੀ ਹੈ। ਕਹਿੰਦਾ ਮੈਂ ਲਾਹੌਰ ਹੋਟਲ 'ਚ ਤੇ ਮੇਰਾ ਦੋਸਤ ਮੁੰਡਾ ਇੱਕ ਲੈ ਆਇਆ।
ਉਸਤਾਦ ਜੀ ਕਹਿੰਦਾ ਸ਼ਾਗਿਰਦ ਨੂੰ ਕਰ। ਮੈਂ ਉਹਨੂੰ ਕਿਹਾ ਹਾਲਾਂਕਿ ਸਾਰੀ ਦੁਨੀਆ ਆਓ ਭਾਈ ਦੋਸਤ ਲੈਂਦੀ ਕੋਈ ਯਾਰ ਲਿਆਂਦਾ ਕੋਈ ਚਲੋ ਹੁਣ ਮੈਂ ਨਾ ਫੈਸਲਾ ਲਾਵਾਂ। ਉਹਨੂੰ ਮੈਂ ਕਿਹਾ ਪਹਿਲਾਂ ਬਗੈਰਾ ਤੇ ਜਿਹੜਾ ਹੋਟਲ 'ਚ ਠਹਿਰਿਆ ਤੇ ਇਹਦਾ ਦੋਸਤ ਇੱਕ ਮੁੰਡਾ ਲੈ ਆ। ਅੱਛਾ ਉਸਤਾਦ ਜੀ ਹੁਣ ਕਹਿੰਦਾ ਫੈਸਲ ਭਾਈ ਯਾਰ ਮੇਰੇ ਮਗਰ ਪਿਆ ਵਾ ਤੇ ਯਾਰ ਘਰ ਯਾਰ ਕੁਛ ਨਹੀਂ। ਮੈਂ ਉਹਨੂੰ ਕਿਹਾ ਯਾਰ ਮੈਂ ਆਪ ਯਾਰ ਜੇ ਸ਼ਾਗਿਰਦ ਹੈਗਾ ਮੈਂ ਨਹੀਂ ਸ਼ਾਗਿਰਦ ਸ਼ੁਗਰਦ ਕਰਨਾ। ਉਹ ਕਹਿੰਦਾ ਯਾਰ ਉਹ ਹੁਣ ਉਹ ਰੋਣ ਲੱਗ ਪਿਆ, ਟੱਕਰਾਂ ਮਾਰਨ ਤੇ ਆ ਗਿਆ। ਹੁਣ ਮੈਂ ਕਿਹਾ ਯਾਰ ਇੱਕ ਮਿੰਟ ਸਬਰ ਕਰ, ਕੁਛ ਕਰਕੇ ਵਿਖਾ, ਜੁਗਤਾਂ ਸ਼ਗਤਾਂ ਆਉਂਦੀਆਂ? ਉਹ ਕਹਿੰਦਾ ਹਾਂਜੀ ਆਉਂਦੀਆਂ ਨੇ। ਮੈਂ ਕਿਹਾ ਜੁਗਤਾਂ ਕਰ। ਕਹਿੰਦਾ ਨਹੀਂ ਉਸਤਾਦ ਜੀ ਮਾਈ ਬਾਪ ਮੈਂ ਨਹੀਂ ਤੁਹਾਨੂੰ ਕਰਨੀਆਂ, ਤੁਸੀਂ ਬਜ਼ੁਰਗ ਇਹ ਉਹ ਤੁਹਾਨੂੰ ਜਦੋਂ ਅਸੀਂ ਵੇਖਿਆ ਸੀ ਮਾਈ ਬਾਪ ਮੰਨ ਲਿਆ ਸੀ ਤੁਹਾਨੂੰ। ਮੈਂ ਕਿਹਾ ਯਾਰ ਇੰਜ ਤੇ ਨਹੀਂ ਜੁਗਤਾਂ ਕਰ। ਕਹਿੰਦਾ ਨਹੀਂ ਮਾਈ ਬਾਪ ਮੈਂ ਨਹੀਂ। ਮੈਂ ਕਿਹਾ ਯਾਰ ਇੰਜ ਤੇ ਨਹੀਂ ਹੁੰਦਾ ਯਾਰ, ਜੁਗਤਾਂ ਕਰਨੀਆਂ ਬਣੀਆਂ। ਕਹਿੰਦਾ ਕੁੱਤੇ ਦੇ ਮੂੰਹ ਦੀ ਬੋਕਰ ਆਈ ਹੁੰਦੀ ਆਦਰਾਂ ਨੂੰ ਪਹਿਲੀ ਜੁਗਤ ਕੀਤੀ ਉਹਨੇ। ਠੀਕ ਹੈ। ਉਹ ਹੋਰ ਉਹਨੇ ਨਾ 3-4 ਸਟੇਜ ਵਾਲੀਆਂ ਕੀਤੀਆਂ ਆਹੋ ਤੇ ਮੈਨੂੰ ਉਹਨੇ ਖਲੋ ਕੇ ਨਾ ਆਪਣੇ ਯਾਰ ਨੂੰ ਕਿਹਾ ਉਸਤਾਦ ਦੀ ਬੁੱਢੀ ਇੱਕ ਵਾਰੀ ਆ ਜਾਂਦੀ। ਇਹਨੇ ਕਹਾ ਓਏ ਬਸ ਆ ਗਈ ਤੇਰੇ ਨਾਲ। ਐਨਕਾਂ ਵਾਲੀ ਕੀਤੀ ਨਾ, ਮੇਰੇ ਨਾਲ ਟੁੱਟ ਗਈ। ਐਨਕ ਟੁੱਟ ਗਈ ਜਿਹੜੀ ਕੀਤੀ ਉਹਨੇ ਦੋ ਹੋਰ ਕੀਤੀਆਂ ਤੇ ਮੈਂ ਕਿਹਾ ਉਹਨੇ ਉਸਤਾਦ ਤੇ ਆ ਥੱਪੜ ਲਈ ਅੱਟ ਵੀ ਕੀਤੀ ਆ। ਠੀਕ ਉਹਨੇ ਕਿਹਾ ਸੱਚ ਮੈਂ ਤੁਹਾਡੇ ਥੱਪੜ ਮਾਰੂੰਗਾ, ਤੁਸੀਂ ਨਾ ਇੰਜ ਕਰਨਾ। ਉਸਤਾਦ ਦੇ ਜਿਹੜੇ ਬਚ ਗਏ। ਠੀਕ ਸਾਜੀ ਉਹਨੇ ਮੈਨੂੰ ਸਾਰੀਆਂ ਗੱਦੀਆਂ ਗੱਲਾਂ ਦਿੱਤੀਆਂ ਤੇ ਉਸਤਾਦ ਵੀ ਕਰਨ ਲਿਆ ਕਰੈਕਟਰ। ਹਲੇ ਬਾਈ ਬਾਪ ਤੇ ਉਹ ਮੈਂ ਦੱਸਣ ਲੱਗਾ ਸੌਰੀ ਜਿਹੜੀ ਤੁਹਾਡੀ ਗੱਲ ਮੁੱਕ ਗਈ। ਨਹੀਂ ਅੱਛਾ ਮੁੱਕ ਗਈ ਆ ਯਾਰ। ਨਹੀਂ ਮੁਖੀ ਨਹੀਂ ਹੈ ਯਾਰ, ਅੱਗੋਂ ਵੇਖ ਨਾ ਪੂਰਾ ਜਿਹੜਾ ਐਗਰੋ ਸਿਸਟਮ ਹੋਇਆ ਉਸਤਾਦ ਜੀ ਉਹ ਆ ਕੇ ਨਾ ਹੁਣ ਮੈਂ ਹੁਣ ਬੈਠਾ ਉਸਤਾਦ ਮੈਨੂੰ ਕੁੱਟਣ ਲੱਗ ਪਿਆ। ਮੈਂ ਕਿਹਾ ਬੇਟਾ ਮੈਨੂੰ ਕੁੱਟਵਾਉਣ ਦੀ ਆਦਤ ਨਹੀਂ। ਮੈਂ ਕਹਿੰਦਾ ਮਾਈ ਬਾਪ ਕੁੱਟਣਾ ਇਹ ਉਹ ਫਲਾ। ਹੁਣ ਮੇਰੇ ਦਿਲ 'ਚ ਯਕਦਮ ਖਿਆਲ ਆਇਆ ਕਿ ਯਾਰ ਮੈਂ ਵੀ ਆਪਣੇ ਉਸਤਾਦ ਨੂੰ ਕੁੱਟਣ ਡਿਆ ਸੀ। ਇਹ ਵੀ ਮੁੰਡਾ ਜ਼ਬਰਦਸਤੀ ਕਹਿੰਦਾ ਮੈਨੂੰ ਨਹੀਂ ਉਸਤਾਦ ਜੀ ਤੁਸੀਂ ਰੋਕਣਾ, ਮੈਂ ਕੁੱਟਣਾ ਨੱਪਣਾ ਇਹ ਉਹ। ਮੈਂ ਕਿਹਾ ਠੀਕ ਹੋ ਗਿਆ। ਤੇ ਮੈਂ ਕਿਹਾ ਰਹਿੰਦਾ ਕਿੱਥੇ? ਕਹਿੰਦਾ ਇੱਥੇ ਲక్ష్ਮੀ ਚੌਂਕ ਹੀ ਰਹਿੰਦੇ ਹਾਂ ਅਸੀਂ। ਕੋਈ ਨਹੀਂ ਲੇਕਿਨ ਮਾਈ ਬਾਪ ਅੱਜ ਤੋਂ ਬਾਅਦ ਤੁਹਾਡੇ ਨਾਲ ਹੀ ਬਾਈ ਬਾਪ ਤੁਹਾਡੇ ਤੇ ਕਹਿੰਦਾ ਤੇ ਮੈਂ ਹੁਣ ਕੀ ਹੋਇਆ ਫਰੀਦ ਸਾਹਿਬ ਰਾਤ ਮੈਂ ਸੋ ਗਿਆ 2:30 ਦਾ ਟਾਈਮ। ਸਵੇਰੇ ਮੈਂ ਉੱਠਿਆ ਤੇ ਮੁੰਡਾ ਨਹੀਂ ਹੈਗਾ। ਪਾ ਗਿਆ ਜੁੱਤੀ ਨਹੀਂ ਹੈ। ਨਹੀਂ ਜੁੱਤੀ ਜੱਤੀ ਨਹੀਂ ਪਾ ਗਿਆ, ਮੁੰਡਾ ਨਹੀਂ ਹੈਗਾ। ਅਗਲੇ ਦਿਨ ਮੈਂ ਆਇਆ ਵਾਂ ਤੇ ਮੁੰਡਾ ਨਹੀਂ, ਅਗਲੇ ਦਿਨ ਵੀ ਨਹੀਂ ਆਇਆ। ਸਵੇਰੇ ਮੈਨੂੰ ਹੋਟਲ ਵਾਲੇ ਕਹਿੰਦੇ ਯਾਰ ਨਾਲ ਦਾ ਕਮਰਾ ਵੀ ਫੈਸਲ ਸਾਹਿਬ ਤੁਹਾਡਾ ਹੈ। ਮੈਂ ਕਿਹਾ ਮੇਰਾ ਕਿੱਥੇ ਹੈ? ਕਹਿੰਦੇ ਯਾਰ ਉਹ ਤੁਹਾਡਾ ਸ਼ਾਗਿਰਦ ਨੇ ਉਹਨੇ ਲਿਆ ਹੋਇਆ ਇਸ ਵਾਲਾ ਕਮਰਾ। ਉਸਤਾਦ ਪੱਕੇ ਹੋ ਮੈਂ ਕਿਹਾ ਤੇ ਮੈਂ ਕਿਹਾ ਹੁਣ ਉਹ ਕਿੱਥੋਂ ਬੁਲਾ ਦੇਣਾ। ਠੀਕ ਹੈ ਉਹ ਆਇਆ ਕਮਰਾ ਜੀ ਆਈ। ਮੈਂ ਕਿਹਾ ਤੂੰ ਮੈਨੂੰ ਤਾਂ ਦੱਸ ਤੂੰ ਉਧਰ ਕਮਰਾ ਲਿਆ ਹੁੰਦਾ ਉਸਾਈ, ਮੈਨੂੰ ਨਹੀਂ ਕਿਸੇ ਦੇ ਨਾਲ ਨੀਂਦ ਆਉਂਦੀ। ਤੇ ਉਹ ਪੈਸੇ ਕਿੰਨੇ ਦੇ? ਆਹ ਏਸੀ ਤੋਂ ਬਗੈਰ ਵਾਲੇ 'ਚ ਪਿਆ, ਉਹਨੇ ਨਾਲ ਦਾ ਏਸੀ ਵਾਲਾ ਲੈ ਲਿਆ। ਉਹ ਪੈਸੇ ਅੱਧੇ ਮੈਂ ਦਿੱਤੇ ਤੇ ਅੱਧੇ ਉਹ ਕਾਸਮ ਨੇ ਦਿੱਤੇ। ਮੈਂ ਕਿਹਾ ਤੂੰ ਲੈ ਜਾ। ਤੇ ਆਲਾ ਉਹ ਮੈਂ ਗੱਲ ਕਰਨੀ ਸੀ ਉਹ ਨਾਮ ਮੈਂ ਦੱਸ ਦੇਣਾ ਵਾ। ਪੈਸੇ ਮੇਰੇ ਦੇ ਜਾ ਪਈ ਮੈਂ ਤੈਨੂੰ ਦੱਸ ਦਿੱਤਾ ਵਾ ਕਿਉਂਕਿ ਮੈਂ ਨਾ ਸ਼ਾਗਿਰਦ ਓਏ ਯਾਰ ਸ਼ਾਗਿਰਦ ਆ ਯਾਰ। ਇਸ ਹਿਸਾਬ ਤੇ ਸ਼ਾਗਿਰਦ ਅੱਲਾ ਮੈਂ ਸ਼ਾਗਿਰਦਾਂ ਤੁਸੀਂ ਆਨਾ ਨਹੀਂ ਛੱਡਦੇ। ਅੱਲਾ ਦੇ ਬੰਦਿਆ ਤੇਰੇ ਕੋਲ ਸਿਰਫ 7 ਲੈ ਗਿਆ, ਇੱਥੇ ਲੱਖਾਂ ਲੈ ਗਏ ਤੇ ਪੈਸੇ ਵੀ ਨਾਲ ਪਏ। ਇਹ ਨਾਲ ਪਏ। ਉਸਤਾਦ ਜੀ ਤੁਹਾਡੇ ਕੋਲ ਤੈਨੂੰ ਕੋਈ ਖਰਾਬ ਮਸ਼ੀਨ ਦੇ ਕੇ ਗਿਆ 10,000 ਦੀ। ਮੇਰਾ ਸ਼ਾਗਿਰਦ ਇਹ 'ਚ ਕਿਹੜੀ ਗੱਲ ਆ? ਕੋਈ ਨਾ ਸਾਜੀ ਇੱਕ 7,000 ਜਾਨ ਛੁੱਟੀ ਲੱਖੋਂ ਪਾਈ। ਨਹੀਂ ਬਾਹਰ ਜਿੱਥੇ ਵੀ ਆਵੇ ਮੈਂ ਪਹੁੰਚਾਂਗਾ। ਮੈਂ ਵੀ ਚੀਮਾ ਨਹੀਂ ਨਾ ਉਸਤਾਦ ਸ਼ਫਕਤ ਦਾ ਦੂਸਰਾ ਨਾਮ ਅਮਾਨਤ ਅਲੀ ਹੈ। ਸ਼ਫਕਤ ਦਾ ਦੂਜਾ ਨਾ ਚੀਮਾ ਵੀ ਉਸਤਾਦ ਜੀ। ਹਾਂ ਨਹੀਂ ਉਸਤਾਦ ਜੀ ਤੁਸੀਂ ਉਸਤਾਦ ਹੈਗੇ ਹੋ, ਤੁਸੀਂ ਥੱਕੇ ਜੇ ਉਸਤਾਦ। ਤੁਸੀਂ ਸ਼ਾਗਿਰਦਾਂ ਦੀ ਗੱਲ 'ਚ ਆ ਜਾਂਦੇ। ਅਸੀਂ ਹੈਗੇ ਉਸਤਾਦ ਜੈਨੂਅਨ। ਤੂੰ ਸ਼ਾਗਿਰਦ ਦੀ ਗੱਲ 'ਚ ਨਹੀਂ ਆਇਆ ਵੀ 7,000 ਵੀ ਦੇ ਦਿੱਤਾ ਉਹਨੂੰ? ਉਹ ਤੇ ਮੈਂ ਹੁਣ ਮਜਬੂਰੀ ਵੇਖ ਕੇ ਲੇਕਿਨ ਮੈਨੂੰ ਲੈਣਾ ਵੀ ਤੇ ਹੈ ਨਾ, ਰਗਾ 'ਚ ਅੰਗੂਠਾ ਦੇ ਕੇ ਲਿਆਂਗੇ ਅਸੀਂ। ਸ਼ਾਗਿਰਦ ਨਹੀਂ ਕਰਨੇ, ਸ਼ਾਗਿਰਦ ਨਹੀਂ। ਹਾਂ ਸ਼ਾਗਿਰਦ ਨਹੀਂ ਕਰਨੇ ਬਸ ਐਡਾ 7 ਸਾਲ ਤੁਸੀਂ ਤਾਂ ਲੈ ਲਈ ਭਾਈ ਸ਼ਾਗਿਰਦ ਨਾ ਕਰੋ ਕਦੇ। ਯਾਰ ਅੱਛਾ ਆਪੇ ਹੀ ਮੇਰਾ ਸ਼ਾਗਿਰਦ ਹੋ ਗਏ 2 ਸਾਲ ਬਾਅਦ ਆਪੇ ਕਹਿ ਰਿਹਾ ਮੈਂ ਉਸਤਾਦ ਕੋਲ ਨਸੀਹਤ ਲੈ ਲਈ, ਸ਼ਾਗਿਰਦ ਨਹੀਂ ਕਰਨਾ ਕਦੇ ਆਪੇ ਹੀ। ਉਹਨੇ ਕਿਹਾ ਕਿਉਂ? ਕਹਿੰਦਾ ਤੇ ਮੇਰੇ ਨਾਲ ਵੇਖ ਲਓ ਸ਼ਾਗਿਰਦ ਨਹੀਂ ਕਰਨਾ। ਨਹੀਂ ਸਾਜੀ ਆ ਤੁਸੀਂ ਕੀ ਪਿੱਛੇ ਜਿਹੇ ਗੱਪੀ ਆ ਜਿਹੜੇ ਤੁਸੀਂ ਕਿਹਾ ਜੀ ਗਾਣੇ ਗੁਣੇ ਲਾ ਦੇ ਕੋਈ ਮੇਰਾ ਸ਼ਾਗਿਰਦ ਨਹੀਂ। ਇਹ ਕੀ ਉਹ ਗੱਲ ਯਾਰ ਉਹ ਇੱਥੇ ਬੈਠੇ ਸੀ ਸਾਰੇ, ਮੈਰ ਵੀ ਬੈਠਾ ਸੀ। ਆਹੋ ਸਮਝ ਆਈ ਨਾ ਗੱਲ ਦੀ? ਤੇ ਉਹ ਕਿਤੇ ਕੋਈ ਗੱਲ ਹੋਰ ਸੀ। ਅੱਛਾ ਅੱਲਾ ਮਾਫੀ ਇਹ ਗਾਣਿਆਂ ਗੁਣਿਆਂ ਦੇ ਨਾਲ ਨਹੀਂ ਹੁੰਦਾ ਬੰਦਾ। ਹੋਰ ਕਦੇ ਨਾ ਹੁੰਦਾ। ਇੱਥੋਂ ਹੁੰਦਾ ਇੱਥੋਂ। ਮਕਾਨਾਂ ਨਾਲ ਹੁੰਦਾ ਹੀ। ਉਹ ਚੱਲ ਮਕਾਨਾਂ ਨਾਲ ਉਹ ਨਹੀਂ ਹੁੰਦਾ। ਉਹ ਯਾਰ ਫੈਸਲ ਸਾਹਿਬ ਉਹ ਯਾਰ ਕੀ ਯਾਰ ਆ ਡਿਸਕਸ਼ਨਾਂ ਛੇੜਿਆ ਕਰੋ ਯਾਰ ਸ਼ੋਅ ਦੇ ਦੌਰਾਨ। ਡਰੋਇੰਗ ਸ਼ੋਅ ਕਿਉਂ ਇਹ ਛੇੜਦੇ? ਬੜੀ ਅੱਛੀ ਗੱਲ ਹੈ, ਬਹੁਤ ਅੱਛੀ ਗੱਲ। ਡਰੋਨਿੰਗ ਸ਼ੋ।
ਪੰਜ ਫੈਸਲੇ ਬੜੀ ਅੱਛੀ ਗੱਲ ਕੀਤੀ ਤੁਸੀਂ ਜੈਨੂਨ ਗੱਲ ਆ ਦੌਰਾਨੇ ਹੀ ਕਹਦੇ ਆਹੋ ਦੌਰਾਨੇ ਸ਼ੋ ਨਾ ਹੋ ਜੀਆਂ ਡਿਸਕਸਾਂ ਕਰਿਆ ਕਰੋ ਜੀ ਫਲਾਣਾ ਏਸੀ ਲੈ ਕੇ ਤੇ ਫਲਾਣਾ ਮਸ਼ੀਨ ਦੇ ਕੇ ਤੇ ਫਲਾਣੇ ਨੇ ਕੁੱਤੇ ਦਾ ਨਹੀਂ, ਫਲਾਣਾ ਕਰ ਬਣਦਾ ਲਿਆ ਹੀ ਇਹ ਬਣਦੀ ਨਹੀਂ ਗੱਲਾਂ ਯਾਰ ਐਡਮਾ ਨਹੀਂ ਯਾਰ ਆਹੋ ਅੱਛਾ ਉਹਨੇ ਅਸਲ 'ਚ ਇਹ ਗੱਲ ਕਹਿਣੀ ਸੀ ਤੈਨੂੰ ਦੇ ਨਾਲ ਐਵੇਂ ਜੁੜ ਆਹ ਨਹੀਂ, ਮੇਲ ਪੰਚ ਦੀ ਕੁੱਤੇ ਵਾਲੀ ਗੱਲ ਸੀ। ਨਹੀਂ ਸਹੀ ਗੱਲ ਹੈ ਬਿਲਕੁਲ ਸਹੀ ਗੱਲ ਕੀਤੀ ਪਰ ਯਾਰ ਇਹ ਸਹੀ ਗੱਲ ਲਈ ਐਕਟ ਲੈ ਉਹ ਤੇਰੇ ਕੱਟਣੀਆਂ ਸੀ ਜਿਹੜੀਆਂ ਉਹਨੇ ਕੀਤੀਆਂ ਕੁੱਤੇ ਤੋਂ ਪਹਿਲੇ ਉਹ ਕੱਟੀਆਂ ਨਹੀਂ ਐਕਟਿਵ ਬਹਿ ਤੂੰ ਹੈ ਡਾਇਰੈਕਟਰ ਨੂੰ ਮੰਨ ਨਹੀਂ ਰਿਹਾ ਫਰੀਦ ਅੱਜ ਕਿਤੇ ਠੀਕ ਵੀ ਸਹੀ ਲਿਖਿਆ ਜਾਂਦਾ ਪਤਾ ਕੀ ਹੈ ਕੋਈ ਗੱਲ ਨੀ। ਅੱਛਾ ਆਸ਼ਰਫ ਤੋਂ ਸਹੀ ਤੁਸੀਂ ਭਾਜੀ ਉਹ ਯਾਰ ਲਾਨਤ ਭੇਜ ਦੇ ਛੱਡ ਦੇ ਆਸ਼ਰਫ ਸੋਰੀ ਯਾਰ ਉਹ ਲਾਨਤ ਇਹ ਹੁੰਦੀ ਚੈਰੀ ਜਿਹੜੀ ਤੂੰ ਕੱਲ ਪੁੱਛ ਰਿਹਾ ਸੀ ਚੈਰੀ ਕਿਹਨੂੰ ਕਹਿੰਦੇ ਇਹ ਵੀ ਪੁੱਛੋ ਖੈਰ ਜੀ ਆਈ ਕਿਸ ਤਰ੍ਹਾਂ ਹੈ ਇਹ ਪੁੱਤਰ ਤੁਹਾਡਾ ਲੈ ਕੇ ਆਇਆ ਕਿ ਆਪਣੇ ਅੱਛਾ ਉਸਤਾਦ ਦਾ ਖੂਨ ਵਧੇਗਾ ਮੂੰਹ ਪੂਰਾ ਚਲੋ ਉਹਦੀਆਂ ਲੈਣਾ ਸੀ ਉਹਦੀਆਂ ਲੈਣਾ ਭਾਜੀ ਇੱਥੇ ਕੰਧ ਕਰਦੇ ਹੋ ਕਨਾਤ ਲਾ ਕੇ ਕਰ ਲਈਏ ਤੇ ਆਪਣਾ ਕੋਈ ਸੈਟਅਪ ਬਣਾ ਲਈਏ ਤੁਸੀਂ ਇਹ ਕੰਧੀ ਆ ਮਿੱਠੇ ਹੈ ਇੱਥੋਂ ਨਹੀਂ ਜਿਹੜੀ ਕੰਧ ਹੁੰਦੀ ਹੈ ਕੰਧੀ ਆ ਤੁਹਾਡੇ ਦੋਵਾਂ ਨੂੰ ਉਹ ਵੱਡੇ ਮੰਚ ਤੋਂ ਆਇਆ ਵਾ ਤੁਸੀਂ ਉਹਦੀ ਗੱਲ ਨਹੀਂ ਸੁਣੀ ਆ ਤਾਂ ਕਨਾਲ ਲਾ ਕੇ ਵੱਡੇ ਮੰਚ ਤੋਂ ਆਇਆ ਅੱਛਾ, ਇੱਕ ਮਿੰਟ। ਤੁਹਾਨੂੰ ਨਹੀਂ ਦਿੱਤਾ ਇਹਦੇ ਉੱਤੇ ਲਾਈਨ ਚੜਾਉਂਦਾ ਇਹ ਕੱਟਦੀ ਯਾਰ ਜਿਹੜੀ ਲਾਈਨ ਉੱਤੇ ਚੜੇ ਯਾਰ ਸ਼ਰਾਜ਼ ਮਿਹਰਬਾਨੀ ਯਾਰ ਉੱਤੇ ਇੱਥੇ ਆਉਣ। ਬੋਲ ਰਹੇ ਤੇ ਕਟਾਉਣ ਡਿਆ ਉੱਥੇ ਬੋਲਦਾ ਨਹੀਂ ਅੱਛਾ ਤੁਸੀਂ ਮੇਰੀ ਜਾਨ ਸੇਵਾ ਮੈਂ ਉਸਤਾਦ ਦੀ ਚੈਰੀ ਲੈ ਗਏ ਆ ਕੱਲ ਬਲੋਗ ਲੈ ਗਏ ਆ ਉਹ ਜਿਹੜੇ ਉਹ ਜਾਮਣ ਲੈ ਗਏ ਆ ਉਸਤਾਦਾਂ ਦੀ ਖਿਦਮਤਾਂ ਕੀਤੀਆਂ ਨੇ ਇਹ ਅੱਜ ਡੱਬਾ ਨਵਾਂ ਲਿਆਂਦਾ ਤੁਹਾਡੀ ਚੈਰੀ ਯਕੀਨ ਮੰਨ ਫਰੀ ਤੋਂ ਦੇਖਣਾ ਸੀਗਾ ਉਹ ਕੁੜੀ ਮਿਲੀ ਕਿਤੇ ਫੇਕ ਲੈ ਕੇ ਆਇਆ ਏਦਾਂ ਮਾੜਾ ਡੱਬਾ ਲੈ ਕੇ ਆਈਦਾ ਯਾਰ ਕਦ ਲਈ ਖੂਨ ਬਣਾ ਰਹੇ ਉਸਤਾਦ ਉਸਤਾਦ ਦਾ ਖੂਨ ਬਣਨਾ ਚਾਹੀਦਾ ਉਸਤਾਦ ਦਾ ਚੂਸਿਆ ਵੀ ਤੁਸੀਂ ਕਿਉਂ ਚੂਸਿਆ ਕਿ ਮੈਂ ਕੀ ਡੈਂਗੀ ਹੈ ਮਰੇ ਮੈਂ ਕਿਤੇ ਚੂਸਣਾ ਦੇਖੋ ਜੀ ਯਾਰ ਤੁਸੀਂ ਆਏ ਦਿਨ ਫਟੀਕ ਆਏ ਦਿਨ ਮੈਂ ਉਸਤਾਦ ਜੀ 35000 ਦਾ ਕੁੱਤਾ ਤੁਹਾਨੂੰ ਮੈਂ ਇੰਨੇ ਦਾ ਦੇ ਦਿੰਦਾ। ਇਹ ਖੂਨ ਚੂਸਣਾ ਹੀ ਪਿਆ ਵਾ ਯਾਰ ਇਦਾਂ ਨਹੀਂ ਐਸੀ ਕੋਈ ਬਾਤ ਨਹੀਂ ਉਸਤਾਦ ਜੀ ਜਿਹੜੇ ਨੇ ਨਾ ਉਹ ਸਿਰਫ ਮੁਹੱਬਤ ਕਰਦੇ ਇਹ ਵੀ ਗੱਲਾਂ ਜਿਹੜੀਆਂ ਬੇਮੈਨੀ ਆ ਬਾਕੀ ਆ 30 35 40 50,000 ਰੁਪਏ ਦੀ ਉਸਤਾਦ ਇਹਨਾਂ ਚੀਜ਼ਾਂ ਦੀ ਔਕਾਤ ਨਹੀਂ ਨਹੀਂ ਸਮਝਦਾ ਯਾਰ ਮੇਰੇ ਨਾਲ ਅਲਹਮਦੁਲਿਲਾ ਮੇਰੇ ਨਾਲ ਕਦੇ ਜ਼ਿੰਦਗੀ 'ਚ ਨਾ ਫਰਾਡ ਹੋ ਸਕਦਾ ਈ, ਨਾ ਧੋਖਾ ਹੋ ਸਕਦਾ ਈ। ਕਿਉਂ ਮੈਂ ਆਪਣੇ ਵਾਲਿਦਾਂ ਦੀਆਂ ਖਿਦਮਤਾਂ ਕੀਤੀਆਂ ਅੱਛਾ ਜੀ ਅਸੀਂ ਤਾਂ 100 ਦੁਰਰਾ ਮਾਰ ਕੇ ਆਉਂਦੇ ਹਨ ਬਾਲ ਸਾਹਿਬ ਯਾਰ ਐਕਸਟਰਾ ਲੈਂਡ ਸੀ ਮਿੱਠੇ ਯਾਰ ਸਾਰੇ ਯਾਰ ਬਾਤ ਖੁਦਾ ਦੇ ਕਰਦੇ ਨਾਲ ਉਹਨੇ ਯਾਰ। ਗੱਲ ਕਰਤੀ ਉਹਦਾ ਲਾਫਟਰ ਆਣ ਦੇ ਉਹ ਲਾਫਟਰ ਕਹਦਾ ਲਾਫਟਰ ਆ ਹਾਂ। ਮੈਂ ਗੱਲ ਕੀਤੀ ਪ੍ਰੀਤ ਤੂੰ ਯਕੀਨ ਕਰ ਅੱਜ ਵੀ ਮੇਰੇ ਘਰ ਦੀ ਸੇਫ ਅਲਮਾਰੀ ਖੋਲੋਗੇ ਨਾ ਅੱਬੂ ਉਦੋਂ ਹੀ ਖੜੇ ਤੇ ਅੱਬੂ ਦਾ ਥੋੜਾ ਹੱਥ ਇੰਜ ਹੋ ਗਿਆ ਅੱਬੂ ਮੰਗਾ ਕਿ ਜੀ ਪੁੱਤਰ ਮੈਨੂੰ ਐ ਦੇ ਕਿਉਂ ਕਰਦੇ ਮੇਰੇ ਘਰ ਦੀ ਸੇਫ ਅਲਮਾਰੀ ਤੁਸੀਂ ਖੋਲੋਗੇ ਨਾ ਅੱਗੋਂ ਫਿਰ ਉਹ ਬਵਾਸ ਵਾਲੀ ਗੱਲ ਗਲੀ ਸ਼ੁਰੂ ਹੋਈ ਅੱਗੋਂ ਗਲੀ ਸ਼ੁਰੂ ਹੋ ਜਾਂਦੀ ਅੱਛਾ ਸੇਫ ਅਲਮਾਰੀ ਖੋਲੀ ਯਾਰ ਪਲੀਜ਼ ਰਹਿਣ ਦਿਓ ਉਹਦੀ ਇੱਕ ਲਾਈਨ ਰਹਿੰਦੀ ਆ ਯਾਰ ਖਾਸਾਂ ਦੀ ਗੱਲ ਆਮ ਅੱਗੇ ਕਰਨੀ ਕਰਨੀ ਚਾਹੀਦੀ ਸੇਫ ਅਲਮਾਰੀ ਖੋਲੋ ਨਾ ਤਾਂ ਜਿਹੜਾ ਬੰਦਾ ਲੁਕਿਆ ਹੁੰਦਾ ਉਹ ਫੜਿਆ ਜਾਂਦਾ ਤੂੰ ਮੈਨੂੰ ਦੱਸ ਇਹਨੂੰ ਅੱਛਾ। ਛੱਡ ਲਾ ਸਾਜੀ ਦੀ ਵੀ ਇੱਕ ਗੱਲ ਚੱਲ ਯਾਰ ਮੈਂ ਨਹੀਂ ਬੋਲਾਂਗਾ ਮੈਂ ਤੇਰੀ ਪੂਰੀ ਗੱਲ ਸੁਣਾਂਗਾ ਉਸਤਾਦ ਜੀ ਖਿਦਮਤਾਂ ਕੀਤੀਆਂ ਨੇ ਵੱਡਿਆਂ ਦੀਆਂ ਦੁਆਵਾਂ ਲਈਆਂ ਨੇ ਕੀਤੀ ਮੇਰੇ ਘਰ ਦੀ ਅੱਜ ਸੇਫ ਅਲਮਾਰੀ ਤੁਸੀਂ ਖੋਲ ਕੇ ਦੇਖ ਲਓ ਚੁੱਪ ਰਹਿਣਾ ਨਾ ਕਰੇਗਾ ਕੋ ਉਸਤਾਦ ਜੀ ਮੇਰੇ ਸਾਜੀ ਦਿਲ ਤੇ ਤੁਹਾਨੂੰ ਲੱਗ ਗਈ। ਉਹ ਲਤੀਫਾ ਯਾਦ ਆਉਂਦਾ ਨਾ ਜਿਹੜੇ ਕੁੱਕੜ ਦੇ ਜਾਲ ਜਿਹੜਾ ਕਹਿੰਦਾ ਪਰੇ ਹੋ ਮੈਨੂੰ ਜਾਣਦੇ ਫਿਰ ਕਹਿੰਦਾ ਤੂੰ ਕਿੱਧਰ ਆ ਕਹਿੰਦਾ ਮੈਂ ਕੁੱਕੜ ਦੀ ਜਾਨ ਲੈਣੀ ਕਹਿੰਦਾ ਮੈਂ ਅੱਜ ਕਰਨਾ ਹੀ ਨਹੀਂ ਹੈਗਾ ਕਹਿੰਦਾ ਕੱਲ ਆਵਾਂਗਾ ਪਰ ਹੋ ਫਿਰ ਅੱਛਾ ਮੈਨੂੰ ਵੀ ਯਾਦ ਆ ਰਿਹਾ ਅਲਮਾਰੀ ਖੋਲਦਾ ਤੇ ਅੱਗੇ ਬੰਦਾ ਖੜਾ ਹੁੰਦਾ ਕਹਿੰਦਾ ਤੂੰ ਕਿੱਧਰ ਕਹਿੰਦਾ ਮੈਂ ਬੱਸ ਡਿੱਕਣ ਆਇਆ ਜੀ ਕਹਿੰਦਾ ਇੱਥੇ ਕਿਹੜੀ ਬੱਸ ਹੋਣੀ ਕਹਿੰਦਾ ਉਹਦੀਆਂ ਤੁਸੀਂ ਇੰਨੀਆਂ ਮੱਲੀਆਂ ਕਿ ਮੇਰੀ ਵੀ ਮਾਰ ਦੇ ਮੈਂ ਤਾਂ ਸਲਾਮਾ ਥੋੜਾ ਐਡਿਟ ਕਰਕੇ ਜ਼ਰਾ ਉਹ ਪਹਿਲੇ ਬੁੱਢੀ ਨੂੰ ਪੁੱਛਦਾ ਆਪਣੇ ਨੂੰ ਇਹ ਜੁੱਤੀ ਕਿਹਦੀ ਪਈ ਹੈ ਮਰਦਾਨਾ ਇਹ ਕਹਿੰਦੀ ਮੈਂ ਨਾ ਉਹ ਉਧਰ ਮਾਮੂ ਵੱਲ ਗਈ ਸਾਂ ਕੱਪੜੇ ਧੋਣ ਤੇ ਉਹ ਮੁੰਡਾ ਨਾ ਵਾਪਸ ਮੈਨੂੰ ਛੱਡਣ ਆਇਆ ਤੇ ਉਹ ਕੱਪੜਿਆਂ ਦੇ ਵਿੱਚ ਹੀ ਕਿਤੇ ਨਾ ਰਲ ਮਿਲ ਕੇ ਉਹ ਆ ਗਈ ਕਿਤੇ ਏਦਾਂ ਕਹਿੰਦਾ ਸਿਗਰਟਾਂ ਦੀ ਡੱਬੀ ਲੈਟਰ ਵੀ ਪਿਆ ਕਹਿੰਦੀ ਉਹ ਮਾਮੂ ਦਾ ਮੁੰਡਾ ਮੈਨੂੰ ਛੱਡਣ ਆਇਆ ਸੀ ਨਾ ਕੱਪੜੇ ਧੋਣ ਤੋਂ ਬਾਅਦ ਸੁਕਾ ਕੇ ਤੇ ਉਹ ਇੱਥੇ ਪੀਂਦਾ ਗਿਆ ਤੇ ਭੁੱਲ ਗਿਆ 8-9 ਚੀਜ਼ਾਂ ਪੁੱਛਦਾ ਤੇ ਉਹ ਇੱਥੇ ਫਿੱਕੇ ਜਵਾਬ ਤੇ ਉਹ ਫਿਰਦਾ ਤੁਰਦਾ ਨਾ ਅਲਮਾਰੀ ਖੋਲਦਾ ਤੇ ਅੱਗੇ ਬੰਦਾ ਖਲੋਤਾ ਕਹਿੰਦਾ ਤੂੰ ਕਿੱਧਰ ਕਹਿੰਦਾ ਭਾਜੀ ਮੈਂ ਬੱਸ ਦਾ ਇੰਤਜ਼ਾਰ ਕਰ ਕਹਿੰਦਾ ਇੱਥੇ ਕਿਹੜੀ ਬੱਸ ਹੋਣੀ ਫੇਰ ਉਹ ਕਹਿੰਦਾ ਉਹਦੀਆਂ ਤੁਸੀਂ ਇੰਨੀਆਂ ਮੰਨੀਆਂ ਕਿ ਮੇਰੀ
ਅੱਛਾ ਜੀ, ਸੇਫ ਅਲਮਾਰੀ ਖੋਲੋ ਤੇ ਅੱਗੇ ਉਸਤਾਦ ਜੀ ਸੇਫ ਅਲਮਾਰੀ, ਮੇਰੇ ਘਰ ਅੱਜ ਵੀ ਸੇਫ ਅਲਮਾਰੀ ਦੇ ਵਿੱਚ ਇੱਕ ਬੜੀ ਕੀਮਤੀ ਚੀਜ਼ ਪਈ ਹੈ ਯਾਰ। ਅੱਛਾ ਜੀ। ਨਾਲੇ ਮੇਰੇ ਲਈ ਉੱਥੇ ਉਸ ਘਰ 'ਚ ਸਭ ਤੋਂ ਕੀਮਤੀ ਚੀਜ਼ ਮਿੱਠੇ ਉਹ ਭਲਾ ਕੀ ਆ? ਨਿਕਾਹ ਨਾਮੇ ਦੀ ਫੋਟੋਕਾਪੀ ਹੋਣੀ। ਨਹੀਂ ਉਹ ਕਿਤੇ ਕੀਮਤੀ। ਮੈਂ ਆਪਣੇ ਵਾਲਾ ਸਾਹਿਬ ਦੇ ਪੈਰ ਧੋਤੇ ਸੀ ਤੇ ਉਹ ਪਾਣੀ ਅੱਜ ਵੀ ਮੇਰੀ ਸੇਫ ਅਲਮਾਰੀ 'ਚ ਪਿਆ। ਇਹਨੇ ਉਸ ਪਾਣੀ ਚਲ ਗਈ ਛੋਟੀਆਂ ਛੋਟੀਆਂ ਮੱਛੀਆਂ ਵਿੱਚ। ਉਸ ਪਾਣੀ ਨਹੀਂ ਨਾਲ ਉਸਤਾਦ ਜੀ ਪੂਰਾ ਮਸਲਾ ਹੈ ਉਸ ਪਾਣੀ ਨਾਲ ਗੱਡੀ ਧੋ ਲਓ। ਯਾਰ। ਉਹ ਤਬਰਕ ਸਮਝ ਕੇ ਨੇ ਰੱਖਿਆ ਨਾ ਬਾਪ ਦੇ ਪੈਰ, ਹਾਲਾਂਕਿ ਮਾਂ ਦੇ ਪੈਰ ਧੋ ਕੇ ਪੀਂਦੇ, ਉਹਨੇ ਬਾਪ ਦੇ ਪੀਤੇ ਨੇ। ਆਪਾਂ ਜੀ ਔਰ ਉਹ ਪਤਾ ਕੀ ਗੱਲ ਆ, ਉਹ ਕਿਤੇ ਬਾਹਰ ਸੀ ਬਾਰਿਸ਼, ਉਹ ਕਿਤੇ ਚਿੱਕੜ ਵਾਲੇ ਇਹਨੇ ਨਾ ਧੋ ਕੇ ਰੱਖੇ ਨੇ। ਉੱਤੇ ਪਾਣੀ ਆ, ਥੱਲੇ ਇਹਨਾਂ ਨਾਲ ਮਿੱਟੀ ਵੀ ਇਕੱਠੀ ਹੋ, ਚਿੱਕੜ ਸਾਰਾ ਥੱਲੇ ਪੈ ਗਿਆ। ਹਲਾਉਂਦੇ ਨਹੀਂ ਜਾਣ ਕੇ। ਨਹੀਂ ਹੋਇਆ ਪਤਾ ਇਹ ਹਰ 2-3 ਦਿਨ ਬਾਅਦ ਉਹਨੂੰ ਇੰਜ ਕਰਕੇ ਨਾ ਫੇਰ ਆ ਹੋਇਆ ਪਤਾ ਕੀ ਉਸਤਾਦ ਜੀ, ਇਹਨੇ ਵਾਲਦ ਆਪਣੇ ਦੇ ਪੈਰ ਧੋਤੇ ਨੇ, ਧੋ ਕੇ ਪਾਣੀ ਜਮਾ ਕੀਤਾ, ਇਹਨੇ ਮਾੜੇ ਨੇ ਘੁੱਟ ਲਾਇਆ ਤੇ ਬਹੁਤ ਬੁਰਾ ਲੱਗਿਆ। ਬੰਦ ਕਰਕੇ ਸੇਵ ਨਹੀਂ ਓਏ ਅੱਜ ਵੀ ਤੂੰ ਇੰਜ ਕਰਦਾ ਵਾ ਕੋਕਾ ਬਹੁਤਾ ਹਲਾਓ ਨਾ, ਮੇਰਾ ਚਿਕਨ ਉੱਪਰ ਆ ਜਾਣਾ। ਯਾਰ ਕਿਸੇ ਟਾਈਮ ਵੀ ਮੈਨੂੰ ਫੀਲਿੰਗ ਪਤਾ ਕੀ ਹੁੰਦੀ ਆ? ਹਾਂ ਕਿ ਯਾਰ ਮੇਰਾ ਆਪੂ ਕੁੱਜੇ ਤੇ ਬੈਠਾ ਵਾ। ਯਾਰ ਤੁਸੀਂ ਨਾਜ਼ਰੀਨ ਨਾ ਦੇਖੋ ਕਿਨੇ ਆਵੇ ਇਹ ਸ਼ੁਰੂ ਕਰਦੇ ਨਾ, ਤੁਸੀਂ ਦੇਖ ਰਹੇ ਨਾ ਪਹਿਲੇ ਪ੍ਰੋਗਰਾਮ, ਬਾਪ ਸ਼ੁਰੂ ਕਰ ਲਿਆ, ਨਹੀਂ, ਮਾਂ ਬਾਪ ਸ਼ੁਰੂ ਨਹੀਂ। ਕਰ ਲਈ, ਦਾਦਾ ਸ਼ੁਰੂ ਕਰ ਲਿਆ। ਅਦਬ ਦੀ ਗੱਲ ਕਰਨ ਹੁਣ ਅਸੀਂ ਇੱਥੇ ਬੈਠੇ ਕਾਮੇਡੀ ਕਰਨ, ਫਰੀਦ ਸਾਹਿਬ ਜੀ ਬਿਲਕੁਲ ਅਸੀਂ ਹੁਣ ਕਿੱਥੇ ਗੱਲ ਕਰਨੀ ਫਿਰ? ਸਹੀ ਗੱਲ ਹੈ। ਜਦੋਂ ਤੁਸੀਂ ਬਾਪ ਦੀ ਗੱਲ ਕਰਨੀ, ਪੈਰ ਦਾ ਪਾਣੀ ਮੈਂ ਅਲਮਾਰੀ 'ਚ ਰੱਖਿਆ, ਅਸੀਂ ਇੱਥੇ ਗੱਲ ਕਰੀਏ ਤਾਂ ਵੀ ਮਰਦੇ ਆ, ਚੁੱਪ ਰਹੀਏ ਨਹੀਂ ਤਾਂ ਵੀ ਮਰਦੇ ਨਹੀਂ ਮਰਦੇ ਉਸਤਾਦ ਨਹੀਂ ਜੀ। ਗੱਲ ਕਰੋ ਯਾਰ। ਸਾਰਿਆਂ ਨੇ ਇੱਕ ਮਿੰਟ ਠਹਿਰੋ, ਸਾਰਿਆਂ ਨੇ ਥੱਲੇ ਕਮੈਂਟਸਾਂ 'ਚ ਕਿਹਾ ਵਾ ਕਿ ਭਾਜੀ ਸਾਨੂੰ ਉਹ ਫਾਰਮੈਟ ਦਿਓ, ਗੱਲਾਂ ਜਿਹੜੀਆਂ ਇਹਦੇ ਦਾਦਾ ਪਿਓ ਵਾਲੀ ਤੇ ਕਰੋ ਉਹਦੇ ਤੇ, ਉਹ ਜੇ ਕਰਦੇ ਨੇ ਨਾ, ਉਹ ਮੈਂ ਦੱਸਦੇ ਹਕੀਕਤ ਨੇ, ਸਾਨੂੰ ਵਿੱਚੋਂ ਕਾਮੇਡੀ ਲੱਭਦੀ ਤੇ ਅਸੀਂ ਕਰ ਸਕਦੇ ਹਾਂ। ਮੈਂ ਤੁਹਾਨੂੰ ਕਹਿਣ ਡਿਆ ਵਾਂ ਕਿ ਮੈਨੂੰ ਕਦੇ ਮੇਰੇ ਦਾ ਫਰਾਡ ਨਹੀਂ ਹੋ ਸਕਦਾ, ਮੇਰਾ ਦਿਲ ਸਾਫ਼ ਆ। ਮੈਂ ਆਪਣੇ ਬਜ਼ੁਰਗਾਂ ਦੀ ਵੱਡਿਆਂ ਦੀ ਅੱਖੇ ਫਰਾਡ ਉਹਦੇ ਨਾਲ ਹੁੰਦਾ ਵਾ, ਚੋਰੀ ਡਕੈਤੀ ਗੇੜੇ, ਜਿੱਦ ਕੋ ਕੁਝ ਹੋਵੇ। ਹਾਂਜੀ ਤੇਰੇ ਨਾਲ ਕੀ ਫਰਾਡ ਹੋਣਾ? ਤੇਰੇ ਨਾਲ ਇਹ ਫਰਾਡ ਹੋ ਸਕਦਾ ਵਾ ਕਿ ਉਹ ਮੇਰੀ ਜੇਬ 'ਚ ਪੈਸੇ ਕੌਣ ਪਾ ਗਿਆ, ਏਦਾਂ ਦਾ ਫਰਾਡ ਹੋ ਸਕਦਾ। ਉਹ ਮੇਰੇ ਬੱਚੇ ਕਿ ਤੂੰ ਰਾਤ ਨੂੰ ਚੰਗਾ ਭਲਾ ਸੁੱਤੇ, ਸਵੇਰੇ ਉੱਠੇ ਤੇ ਘਰ ਫਲ ਪਿਆ ਹੋਵੇ ਤੇ ਤੂੰ ਖਾ ਪਾ ਦੇਵੇਂ, ਡਕੈਤੀ ਹੋ ਗਈ, ਹਾਂ ਬਿਲਕੁਲ ਮੇਰੇ ਘਰ ਕੋ ਫਲ ਰੱਖ ਗਿਆ, ਤੇਰੇ ਨਾਲ ਏਦਾਂ ਦਾ ਫਰਾਡ ਹੋ ਸਕਦਾ। ਨਹੀਂ ਉਸਤਾਦ ਜੀ, ਮੈਂ ਤੁਹਾਨੂੰ ਜੈਨੂਇਨ ਕਹਿ ਰਿਹਾ, ਮੇਰੀ ਫੀਲਿੰਗ ਹੈ। ਮੈਂ ਆਪਣੇ ਵਾਲਦ ਸਾਹਿਬ ਦੇ ਪੈਰ ਧੋ ਕੇ ਪਾਣੀ ਪੀਤਾ, ਮੈਂ ਆਪਣੀ ਮਾਂ ਦੇ ਪੈਰ ਧੋ ਕੇ ਪਾਣੀ, ਮੇਰੇ ਨਾਲ ਫਰਾਡ ਨਹੀਂ ਹੋ ਸਕਦਾ ਕਦੇ। ਅੱਛਾ ਇਹਨੇ ਪਾਣੀ ਪੀਤਾ ਤੇਰੇ ਨਾਲ ਕਿਉਂ ਫਰਾਡ ਹੋਣਾ? ਮੈਂ ਜਦੋਂ ਪਰੇਸ਼ਾਨ ਹੁੰਦਾ ਨਾ ਪਾਣੀ ਜਿਹੜਾ ਨਾ ਉਸਤਾਦ ਜੀ, ਉੱਥੇ ਜਾ ਕੇ ਨਾ ਮੈਨੂੰ ਸਕੂਨ ਜਿਹਾ ਮਿਲਦਾ ਯਾਰ। ਉਸਤਾਦ ਜੀ, ਯਾਰ ਉਹ ਡਾਕਟਰ ਨੇ ਜਿਹੜੀ ਤੁਸੀਂ ਗੱਲ ਸੋਚੀ, ਉਹ ਡਾਕਟਰ ਵਾਲੀ ਜਿਹੜੀ ਕਰਨ ਦੇ ਸੀ, ਕੀ ਹੋਇਆ ਸੀ? ਭਾਈਆਂ ਨੇ ਪਾਣੀ, ਇਹ ਆਪਣੇ ਵਾਲਾ ਸਾਹਿਬ ਦੇ ਜੀਂਦੇ ਜੀ ਵੀ ਉਹਨਾਂ ਦੇ ਪਾਣੀ ਜਿਹੜਾ ਨਾ ਪੈਰ ਧੋ ਕੇ ਪਾਣੀ ਪੀ ਜਾਂਦਾ ਸੀ। ਪੀ ਜਾਂਦਾ ਬਿਮਾਰ ਹੋ ਗਿਆ, ਡਾਕਟਰ ਕੋ ਗਿਆ, ਇਹਨੇ ਕਿਹਾ ਜੀ ਕੋਈ ਪਰਹੇਜ਼, ਉਹਨੇ ਕਿਹਾ ਪਿਓ ਦੇ ਪੈਰਾਂ ਵਾਲਾ ਪਾਣੀ ਨਹੀਂ ਪੀਣਾ, ਬਸ ਉਹ ਛੱਡ ਦੇ। ਬਾਕੀ ਜੋ ਮਰਜ਼ੀ ਉਹਨੇ ਕਿਹਾ ਖਾ। ਅੱਛਾ ਪਿਓ ਦੇ ਪੈਰਾਂ ਵਾਲਾ ਪਾਣੀ ਰੱਖਿਆ ਤੇ ਨਾਲ ਲੇਜ਼ ਕੋਲ। ਅੱਖਾਂ ਪਾ ਲੈਣੇ ਕਿਉਂ ਕਰ ਯਾਰ ਵੇਖਣਾ ਥੋੜਾ ਡਾਕਟਰ ਦਾ ਮਾਰਜਨ ਛੱਡਿਆ ਕਰ। ਗਾਲਾ ਬਿਸਕੁਟ ਡਬੋ ਕੇ ਖਾ ਰਹੇ ਨੇ। ਇਹ ਅੱਖਾਂ ਨਹੀਂ ਭਲਾ ਕਦੋਂ ਕਾਲੀਆਂ, ਇਹ ਪਿਓ ਦੇ ਪੈਰ ਦਾ ਪਾਣੀ ਛੱਟੇ ਮਾਰ ਦਿੰਦਾ ਕੈਸੀ ਹੋ ਗਈ। ਇੱਕ ਦਿਨ ਉਸਤਾਦ ਜੀ ਪਿਓ ਦਾ, ਇਹਨਾਂ ਦੀ ਮੋਟਰ ਖਰਾਬ ਹੋ ਗਈ ਤੇ ਪਿਓ ਦੇ ਪਾਣੀ ਦੇ ਨਾਲ ਸ਼ੇਪ ਨਰਮ ਕਰਨ ਡਿਆ। ਪਿਓ ਦਾ ਪਾਣੀ ਇਹਨਾਂ ਨੇ ਸਾਰੀ ਟੈਂਕੀ ਉਹ ਪਿਓ ਦਾ ਪਾਣੀ ਨਹੀਂ, ਪਿਓ ਦੇ ਪੈਰਾਂ ਦਾ ਪਾਣੀ ਹੈ। ਪਿਓ ਦੇ ਪੈਰਾਂ ਦਾ ਪਾਣੀ ਉਸਤਾਦ ਜੀ ਮੋਟਰ ਪਾਣੀ ਨਹੀਂ ਸੀ ਚੁੱਕਣ ਦੀ, ਉਹ ਚ ਪਾਤਾ, ਉਹ ਸਾਰੀ ਟੈਂਕੀ ਭਰ ਗਈ। ਉਹ ਅੱਜ ਤੱਕ ਪਿਓ ਦੇ ਪੈਰਾਂ ਦਾ ਪਾਣੀ ਆ ਰਿਹਾ। ਕਿ ਯਾਰ ਇਦਾਂ ਕਰਦਾ। ਸਾਹਿਬ ਇਹਨੇ ਤੇ ਪਿਓ ਦੇ ਪੈਰਾਂ ਦੀ ਮਿੱਟੀ ਵੀ ਰੱਖ ਲੈਣੀ ਸੀ, ਲੇਕਿਨ ਉਹਨੇ ਛੱਡੀ ਹੀ ਨਹੀਂ। ਸਹੀ ਗੱਲ। ਇੱਕ ਦਿਨ ਮੇਰਾ ਚਾਚਾ ਆ ਕੇ ਪਾਣੀ ਪੀਣ ਲੱਗਾ, ਮੈਂ ਕਿਹਾ ਚਾਚਾ ਨਹੀਂ ਪੀਣਾ, ਕਹਿੰਦਾ ਤੇਰੇ ਪਿਓ ਦਾ ਪਾਣੀ ਹੈ। ਪਤਾ ਨਹੀਂ ਯਾਰ, ਮੇਰਾ ਇੱਕ ਯਾਰ ਆਪਣੇ ਯਾਰ ਆਹ ਹੁੰਦਾ ਵਾ ਮੁਹੱਬਤ ਹੁੰਦੀ ਆ। ਆਪਣੇ ਅਬੂ ਦੀ ਐਨਕ ਵੀ ਮੇਰੇ ਕੋਲ ਅੱਜ ਵੀ ਪਈ ਹੈ, ਅਬੂ ਅੱਛਾ ਜੀ, ਗਲਾਸਸ ਜਿਹੜੇ ਉਹ ਰਸਾਲਾ ਵੀ ਪਿਆ ਜਿਹੜਾ ਦੇਖਦੇ ਹੁੰਦੇ ਸੀ। ਐਨਕ ਦੇਖੀ ਕਿਤੇ ਗੌਰ ਕਰ, ਅੱਬਾ ਵੀ ਉੱਥੇ ਕਿਤੇ ਹੋਣਾ। ਨਹੀਂ ਇਸ ਤਰ੍ਹਾਂ ਹੀ ਹਾਸ਼ੇ ਮੈਨੂੰ ਲੱਗਦਾ ਵਾ ਕਿ ਯਾਰ ਮੇਰੇ ਨਾਲ ਨੇ ਅਬੂ। ਚਲੋ ਯਾਰ ਫਿਰ ਜੇ ਠੀਕ ਹੈ ਨਾ, ਫਿਰ ਜੇ ਆਪੇ ਇਹਨੇ ਸ਼ੁਰੂ ਕੀਤੀ, ਚਲੋ ਫਿਰ ਅੱਬਾ ਇਹਨੇ ਭਾਜੀ ਬੜੀ ਕੋਸ਼ਿਸ਼ ਕੀਤੀ ਕਿ ਵੀ ਮੈਂ ਰੱਖ ਲਵਾਂ ਕੋਲ ਹੀ। ਇਹਨੂੰ ਪਤਾ ਨਹੀਂ ਸੀ ਵੀ ਉਹ ਤੇ ਮਸਾਲਾ ਮਸੂਲਾ ਲੱਗਦਾ, 2-3 ਦਿਨ ਤੇ ਗਜਰੇਲਾ ਮਲ ਕੇ ਰੱਖੀ ਉਹ ਮਤਲਬ ਕੀੜੀਆਂ ਕੁੜੀਆਂ ਜਿਹੜੀਆਂ ਫਿਰ ਲਾ ਕੇ ਫਿਰ ਬਰਫ਼ ਲਾਉਂਦਾ ਰਿਹਾ। 15 ਦਿਨਾਂ ਦੇ ਵਿੱਚ 78000 ਰੁਪਏ ਬਰਫ਼ ਵਾਲੇ ਦਾ ਹੋ ਗਿਆ ਤੇ ਮੁਨਕਰ ਹੋ ਗਿਆ ਪਿਓ ਦਾ। ਸਾਰੀ ਤੋਂ ਬਰਫ਼ ਲਾ ਕੇ ਮੰਜਾ ਲਿਆ ਕੇ ਕਹਿੰਦਾ ਚਲੋ ਬਾਈ ਜਦੋਂ ਨਿਕਲ ਜਾ। ਆਹ ਬਰਫ਼ ਵਾਲਾ ਪੈਸੇ ਲੈਣ ਆਇਆ, ਜਦੋਂ ਕਹਿੰਦਾ
ਆ ਦਿਓ ਇਹ ਤੁਸੀਂ ਯੂਜ਼ ਕੀਤੀ ਹੈ। ਸਾਬਰ ਦਵਾਖਾਨੇ ਤੇ ਜਾ ਕੇ ਰੌਲਾ ਪਿਆ, ਕਹਿੰਦਾ ਫਰਾਉਣ ਵਾਲਾ ਮਸਾਲਾ ਦੇ ਦਿਓ। ਉਸਤਾਦ ਜੀ ਉਹ ਬਰਫ਼ ਦਾ ਬਿੱਲ ਬਹੁਤਾ ਬਣ ਗਿਆ, ਆਪਾਂ ਦੂਰਾ ਕਰਕੇ ਉਤਲੇ ਖਾਨੇ ਚ ਰੱਖ। ਬਰਫ਼ ਦਾ ਬਿੱਲ ਬਹੁਤਾ ਬਣ ਗਿਆ, ਤੂੰ ਬਲਾਕ ਜੋ ਕੋਈ ਪੈਸੇ ਨਹੀਂ ਹੈ ਤੇ ਲੋਕਾਂ ਨੂੰ ਕਹੇਗਾ ਆ ਕੋਲਾ ਫੜ ਲਾ ਦਿਓ ਯਾਰ ਕੋਲੇ ਬਰਫ਼ ਦਾ ਬਿੱਲ ਬਹੁਤਾ ਬਣ ਗਿਆ ਤੇ ਉਹਨੂੰ ਮਰੀ ਲੈ ਗਿਆ, ਉੱਥੇ ਜਾ ਕੇ ਦੱਬਿਆ। ਐਡ ਕਰਕੇ ਖੜਾ ਕੀਤਾ ਉੱਤੇ। ਤੁਸੀਂ ਜਿਹੜਾ ਫੈਸਲ ਸਾਹਿਬ ਫਿਰ ਅਸੀਂ ਕਿੱਥੇ ਕੀ ਕਰਨ ਬੈਠੇ ਆ? ਉਸਤਾਦ ਜੀ ਕੀ ਕਰੀਏ ਅਸੀਂ? ਪਾਸੇ ਲੈ ਰਹੇ ਹੋ ਤੇ ਗੱਲ। ਤੁਸੀਂ ਨਾ ਫਿਰ ਕਰੋ। ਮੈਂ ਗੱਲ ਕਰਨ ਆ ਕਿ ਜਿਹੜਾ ਮੈਨੂੰ ਦੁਆਵਾਂ ਨੇ ਬਜ਼ੁਰਗਾਂ ਦੀ, ਮੈਂ ਆਪਣੇ ਵਾਲਿदैन ਦੀ ਖਿਦਮਤ ਕੀਤੀ, ਆਪਣੇ ਉਸਤਾਦਾਂ ਦੀ ਖਿਦਮਤ ਕੀਤੀ। ਯਾਰ ਅਸੀਂ ਪਤਾ ਜੇਲ੍ਹ 'ਚ ਰਹੇ, ਅਸੀਂ ਖਿਦਮਤ ਕਿਸੇ ਦੀ ਨਹੀਂ ਕੀਤੀ ਯਾਰ। ਨਹੀਂ ਤੁਸੀਂ ਖਿਦਮਤ ਕਰੋ। ਅਸੀਂ ਕੀ ਆਣ ਲੱਗੇ ਮਾਪਿਓ ਤੇ ਵਾਲ ਪੁੱਟ ਕੇ ਕੰਮ ਤੇ ਆਨੇ ਯਾਰ, ਅਸੀਂ ਵੀ ਖਿਦਮਤ ਕਰਦੇ। ਨਹੀਂ ਐਨਕ ਰੱਖੀ ਤੁਸੀਂ ਵਾਲਦ ਸਾਹਿਬ ਦੀ। ਹਾਂਜੀ ਐਨਕ ਵੀ ਓ ਯਾਰ ਇਹਨਾਂ ਦੇ ਵਾਲਦ ਸਾਹਿਬ ਜ਼ਿੰਦਾ ਹੀ ਨੇ, ਉਹ ਆਪਣੀਆਂ ਚੀਜ਼ਾਂ ਲੱਭਦੇ ਵੀ ਰਹਿੰਦੇ। ਅਸੈਸਰੀ ਸਾਰੀ ਪਈ ਵਿੱਚ ਚੋਬਾ ਹੀ ਕਢਾਇਆ ਯਾਰ ਅੱਬਾ ਨਦੀ ਕੀਤਾ ਸਾਰੀ ਸੈਸਰੀ ਦੇ ਵਿੱਚ ਜੋਬਾ ਕੱਢ ਲਿਆ। ਆਹ ਸਾਰਾ ਕੁਝ ਪਿਆ ਯਾਰ, ਕੱਪੜੇ ਵੀ ਪਏ ਅੱਬੂ ਦੇ। ਭਾਜੀ ਭਰਾਵਾਂ ਨੇ ਕੇਸ ਕੀਤਾ ਇਹਦੇ ਤੇ। ਕੀ ਕੀਤਾ? ਉਹਨਾਂ ਨੇ ਕਿਹਾ ਜੀ ਸਾਡੇ ਅੱਬੇ ਤਾਂ ਸਾਰਾ ਕੁਝ ਇਹਨੇ ਸਾਹਮਣੇ ਸਾਨੂੰ ਵੀ ਦਵੇ। ਆ ਜਿਹੜਾ ਪਹਿਲੇ ਕਹਿ ਨਹੀਂ ਸੀ ਰਿਹਾ ਕਿ ਜਿਹੜਾ ਉਹ ਜ਼ਮੀਰ ਨੂੰ ਕਿੱਦਾਂ ਮੁਤਮਿਨ ਕਰ, ਇਹ ਚੀਜ਼ਾਂ ਦਾ ਇਹ ਚੀਜ਼ ਲੈ ਵਿਚਾਰੀਆਂ ਉਹਨਾਂ ਦਾ ਵੀ ਪਿਓ ਸੀ, ਸਹੀ ਗੱਲ। ਉਹਨਾਂ ਨੂੰ ਕੁਝ ਵੀ ਨਹੀਂ ਦਿੱਤਾ। ਉਸਤਾਦ ਜੀ ਨੇ ਫਿਰ ਆਪਣੇ ਵਾਲਦ ਸਾਹਿਬ ਦਾ ਜ਼ਮੀਰ ਵੀ ਸਾਂਭਿਆ ਹੋਣਾ। ਨਹੀਂ ਉਹਦੇ ਨਾਲ ਵਾਲਦ ਸਾਹਿਬ ਦੀ ਉਸਤਾਦ ਜੀ ਸਾਡੀ ਵੀ ਮੁਹੱਬਤ ਹੈ, ਮੈਂ ਯਕੀਨ ਕਰੋ ਮੈਂ ਕਹਿੰਦਾ ਸਾਰਿਆਂ ਦੀ ਹੁੰਦੀ ਮੁਹੱਬਤ। ਮੈਂ ਨਾ ਮੇਰੇ ਵਾਲਦ ਸਾਹਿਬ ਉਸਤਾਦ ਜੀ ਦੱਸਦੇ ਮਸਵਾਕ ਕਰਦੇ ਫੌਤ ਹੋ ਗਈ। ਐਦਾਂ ਹੀ ਉਹਨਾਂ ਦੇ ਪੂਰੇ ਸੰਗ ਜਨਗਾ ਅੱਛਾ ਮੈਂ ਮਜ਼ਾਕ ਕਰਦਾ ਨਾ ਫੈਸਲ ਸਾਹਿਬ, ਤੇ ਤੁਹਾਨੂੰ ਤਕਲੀਫ ਹੁੰਦੀ ਹੈ। ਜ਼ਿਆਦਤੀ ਹੈ, ਜ਼ਿਆਦਤੀ। ਫੜ ਲਈ ਟਾਈਮ ਨਾਲ ਹੀ। ਓ ਯਾਰ ਮੇਰੇ ਨਹੀਂ, ਹੱਥ ਵਾਸਤੇ ਕਟਵਾ ਦੇ ਲੈ। ਮੈਂ ਮੇਰੇ ਹੱਥ ਵਾਸ ਨਹੀਂ, ਲੇਕਿਨ ਗੱਲ ਹੈ ਕਿ ਉਹ ਮਸਵਾਕ ਕਰਦੇ ਜਾਂਦੇ ਸਵੇਰ ਦੇ ਵਕਤ, ਉਹਨਾਂ ਦੀ ਯਾਨੀ ਡੈਥ ਹੋਈ ਹੈ ਤਕਰੀਬਨ 10-11 ਵਜੇ। ਸਾਰੀ ਰਾਤ ਵੀ ਸੀ ਆਂਦੇ ਕਰੇ ਸੀ। ਕਿਹੜੀ ਲੋਕਾਂ ਨੇ ਕਿਹਾ ਬੜਾ ਨੇਕਦਾਰ ਨਾਲ ਟਾਈਮ ਪਰ ਸਾਡੇ ਮਹੱਲੇਦਾਰ ਵੀ ਦੱਸਦੇ ਆ ਵੀ ਸਾਰੇ ਕਹਿੰਦੇ ਵੀ ਜਦੋਂ ਵਾਲਦ ਸਾਹਿਬ ਮੇਰੇ ਉਸਤਾਦ ਜੀ ਸਵੇਰ ਮਸਵਾਕ ਕਰਦੇ ਨਿਕਲੇ ਇਦਾਂ ਹੀ ਘੜੀ ਉਹਨਾਂ ਦੀ ਜਿਹੜੀ ਸੀ ਨਾ ਉਹ ਟੁੱਟ ਗਈ ਡਿੱਗ ਕੇ, ਜਦੋਂ ਉਹਨਾਂ ਨੂੰ ਹਾਰਟ ਅਟੈਕ ਆਇਆ। ਉਸੇ ਤਰ੍ਹਾਂ ਸੀ ਉਹ ਚੀਜ਼ਾਂ ਸਾਰੀਆਂ ਉਸੇ ਤਰ੍ਹਾਂ ਸੰਭਾਲ ਲਈ। ਅੱਬੂ ਦੀ ਭੱਠੀ ਦੇ ਕੰਮ ਕਰਦੇ ਹੁੰਦੇ ਸੀ, ਉਹ ਲੋਹਾ ਕੁੱਟਦੇ ਸੀ ਨਾ, ਭੱਠਾ ਜਿਹੜਾ ਭੱਠੀ ਜੀ ਹੁੰਦੀ, ਉਹ ਵੀ ਉਸੇ ਤਰ੍ਹਾਂ। ਆਪ ਵਾਲਦ ਸਾਹਿਬ ਮਸਵਾਕ ਕਰਦੇ ਸੀ, ਬੇਟਾ ਕੋ ਬਕਵਾਸ ਕਰ ਰਿਹਾ। ਨਹੀਂ ਨਾਲੇ ਅਟੈਕ ਤੇ ਹੁੰਦਾ ਹੀ ਨਹੀਂ। ਕਿਉਂ? ਭਾਜੀ ਅਟੈਕ ਦੇ ਹੁੰਦੇ ਹੀ ਬੜੇ ਅਮੀਰਾਂ ਬੰਦਿਆਂ ਨੂੰ, ਇਹਨਾਂ ਤੋਂ ਤਾਂ ਸਿਰਫ ਤੇ ਅਮੀਰ ਸੀ ਕੌਣ? ਫੈਸਲ ਸਾਹਿਬ ਮੈਂ ਤੁਹਾਨੂੰ ਅਮੀਰ ਆਲਮ, ਪੂਰੇ ਆਲਮ ਚ ਅਮੀਰ ਸੀ। ਇਹ ਕਿਹੋ ਜਿਹੀ ਗੱਲ? ਅਮੀਰ ਆਲਮ ਮਤਲਬ ਕਿ ਆਲਮ ਪੂਰੇ। ਨਹੀਂ ਯਾਰ ਇਦਾਂ ਥੋੜੀ ਕਰੀਦਾ ਹੁੰਦਾ ਉਸਤਾਦ ਜੀ, ਸਾਰੇ ਸਮਝਣਗੇ ਵੀ ਮੈਂ ਹੋਰ ਵਾਂ ਤੁਸੀਂ। ਸੁਣਾ ਯਾਰ, ਸੁਣਾ ਪਾਸ ਨੂੰ। ਨਹੀਂ ਯਾਰ ਉਸਤਾਦ ਵਿੱਚ ਆਪਣੀ ਵਿੱਚ ਲੁੱਚਤਾ ਕੱਟਦੀ ਤੇਰੇ ਹੱਥ 'ਚ, ਤੂੰ ਕੱਟਦੀ ਉਸਤਾਦ ਸਾਰਾ ਹੀ ਕੱਟਦਾ। ਕਾਹਦੇ ਤੋਂ ਕੱਟਦੇ ਆ ਯਾਰ, ਮੇਰੀ ਜਿਹੜੀ ਗੱਲ ਬਣਦੀ ਨਹੀਂ। ਉਸਤਾਦ ਜੀ ਵਾਲਦ ਸਾਹਿਬ ਨੇ ਨਾ ਲੋਹਾਰਾ ਕੰਮ ਕੀਤਾ, ਸਖਤ ਕੰਮ ਕੀਤਾ ਸਾਰੀ ਜ਼ਿੰਦਗੀ। ਆਹੋ ਠੀਕ ਹੈ, ਔਰ ਉਹਦੀਆਂ ਉਦਾਂ ਹੀ ਚੀਜ਼ਾਂ ਥੋੜਾ ਵਦਾਨ ਸਾਂਭਿਆ ਉਹ ਸਾਰਾ ਕੁਝ ਅਸੀਂ ਸਾਂਭਿਆ, ਉਸੇ ਤਰ੍ਹਾਂ ਰੱਖਿਆ ਹੋਇਆ। ਉੱਥੇ ਉੱਥੇ ਰੁਕੀ ਹੋਈ ਸ਼ਾਇਦ। ਇਹ ਆਪਣੇ ਆਪ ਨੂੰ ਖਰਾਜੇ ਤਹਿਸੀਲ ਪੇਸ਼ ਕਰਨ ਵਾਸਤੇ ਥੋੜਾ ਛੋਟੇ ਭਰਾ ਨੂੰ ਮਾਰਦਾ। ਸ਼ੁਕਰ, ਹਾਂ ਜੀ ਸ਼ੁਕਰ ਅੱਲਾਹ। ਥੋੜਾ ਵੀ ਉੱਥੇ ਰੁਕਿਆ ਅੱਜ ਕਰਕੇ, ਹਨਾ ਅੱਬਾ ਹੀ ਕੱਢਿਆ ਵਿੱਚੋਂ ਅੱਜ ਕਰਕੇ। ਔਰ ਇਹ ਜਿਹੜੀ ਅਮੀਰ ਵਾਲੀ ਗੱਲ ਕੀਤੀ ਉਸਤਾਦ ਜੀ, ਅਮੀਰ ਦਾਵਾ ਨਹੀਂ ਹੈਗਾ, ਲੇਕਿਨ ਉਸ ਇਲਾਕੇ ਦੇ ਵਿੱਚ ਸਭ ਤੋਂ ਪਹਿਲਾਂ ਟੀਵੀ ਸਾਡੇ ਘਰ ਆਇਆ ਸੀ। ਇਹ ਵੀ ਗੱਲ ਸਾਡੇ ਪੂਰੇ ਮਹੱਲੇ ਨੂੰ ਪਤਾ ਹੈ। ਉਹ ਟੀਵੀ ਵਾਲੇ ਬੰਦੇ ਵੀ ਤੁਹਾਡੇ ਘਰ ਜਿਹੜੇ ਵਿੱਚ ਕੰਮ ਕਰ। ਨਹੀਂ ਉਸ ਪੂਰੇ ਇਲਾਕੇ ਚੋਂ ਟੀਵੀ ਸਭ ਤੋਂ ਪਹਿਲੇ ਤੁਹਾਡੇ ਘਰ ਆਈ ਸੀ। ਨਹੀਂ ਉਸਤਾਦ ਜੀ, ਫਿਰ ਮੈਂ ਸਾਡਾ ਇੱਕ ਤਾਂਗ ਲੱਗੀ ਹੁੰਦੀ ਸੀ ਕਣਕ ਦੀ ਬੋਰੀਆਂ ਦੀ ਨਾ, ਇੱਕ ਪੂਰੇ ਹੱਥ ਦੇ ਵਿੱਚ ਸਾਈਡ ਤੇ। ਕਿਉਂ ਜੀ? ਕੀ ਹੈ? ਕੁਝ ਵੀ ਨਹੀਂ ਸਰ। ਅਸੀਂ ਪਿਛਲੇ 38 ਮਿੰਟਾਂ ਜਿੱਦਾਂ ਕੀਤਾ। ਇਹ ਵੀ ਸੁਣਨਾ, ਉਹ ਜੈਨੂਇਨ ਗੱਲਾਂ ਨੇ। ਮੈਂ ਤਾਂ ਜੈਨੂਇਨ ਕਰ ਰਿਹਾ ਨਾ, ਤੁਸੀਂ ਜਾ ਕੇ ਸੇਫ ਭੇਜੋ। ਅਸੀਂ ਤਾਂਗ ਤੁਹਾਡੇ ਅੱਜ ਵੀ ਨਹੀਂ ਵੇਖੀ, ਅੱਲਾ ਰਹਿਮ ਕਰੇ। ਕਿਹੜੀਆਂ ਬਦਦੁਆਵਾਂ ਦੇ ਕੇ ਨਿਕਲਦੀਆਂ। ਤੁਸੀਂ ਵੀ ਸਹੀ ਤਰ੍ਹਾਂ ਸੇਵ ਹੀ ਨਹੀਂ ਵੇਖੀ ਹੁਣ। ਨਹੀਂ ਸੁਣ ਜਾ ਕੇ ਵੇਖ ਲੈ, ਅੱਜ ਵੀ ਉਂਜੀ ਸਿਰਫ ਅੱਬੂ ਵਾਸਤੇ ਸੇਫ ਲਾਦਾ ਰੱਖੀ ਮੈਂ। ਯਾਨੀ ਸਿਰਫ ਅੱਬੂ ਨਹੀਂ ਹੈਗੇ, ਚੀਜ਼ਾਂ ਸਾਰੀਆਂ। ਲੇਕਿਨ ਇਹ ਵੇਖੋ ਸਾਜੀ, ਮੈਂ ਆਪਣਾ ਬਾਪ ਦਾ ਨਹੀਂ ਸਮਝਦਾ, ਕਸਮ ਵਾਲੀ ਗੱਲ ਹੈ। ਲੇਕਿਨ ਉਹ ਤੁਹਾਡੇ ਦਿਲ ਦੇ ਵਿੱਚ ਮੈਂ ਮੇਰੇ ਤੇ ਨਹੀਂ। ਤੂੰ ਕਦੀ ਪੈਰਾਂ ਤੇ ਧੋ ਕੇ ਮੇਰੇ ਪੈਰ, ਹੈਂ? ਹਾਂ ਤੂੰ ਤਾਂ ਵੈਸੇ ਨਹੀਂ ਧੋਤੇ ਕਦੀ। ਕੌਣ? ਸਾਜੀ ਮੈਂ ਤੁਹਾਨੂੰ ਨਵਾਉਂਦਾ ਰਿਹਾ ਮੈਂ ਮਾਦਰਤ ਨਾਲ। ਹੈ ਯਾਦ ਕਰੋ। ਉਸਤਾਦ ਜੀ ਇਹ ਬਾਤ ਹਾਂਜੀ ਭਾਜੀ ਨਵਾਉਂਦਾ ਰਿਹਾ ਮੈਨੂੰ। ਨਵਾਉਂਦਾ ਏਦਾਂ ਨਹੀਂ ਰਿਹਾ ਵੀ ਜਿਵੇਂ ਬੱਚਿਆਂ ਨੂੰ ਨਵਾਈਦਾ ਉਂਝ ਨਹੀਂ। ਹਾਂ ਇਹ ਕਹਿੰਦਾ ਹੁੰਦਾ ਸੀ ਵੀ ਉੱਠ। ਹਾਂ ਬਸ
ਉੱਠ ਕੇ ਨਹਾ ਲਓ। ਆਹ ਲੇਕਿਨ ਇਹ ਵੀ ਬੜੀ ਵੱਡੀ ਗੱਲ ਆ। ਹਾਂ ਉਸਤਾਦ ਜੀ ਬਾਪ ਦਾ ਸੌਰੀ ਤੁਹਾਡੀ ਗੱਲ ਜੀ ਕਰੋ। ਮੈਂ ਕਿਹਾ ਪਹਿਲੇ ਦਫ਼ਤਰ ਇਹ ਹੁੰਦੇ ਸੀ, ਇਹਨਾਂ ਨਹੀਂ ਠਾ ਕੇ ਕਹਿਣਾ ਕਿ ਨਾਲ ਆਹੋ ਅੱਛਾ ਬਾਪ ਦਾ ਉਸਤਾਦ ਜੀ ਜਿਹੜਾ ਅਦਬ ਰੁਤਬਾ ਵਾ ਸੀ ਉਸਤਾਦ ਨੂੰ ਵੀ ਦਿੰਨੇ ਆ, ਇਹ ਵੀ ਅਦਬ ਰੁਤਬਾ ਉਸੇ ਤਰ੍ਹਾਂ। ਅੱਲਾ ਨਾ ਕਰੇ, ਅੱਲਾ ਤੁਹਾਡੀ ਜ਼ਿੰਦਗੀ ਹਯਾਤੀ ਕਰੇ। ਤੁਸੀਂ ਸਾਡੇ ਤੋਂ ਕੋਈ 10 ਸਾਲ ਪਹਿਲੋਂ ਕੋਈ ਜ਼ਿੰਦਗੀ ਦਾ ਕੋਈ ਪਤਾ ਨਹੀਂ ਹੈਗਾ, ਲੇਕਿਨ ਇਹ ਚੀਜ਼ਾਂ ਕੁਝ ਜਿਹੜੀਆਂ ਜਿਵੇਂ ਉਹਦੇ ਓਏ ਮਰਨ ਮਨਾਉਣ ਦੀ ਗੱਲ ਨਹੀਂ ਯਾਰ, ਮੈਂ ਉਹ ਯਾਰ ਇਹ ਮੇਰੇ ਜ਼ਿੰਦਗੀ ਕੋਲ ਦਾ ਨਹੀਂ ਹਕੀਕਤ ਬਰਦਾਸ਼ਤ ਵਾ। ਹੁੰਦੀ ਮੇਰੇ ਉਸਤਾਦ ਨੂੰ ਕੋਈ ਮਰਨ ਭਾਈਜਾਨ ਮਨਾਉਣ 30 ਤੋਂ 35 ਸਾਲ ਦੇ ਅੰਦਰ ਅੰਦਰ ਬੰਦੇ ਨੂੰ ਹਾਰਟ ਅਟੈਕ ਹੋ ਰਿਹਾ ਅੱਜ ਕੱਲ। ਏਦਾਂ ਹੀ ਆ। ਮੇਰੀ ਕਿੰਨੀ 28 ਨਹੀਂ 40 45 ਤੋਂ ਬਾਅਦ ਨਹੀਂ ਨਾ ਹੁੰਦਾ, ਨਹੀਂ 30 ਤੋਂ 35 ਮੇਰੀ ਜ਼ਿਆਦਾ ਉਸਤਾਦ ਰਹਿ ਗਏ ਥੋੜੇ ਜਿਹੇ ਈਜ਼ੀ ਕੱਢ ਤਾਂ ਲਈ। 3 ਦਿਲ ਚੱਲ ਗਏ ਉਹ ਦੋ ਵਾਰੀ ਅਟੈਕ ਹੋ ਵੀ ਨਾ ਗਿਆ। ਕਰੇ ਯਾਰ। ਅੱਜ ਕੱਲ ਜਵਾਨ ਬੰਦੇ ਨੂੰ ਬਹੁਤ ਅਟੈਕ ਹੋ ਰਹੇ ਹੋ ਰਹੇ ਹਨ। ਭਾਜੀ ਬੱਚਿਆਂ ਨੂੰ ਬਹੁਤ ਹੋ ਰਿਹਾ। ਹਾਂ ਉਹ ਨਹੀਂ ਯਾਰ ਉਹ ਭਾਜੀ ਕੋਲਡ ਡਰਿੰਕ ਬੱਚਿਆਂ ਨੂੰ ਲੇਜ਼ ਸਲੰਟੀ ਤੇ ਬਾਹਰੋਂ ਕੁਲਫੀਆਂ ਖਵਾਉਣ ਨਾਲ ਨਹੀਂ ਜਵਾਨ ਜ਼ਿਆਦਾ ਔਰ ਉਹ ਸ਼ਿੱਦਤ ਵਾਲਾ ਬਹੁਤ ਹੁੰਦਾ ਭਾਈ, ਉਹ ਬਚਦਾ ਵੀ ਨਹੀਂ ਅੱਲਾ ਕੋਲਡ ਡਰਿੰਕ ਦਾ ਕਰਕੇ ਜਿਮ ਕਰਦੇ ਮੁੰਡਿਆਂ ਨੂੰ ਇੰਜ ਕੰਮ ਹੋ ਜਾਂਦਾ। ਹਾਂ ਜ਼ਿਆਦਾ ਓਵਰ। ਅੱਛਾ ਸਾਰੇ ਹੀ ਕਰਦੇ ਨੇ, ਇਹਦੇ 'ਚ ਕੋਈ ਸਦਾਕਤ ਨਹੀਂ। running ਇਹ machine ਗੱਲਾਂ ਤੇ- ਤੁਹਾਡੀ ਤਹਿਕੀਕ ਸਰਵੇ ਗਲਤ ਹੈਗਾ ਵਾ। ਉਹ ਵਾਇਰਲ ਹੋਈ ਹੈ ਯਾਰ, ਉਹ ਰਨਿੰਗ ਮਸ਼ੀਨ ਤੇ ਬੰਦਾ ਨੱਸ ਰਿਹਾ ਵਾ ਤੇ ਉਹ ਯਕਦਮ ਹੀ ਡਿੱਗ ਗਿਆ। ਮੈਂ ਗੱਲ ਐਵੇਂ ਨਹੀਂ ਕੀਤੀ ਭਾਜੀ ਇੰਜ ਕਰਕੇ ਕੀਤਾ ਵਾ, ਆ ਬੰਦ ਹੀ ਨਹੀਂ ਹੋਇਆ, ਲਾਕ ਨਹੀਂ ਲੱਗਾ, ਪ੍ਰੋਬਲਮ ਹੋ ਗਈ। ਬਟਰਫਲਾਈ ਵਾਲੀ ਗੇਮ ਲਾ ਰਿਹਾ ਸੀ, ਐਤੇ ਹੀ ਬਟਰ ਹੀ ਬਣਿਆ, ਫਲਾਈ ਨਹੀਂ ਹੋਈ। ਇਹ ਖੁੱਲਾ ਵਾ, ਅੱਲਾ ਨੇ ਇੱਥੇ ਦਾ ਮੌਕਾ ਨਹੀਂ ਦਿੱਤਾ, ਇੰਜ ਨਹੀਂ ਹੋਇਆ। ਮਿੱਠੇ ਝੰਡਾ ਪੀਰ ਨਾ ਇਸੇ ਵਜ੍ਹਾ ਤੋਂ ਜਿਮ ਨਹੀਂ ਆਈ ਹੈਗੀ, ਤੁਹਾਨੂੰ ਪਤਾ ਨਾ। ਲਾਈਏ ਬਾਤ ਛੜਵਾ ਨੰਬਰ ਮਾਰਨ ਦਾ ਬਟਰਫਲਾਈ ਲਾ ਰਿਹਾ, ਬਟਰ ਲਾਇਆ ਤਾਂ ਰੂਹ ਫਲਾਈ ਕਰ ਗਈ। ਉਹ ਬਟਰਫਲਾਈ ਇਹਦੇ ਕਰਕੇ ਲਾਈ ਆ, ਥੋੜਾ ਪਿੱਛੋਂ ਇੱਕ ਕਰੈਕਟਰ ਨੂੰ ਸਹੀ ਬਟਰਫਲਾਈ ਲਾਈ ਸੱਚੀ ਮੁਝੇ ਟਿਕਟੌਕ ਬਣਾਉਣ ਡਿਆ ਸੀ ਸਾਹਮਣੇ, ਉਹ ਇੱਥੇ ਉਹਦੀ ਜਾਨ ਨਿਕਲ ਗਈ ਵਿਚਾਰੇ ਦੀ। ਤੇ ਉਹ ਸਾਹਮਣੇ ਉਹਨੇ ਮਿਊਜ਼ਿਕ ਲਾਇਆ ਵਾਲਾ ਕਾਲੋ ਜਿਹੜਾ ਚੱਲਦਾ ਨਾ, ਉੱਥੇ ਵੀ ਡੈਥ ਹੋ ਗਈ ਵਿਚਾਰੇ। ਉਸਤਾਦ ਜੀ ਉਹ ਟਿਕਟੌਕ ਬਣਾ ਰਿਹਾ ਸੀ ਐ ਕਰਨ ਵਾਲੀ ਗੇਮ ਤੇ ਉਹ ਪੂਰੀ YouTube ਦੀ ਵੀਡੀਓ ਬਣ ਗਈ, ਉਹ ਤਾਂ ਮਰ ਗਿਆ ਸੀ, ਉਹ ਕਿਸੇ ਨੇ ਰੋਕੀ ਨਹੀਂ, ਉਹ ਵਲੌਗ ਹੀ ਬਣ ਗਿਆ। ਹਾਂ ਨਹੀਂ ਸਾਜੀ ਕੁਝ ਚੀਜ਼ਾਂ ਜਿਹੜੀਆਂ ਤੁਹਾਡੀਆਂ ਹੁਣ ਇਹਨੇ ਵਾਲਤ ਤਰ੍ਹਾਂ ਨਾ ਕਰਿਓ, ਕੁਝ ਐਸੀਆਂ ਜਨਨ ਕੀਮਤੀ ਨੇ। ਆਈਫੋਨ ਲਈ ਜਾਣਦੇ ਨੇ ਲੋਕ, ਲਈ ਜਾ ਰਹੇ। ਆਈਫੋਨ ਦੀ ਵੀ ਨਹੀਂ ਗੱਲ ਯਾਰ, ਆਈਫੋਨ ਕੀ ਸ਼ੈ ਵਾ, ਉਹ ਗੱਡੀ ਬਾਹਰ ਲਈ ਦੇ ਕੋਈ ਚਾਬੀ ਚੁਬੀ ਦਾ ਸੀਨ ਕਰਨ ਲੱਗੀ ਉਹ ਯਾਰ। ਨਾ ਦਿੱਤੀ। ਉਸਤਾਦ ਜੀ ਵੈਸੇ ਤੁਹਾਨੂੰ ਕੋ ਨਹੀਂ ਯਾਦ ਆਉਂਦੇ? ਆਉਂਦੇ ਆ ਬਹੁਤ। ਤੁਸੀਂ ਤੇ ਮਿਲੇ ਹੀ ਨਹੀਂ ਮੇਰੇ ਕੋਲ। ਓਏ ਉਹ ਕਿੰਨਾ ਦਾ ਪੁੱਛ ਰਿਹਾ। ਮੈਂ ਆਪਣੇ ਕੋਲ ਦੀ ਗੱਲ ਕਰ ਰਿਹਾ। ਯਾਰ ਕਿਆਸੇ ਆਪਣੇ ਬੂਗੇ ਕੀਤੇ ਵੀ ਕਿਤੇ ਕੌਸ ਨਾ ਸਕੇ। ਤੁਸੀਂ ਇਹ ਪੜ ਲਓ। ਨਹੀਂ ਉਸਤਾਦ ਜੀ ਯਾਰ ਇੱਕ ਬਣਾ ਦਿਓ ਯਾਰ, ਸੱਚੀ ਮੁੱਚੀ ਉਸਤਾਦ ਜੀ ਜਦੋਂ ਅੱਬੂ ਯਾਦ ਆਉਂਦੇ ਨੇ ਤਨਹਾਈ ਦੇ ਵਿੱਚ, ਤੇ ਕੀ ਫੀਲਿੰਗ, ਵਾਟ ਅਬਾਊਟ ਯੂ ਫੀਲਿੰਗ ਨਾਓ ਦੈਟ? ਕੋਈ ਨਹੀਂ ਪਰ ਭਰਾਵਾ ਅਸੀਂ ਵੀ ਮਗਰ ਜਾਣਾ ਉਹਨਾਂ ਦੇ, ਸਾਡਾ ਇਹੀ ਤੇ ਪ੍ਰੋਬਲਮ ਆ। ਅਸੀਂ ਉਹਨਾਂ ਨੂੰ ਯਾਦ ਕਰੀ ਜਾਈਦਾ, ਜਿਹੜੇ ਚੱਲ ਜਾਂਦੇ ਅਸੀਂ ਇਹ ਨਹੀਂ ਦੇ ਦੇਵੇਂ ਉਹ ਹੁਣ ਸਾਡੀ ਵਾਰੀ ਹੈ। ਤੇ ਨਕਸ਼ੇ ਕਦਮ ਤੇ ਨਹੀਂ ਚੱਲਦੇ? ਚੱਲਦੇ ਰਹੇ ਆ। ਕੀ ਕਰ ਰਹੇ? ਸਾਰੇ ਸ਼ਾਗਿਰਦਾਂ ਤੋਂ ਧੋਖੇ। ਨਹੀਂ ਸ਼ਾਗਿਰਦਾਂ ਤੋਂ ਧੋਖਾ ਨਹੀਂ ਯਾਰ, ਮੈਂ ਨਹੀਂ ਧੋਖਾ ਦਿੰਦਾ ਤੈਨੂੰ, ਮੈਂ ਕਹਿ ਰਿਹਾ ਵਾਂ। ਨਹੀਂ ਵੈਸੇ ਉਸਤਾਦ ਜੀ ਜਦੋਂ ਚਲੇ ਜਾਂਦੇ ਨੇ ਮਹਿਰੂਮੀਆਂ ਜਿਹੜੀਆਂ ਨੇ ਨਾ, ਇਹਨਾਂ ਨੂੰ ਸਵਾਰ ਨਹੀਂ ਕਰਨਾ ਚਾਹੀਦਾ। ਅੱਲਾ ਨੇ ਇਹ ਨਿਜ਼ਾਮ ਬਣਾਇਆ। ਬੜੇ ਲੋਕ ਐਸੇ ਨੇ ਜਿਹੜੇ ਇਸ ਤੋਂ ਬਾਅਦ ਜੀਣਾ ਹੀ ਭੁੱਲ ਜਾਂਦੇ ਨੇ। ਮਾਂ ਜਿਹੜਾ ਪਿਓ ਆਇਆ ਨਾ ਉਹਨੇ ਜਾਣਾ ਹੀ ਆ ਭਾਈ। ਹਾਂ ਬਿਲਕੁਲ ਇਦਾਂ ਹੀ ਉਸਤਾਦ ਜੀ, ਸਹੀ। ਹਾਂ ਇਹ ਬੜੀ ਸਹੀ ਗੱਲ ਕੀ ਤੁਸੀਂ। ਲੇਕਿਨ ਫਰੀਦ ਸਾਹਿਬ ਹਰ ਬੰਦਾ ਆਪਣੇ ਵਾਲਿदैन ਨਾਲ ਮੁਹੱਬਤ ਕਰਦਾ ਵਾ, ਆਪਣੇ ਵਾਲਿदैन ਦੀ ਜਿੰਨੀ ਹੋ ਸਕਦਾ ਨਹੀਂ ਬੜੇ ਨਹੀਂ ਵੀ ਕਰਦੇ ਭਾਈ, ਛੱਡ ਦੇ। ਮੈਂ ਅਕਸਰ ਸੋਚਣਾ ਹੁੰਦਾ ਇੱਕ ਗੱਲ ਮਿੱਠਾ ਸੌਰੀ ਕਿ ਉਸਤਾਦ ਜੀ ਜਿਹੜਾ ਬੰਦਾ ਬੋਲਾ ਕੰਨੋਂ ਬੋਲਾ ਜੰਮਦੇ, ਉਸ ਬੰਦੇ ਦੀ ਕਿੱਡੀ ਅਫਸੋਸਨਾਕ ਗੱਲ ਆ ਕਿ ਉਹਨੇ ਨੁਸਰਤ ਖਾਨ ਸਾਹਿਬ ਨੂੰ ਨਹੀਂ ਸੁਣਿਆ, ਓਏ ਲਤਾ ਜੀ ਨੂੰ ਨਹੀਂ ਸੁਣਿਆ। ਲੇਕਿਨ ਉਹਦੀ ਇੱਕ ਖੁਸ਼ਕਿਸਮਤੀ ਵੀ ਆ ਕਿ ਉਹਨੇ ਚਾਹਤ ਫਤਿਹ ਲਈ ਨਹੀਂ ਸੁਣਿਆ। ਇਹ ਫਾਈਨਲ ਉਹ ਚਾਹਤ ਫਤਿਹ ਅਲੀ ਖਾਨ ਨਹੀਂ ਸੁਣਿਆ। ਉਹ ਯਾਰ ਠੀਕ ਹੈ ਯਾਰ, ਇੱਕ ਉਹ ਅੱਜ ਵੀ ਅਸੀਂ ਨਾ ਸੁਣਨਾ ਚਾਹੀਏ ਤੇ ਨਹੀਂ ਸੁਣਦੇ ਯਾਰ। ਨਹੀਂ ਨਾ ਉਸਤਾਦ ਜੀ ਨਹੀਂ ਸੁਣਨਾ ਚਾਹੁੰਦੇ, ਮੈਂ ਨਹੀਂ ਸੁਣਨਾ ਚਾਹੁੰਦਾ। ਕਿਸਮਤ ਹਰੀ ਹੋਵੇ ਤੇ ਕਿਤੇ ਵੀ ਹੋਟਲ 'ਚ ਵੀ ਲੱਗਾ ਹੁੰਦਾ ਹੀ। ਯਾਰ ਸਿੰਪਸਨ ਚ ਇਹਦਾ ਨਹੀਂ ਕਿਤੇ ਆਕ ਮਾਣ ਸੇ ਕਰ 10 ਬੰਦਾ ਯਾਰ ਤੂੰ ਇਹ ਕਿੱਡੀ ਯਾਰ ਮਲਾਰੇ ਜੀ ਉਹਨਾਂ ਨੇ ਨੁਸਰਤ ਸਾਹਿਬ ਨੂੰ ਨਹੀਂ ਸੁਣਿਆ, ਦੇਖ ਲਓ। ਰਫੀ ਸਾਹਿਬ ਲਤਾ ਮੈਡਮ ਨਹੀਂ ਸੁਣਿਆ। ਹਾਂ ਨਹੀਂ ਯਾਰ ਲਤਾ ਰਫੀ ਕੋਲੋਂ ਤਿੰਨ ਨਾ ਪਾ, ਉਹਨੇ ਕੱਲੇ ਨੁਸਰਤ ਦੀ ਗੱਲ ਕੀਤੀ। ਯਾਰ ਤੂੰ ਕੀ ਯਾਰ ਫਿਰ ਉਹ ਜ਼ਿਆਦਤੀ ਗੱਲ ਕੀਤੀ ਕਰਕੇ ਨਾ। ਉਹਨੇ ਕੋਈ ਅੱਛੀਆਂ ਗੱਲਾਂ ਨਹੀਂ ਸੁਣੀਆਂ, ਕੋਈ ਵਾਲਿदैन ਦੀ ਨਸੀਹਤਾਂ ਨਹੀਂ ਨਸੀਹਤਾਂ। ਸੁਣੀਆਂ, ਯਾਰ ਇੱਕ ਗਾਣੇ ਨਹੀਂ ਸੁਣੇ, ਉਹੀ ਨਾ ਹਾਂ ਸਭ ਲੋਕ ਉਹਨੇ ਆਪਣਾ ਹੀ ਨਹੀਂ ਕੋਈ ਆਹੋ ਗੱਲ। ਵੀ ਲਿੰਕ ਜਿਹਾ ਤੋੜ ਲਿਆ ਵੀ ਉਹਨਾਂ ਨੂੰ ਵਾਲਿਦ ਸਾਹਿਬ ਬੇਟਾ ਸੋਹਣਾ ਲਾਫਟਰ ਆਉਣੇ ਮੈਂ ਮਹਿਰੂਮੀ ਦੀ ਗੱਲ ਅਸਲ 'ਚ ਕਰਨ ਲੱਗਾ ਸੀ ਕਿ ਮਹਿਰੂਮੀ ਜਿਹੜੀ ਹੈ ਵੀ ਤੇ ਮਹਿਰੂਮੀ ਹੈ ਨਾ, ਜਿਸ ਬੰਦੇ ਦੇ ਕੰਨ ਨਹੀਂ ਸੁਣ ਸਕਦੇ, ਅੱਖਾਂ ਨਹੀਂ ਵੇਖ ਸਕਦੀਆਂ। ਇਹ ਅੱਲਾਹ ਤਾਲਾ ਨੇ ਇੱਕ ਨਿਜ਼ਾਮ ਬਣਾਇਆ ਵਾ ਤੇ ਤੁਸੀਂ ਇਸ ਚੀਜ਼ ਨੂੰ ਸਬਰ ਦੇ ਨਾਲ ਔਰ ਪੇਸ਼ੈਂਸ ਜਿਹੜਾ ਆਪਣੇ ਅੰਦਰ ਰੱਖੋ। ਫਰੀਦ ਇੱਕੋ ਦਿਨ 'ਚ ਸਾਰੇ ਲਿੰਕ ਖਿਲਾਰ ਕੇ ਨਾ ਬਹਿ ਜਾ, ਅੱਬੇ ਤੋਂ ਬਾਅਦ ਆ ਲਿੰਕ ਬਣਦਾ ਸੀ ਕੰਨਾਂ ਵਾਲਾ। ਤੁਸੀਂ ਦੱਸੋ ਭਾਜੀ, ਤੁਸੀਂ ਦੱਸੋ ਭਾਜੀ, ਬਣਦਾ ਹੀ ਨਹੀਂ। ਸਾਰਾ ਲਿੰਕ ਨਾ ਖਿਲਾਰ ਕੇ ਬਹਿ ਜਾ ਕਿ ਗਾਂ ਕਰਦੇ ਸ਼ੋ, ਸਵੇਰੇ ਵਾਪਸ ਨਾ ਚੱਲ ਜੀ। ਮਿੱਠੇ ਤੂੰ ਸੁਣਾ,
ਚਾਚੇ ਹੋਣਾ ਦੀ। ਇਹਨਾਂ ਦੀ ਖਿਦਮਤ ਸੁਣ ਕੇ ਲੱਗਦਾ ਮੈਂ ਤੇ ਅੱਬੇ ਨਾਲ ਬਹੁਤ ਬਦਤਮੀਜ਼ ਰਿਹਾ। ਮੈਂ ਤੇ ਸਾਹ ਵੀ ਨਹੀਂ ਸਕਿਆ ਬੰਦਾ, ਜਿਹਦੇ ਮੈਂ ਅੱਬੇ ਨਾਲ ਹੁਣ ਤੱਕ ਜੱਫੀ ਪਾਈ ਹੁੰਦੀ ਮੈਂ ਜਾਣ ਹੀ ਨਹੀਂ ਦਿੰਦਾ। ਹਾਂ ਮਿੱਠਾ ਉਸਤਾਦ ਜੀ ਇਹ ਆਪਣੇ ਬਕਵਾਸ ਕਰ ਰਹੇ, ਜੀਂਦੇ ਜੀ ਇਹਨਾਂ ਨੇ ਕੁਝ ਨਹੀਂ ਕੀਤਾ ਹੈ, ਹੁਣ ਸਿਰਫ ਕੈਮਰੇ ਦੇ ਅੱਗੇ ਬੈਠੇ ਨਹੀਂ ਨਹੀਂ ਕੀ ਨਹੀਂ ਕਰਦੇ ਪਿਓ? ਤੁਹਾਡੇ ਅੱਗੇ ਨਾਲ ਸਿਗਰਟ ਬੰਦ ਕਰਾਉਂਦੀ ਆ। ਓਏ ਮੇਰੀ ਗੱਲ ਸੁਣ, ਇਹ ਨਹੀਂ ਪੀਣਾ ਬਸ ਆਓ ਲੈ ਆਓ। ਮੇਰੇ ਕੋਲ ਸਿਗਾਰ ਪੀਂਦੇ ਸੀ, ਸਿਗਰਟ ਨਹੀਂ ਸੀ ਪੀਂਦੇ। ਸਿਗਾਰ ਤੁਸੀਂ ਦਰਖਤ ਨੂੰ ਅੱਗ ਲਾ ਦੇਵੇ ਸੀ ਜਿੰਨੀ ਮੈਂ ਪਤਾ ਤੁਹਾਡੀ। ਯਾਰ ਸਗਾਰ ਮੰਡੀ ਕੰਮ ਕਰਦੇ ਸੀ ਫਲ ਦਾ। ਸਿਰ 5 ਫੁੱਟ। ਮਿੱਠਾ ਆਪਣੇ ਵਾਲਦ ਸਾਹਿਬ ਨਾਲ ਬਹੁਤ ਮੁਹੱਬਤ ਕਰਦਾ, ਮੈਨੂੰ ਅੱਜ ਵੀ ਯਾਦ ਹੈ। ਨਹੀਂ ਮੈਂ ਤਾਂ ਕੱਖ ਵੀ ਨਹੀਂ ਕੀਤਾ। ਯਾਰ ਅਸੀਂ 41 ਦੇ ਮੈਂ ਦਫ਼ਤਰ। ਛੁਰੀਆਂ ਮਾਰੀਆਂ ਵਾਲਦ ਸਾਹਿਬ, ਮੇਰੇ ਬਾਰੇ ਚ ਵੀ ਇਹੋ ਹੀ ਆ। ਮੈਂ ਵਾਲਦ ਸਾਹਿਬ ਨੂੰ ਗਧਾੜਿਆ ਤੇ ਚੁੱਕਿਆ ਜਦੋਂ ਅਲਾਲਤ ਦੀ ਘਰੇ ਜੋ ਕੋਈ ਬਿਮਾਰੀ। ਚੀਜ਼ ਦਵਾਣ ਜਾਂਦਾ ਸੀ। ਨਹੀਂ ਬਿਮਾਰ ਸਨ ਨਾ, ਕਧਾਰੇ ਚੁੱਕੇ ਆ ਗਧਾੜੇ ਚੁੱਕ ਕੇ ਮੈਂ ਮੈਡੀਸਨ ਲੈਣ ਜਾਂਦਾ ਰਿਹਾ ਮੈਂ ਯਾਰ ਫੈਸਲ। ਮਰੇ ਤੂੰ ਉਥੇ ਬੁਢਾ ਕੇ ਲੈ ਆਂਦਾ ਜਾ ਕੇ। ਟਾਈਮ ਮੁੱਕ ਜਿਹੜਾ 10 ਮਿੰਟ ਸਾਡਾ ਵਾਲਾ ਚੱਲ ਲੈਣ ਦਿਓ। ਮਿਹਰਬਾਨੀ ਆ ਐਡੀਟਰ ਸਾਹਿਬ। ਕੀ ਸੀ ਤੁਸੀਂ? ਅੱਛਾ ਹੁਣ ਵਾਲਦ ਚੱਲੇਗਾ। ਚਲਾ ਮੈਂ ਤੁਸੀਂ ਕਿੱਥੇ ਚਲਾ ਗਿਆ? ਕੀ ਕਰਨਾ ਉਸਤਾਦ? ਛੱਡਦੇ ਆ, ਤੈਨੂੰ ਕੀ ਮਸਲਾ ਵਾ? ਲੱਗੇ ਹੋਏ ਉਹ ਮਜ਼ਦੂਰੀ ਤੈਨੂੰ ਕੀ ਪ੍ਰੋਬਲਮ? ਅੱਛਾ ਵਾਲਦ ਸਾਹਿਬ ਦੀ ਤੁਸੀਂ ਵੀ ਕਦਰ ਕੀਤੀ। ਨਹੀਂ ਭਰਾਵਾ ਮੈਂ ਤਾਂ ਲੱਗਣ ਹੀ ਦਿਆ। ਮੈਂ ਕਦਰ ਕੀਤੀ ਹੈ ਜਦੋਂ ਪਾਣੀ ਵੀ ਸਾਂਭਿਆ ਵਾ। ਹਰਿਆਈ ਆ ਗਈ ਪਾਣੀ, ਲੇਕਿਨ ਪਾਣੀ ਨਹੀਂ ਰੋੜਿਆ। ਫਿਲਟਰ ਹੁੰਦਾ ਹਰ ਹਫਤੇ। ਆਪਣੇ ਅੱਬੇ ਦਾ ਪਾਣੀ ਦੀ ਗੱਲ ਕਰ। ਚੱਲ ਅੱਗੇ ਕਰ। ਖਿਦਮਤ ਉਸਤਾਦ ਜੀ, ਜਦੋਂ ਤੁਸੀਂ ਤੁਹਾਡੇ ਅੱਗੇ ਕਿਸੇ ਦੇ ਵਾਲਿਦ ਦਾ ਜ਼ਿਕਰ ਹੋਵੇ ਨਾ ਤੇ ਤੁਹਾਡੀ ਆਪਣੀ ਅੱਖ ਨਮ ਹੋ ਜਾਏ ਹਾਏ ਤੇ ਸਮਝ ਲਿਓ ਯਾਰ ਤੁਸੀਂ ਆਪਣੇ ਵਾਲਿਦ ਨਾਲ ਸਿੰਸੀਅਰ ਰਹੇ ਹੋ। ਬਸ ਤੇ ਯਾਦਾਂ ਨੂੰ ਬਿੱਲ ਬਹੁਤਾ ਹੈ। ਨਹੀਂ ਤੇ ਉਸਤਾਦ ਯਾਰ ਤੂੰ ਐਡੀ ਅੱਛੀ ਲਾਈਨ ਬੋਲ ਕੇ ਨਾ ਐਡਾ ਬੁਰਾ ਲੱਗਿਆ, ਘਟੀਆ ਤਰੀਨ ਇਨਸਾਨ ਲੱਗਿਆ। ਤੂੰ ਉਹ ਫਕੀਆਂ ਜਿਹਾ ਕਰ ਯਾਰ ਬਹੁਤ ਪਿਆਰੀ ਗੱਲ ਹੈ। ਚੰਗੀ ਗੱਲ ਹੈ, ਕਰਦਾ ਨਹੀਂ ਸੀ। ਤੁਹਾਡੇ ਅੱਗੇ ਹਾਏ ਲਾਜ਼ਮੀ ਨਹੀਂ ਕਿ ਤੁਸੀਂ ਆਪਣੇ ਵਾਲਿਦ ਦੇ ਨਾਮ ਤੇ ਆਸ਼ਕਬਾਰ ਹੋਣਾ ਵਾ। ਆਸ਼ਕਬਾਰ। ਅੱਛਾ ਜੀ। ਆਹੋ ਤੁਹਾਡੇ ਕੀ ਹੁਣ ਦੇਖੋ ਤੁਸੀਂ ਆਪਣੇ ਵਾਲਿਦ ਸਾਹਿਬ ਜ਼ਿਕਰ ਕੀਤਾ, ਯਕੀਨ ਮੰਨੋ ਮੈਨੂੰ ਪਤਾ ਮੈਂ ਕਿੱਦਾਂ ਕਾਮੇਡੀ ਕੀਤੀ। ਮੈਂ ਉੱਠਣ ਲੱਗਾ ਸੀ, ਇਹ ਉੱਠਣ ਲੱਗਾ ਸੀ, ਜੁੱਤੀ ਲਾਉਣ ਲੱਗਾ ਸੀ, ਇਹ ਜੁੱਤੀ ਫੜਨ ਲੱਗਾ ਸੀ ਵੀ ਤੂੰ ਇਹ ਕੀ ਕਰ। ਮੈਨੂੰ ਯਾਦ ਆ ਗਿਆ 25 ਤਰੀਕ ਆਉਣ ਵਾਲੀ ਹੈ, ਬੈਠੇ ਇਹਦਾ ਫੌਰਨ ਦੇਣ ਚ ਆਇਆ ਵੀ ਡੇਟਾ ਚੱਲ ਰਹੀ ਆ ਤੇ ਉਹ ਨਹੀਂ ਨਹੀਂ ਯਾਰ। ਅੱਬਾ ਜੀ ਨੇ ਕੋਈ ਨਸੀਹਤ ਕੀਤੀ ਸੀ। ਕਿਹੜੀ ਕਿ ਤੂੰ ਮੇਰਾ ਨਹੀਂ ਹੈਗਾ? ਯਾਰ ਇਹ ਨਸੀਹਤ ਨਹੀਂ ਹੈ, ਇਹ ਨਸੀਹਤ ਨਹੀਂ ਹੈ। ਲੇਕਿਨ ਉਹਨੇ ਫਿਲਮ ਦੀ ਕਰਤੀ। ਚਲੋ ਉਹਦੀ ਯਾਰ ਵੀ ਘੱਟ ਇਨਫੋਰਮੇਸ਼ਨ ਘਟਾਉਣਾ ਨਾ ਖਿਆ ਹੁੰਦਾ ਵਾ, ਨਸੀਹਤ ਨਹੀਂ ਹੁੰਦੀ। ਮੇਰੇ ਅੱਬਾ ਜੀ ਨੇ ਨਸੀਹਤ ਕੀਤੀ, ਉਹਨਾਂ ਨੇ ਤੈਨੂੰ ਕਿਹਾ ਹੋਣਾ ਕਿ ਬੇਟੇ ਪੁੱਤਰ ਜੋ ਵੀ ਹੋ ਗਿਆ ਮਾਫੀ ਦੇ ਦੇ। ਐਵੇਂ ਫੌਰਨ ਵਾਲਿਦ ਨਹੀਂ ਮੰਨ ਲਈਦਾ ਕਿਸੇ ਦਾ। ਚਲੋ ਚਲੋ ਚਲੋ। ਮਿੱਠੇ ਦੇ ਸਾਹਮਣੇ ਜਦੋਂ ਪਿਓ ਦੀ ਗੱਲ ਕਰੋ ਨਾ, ਮਿੱਠੇ ਦੇ ਦਿਲ ਚੋਂ ਤਾਂ ਮੈਂ ਨਿਕਲ ਜਾਵਾਂ। ਪੁੱਛੋ ਕਿਉਂ? ਕਹਿੰਦਾ ਯਾਰ ਅੱਗੇ ਅੱਗੇ ਮਸੀ ਮਰਿਆ ਫੇਰ ਉਹਦੀਆਂ ਗੱਲਾਂ ਮਜ਼ਾਕ ਹੋ ਜਾਂਦਾ। ਆਹ ਉਹਨਾਂ ਨੇ ਇੱਕੋ ਨਸੀਹਤ ਕੀਤੀ ਹੈ, ਕੋਲ ਬਿਠਾ ਕੇ ਪਾਣੀ ਦਾ ਗਲਾਸ ਮੰਗਾਇਆ ਨਾਲ 2 ਡਿਸਪਲਿਨ। ਉਹਨਾਂ ਨੇ ਇੱਕ ਨਸੀਹਤ ਕੀਤੀ। ਉਹਨਾਂ ਨੇ ਕਿਹਾ ਮਿੱਠੇ ਮੇਰੀ ਇੱਕ ਨਸੀਹਤ ਆ ਕਿ 4 ਗੱਲਾਂ ਮੇਰੀਆਂ ਤੂੰ ਹਮੇਸ਼ਾ ਯਾਦ ਰੱਖਣੀਆਂ। ਇੱਕ ਨਸੀਹਤ ਇੱਕ ਨਾ 4 ਗੱਲਾਂ ਹਮੇਸ਼ਾ ਯਾਦ ਰੱਖਣੀਆਂ ਨੇ। ਸਰ ਵਿਚਾਰ ਉਹ ਨਸੀਹਤ ਇੱਕੋ ਦੇ ਵਿੱਚ ਪੈਕੇਜ ਲਾ ਲਿਆ ਨਾ ਉਹਨਾਂ ਨੇ ਕਿਹਾ ਮੈਂ ਜੋ ਬਾਰ-ਬਾਰ ਸੁਣਾਵਾਂ ਇਹਨੂੰ ਲਹਿਦਾ ਕਵਾਂ ਵੀ ਮੇਰੀਆਂ 10 ਨਸੀਹਤਾਂ ਨੇ। ਨਹੀਂ, ਇੱਕੋ ਨਸੀਹਤਾਂ ਦਾ ਉਹਦੇ ਅੰਦਰ 4 ਕੈਟਾਗਰੀਆਂ ਪਾ ਲਈਆਂ ਨੇ। ਉਹਨਾਂ ਨੇ ਨਸੀਹਤਾਂ ਦੇ ਫੋਲਡਰ ਬਣਾ ਦਿੱਤੇ ਨੇ। ਇੱਕ ਕਿਸੇ ਉਹਨਾਂ ਨੇ ਕਿਹਾ ਵੀ ਮਿੱਠੇ ਇੱਕੋ ਹੀ ਨਸੀਹਤ ਹੈ ਮੇਰੀ ਕਿ ਵੀ ਤੂੰ 4 ਗੱਲਾਂ ਮੇਰੀਆਂ ਯਾਦ ਰੱਖਣੀਆਂ ਨੇ। ਹਾਂ ਠੀਕ ਹੈ। ਅੱਛਾ 8 ਕੰਮ ਜ਼ਿੰਦਗੀ 'ਚ ਨਹੀਂ ਕਰਨੇ। ਸਰ ਤੇ ਅਟਮਾਰਾ ਹੋ ਗਈ ਫਰੀ। ਠੀਕ ਹੈ। ਤੇ ਇੱਕ ਜਿਹੜੀ ਨਸੀਹਤ ਮੇਨ ਆ ਫੋਲਡਰ ਦੇ ਅੰਦਰ ਰਾ ਉਹ ਹਲੇ ਪਈ ਹੈ ਨਸੀਹਤ ਪਈ ਹਲੇ। ਐ ਪੂਰੀ 8 ਡਿਸਕ੍ਰਿਪਸ਼ਨ ਕੰਮ ਜ਼ਿੰਦਗੀ 'ਚ ਤੂੰ ਨਹੀਂ ਕਰਨੇ। ਠੀਕ ਹੈ ਨਾ? ਠੀਕ। ਬੱਤੀਆਂ ਦੰਦਾਂ 'ਚੋਂ ਤੂੰ 2 ਕੱਢੇ, ਉਹ ਕੰਮ ਪੂਰਾ ਨਹੀਂ ਹੋਣਾ। ਹਾਂ ਗੱਲ ਮੇਰੀ ਲਿਖ ਲਾ, ਯਾਦ ਕਰ ਲਾ, ਇੱਕੋ ਹੀ ਨਸੀਹਤ ਆ। 4 ਗੱਲਾਂ ਤੂੰ ਨਹੀਂ ਕਰਨੀਆਂ, 8 ਕੰਮਾਂ ਤੋਂ ਪਰਹੇਜ਼ ਕਰਨਾ। ਸਹੀ ਗੱਲ। ਠੀਕ ਹੈ। ਬਿਲਕੁਲ ਠੀਕ। ਯਾਨੀ ਕਿ ਇਹਦੇ ਵਾਲਦ ਸਾਹਿਬ ਵੀ ਬੋਲਦੇ ਹੀ ਰਹਿੰਦੇ ਸੀਗੇ। ਚਲੋ ਚੀਜ਼ਾਂ ਦਾ ਨਾਲ ਕੋਈ ਆ ਕਿ ਚਗਾ ਲਕੋ ਲਿਆ ਨਿਕਲ ਕੋ ਲਈ ਗਏ ਤਾਂ ਪੂਰੇ ਆ ਨਾ। ਉਹ ਨਹੀਂ ਯਾਰ ਉਹ ਤੇ ਇਹ ਤੇ ਸਾਸੇ ਹੁੰਦੇ ਨੇ। ਸਾਸਾ ਕਾਹਦਾ ਯਾਰ, ਉਹਨਾਂ ਨੂੰ ਉਦੋਂ ਹੀ ਟੋਰਦਾ ਸਾਤਾ ਹੀ। ਉਹਨਾਂ ਨੇ ਅੱਗੇ ਜਾ ਕੇ ਸ਼ਰਮਿੰਦਾ ਹੁੰਦੇ ਹੋਣੇ ਵਿਚਾਰੇ। ਸਿਮਲ ਵਰਦੀ ਜੀ। ਉਹਨਾਂ ਨੇ ਨਸੀਹਤ ਕੀਤੀ ਇੱਕੋ ਹੀ। ਉਹਨਾਂ ਨੇ ਕਿਹਾ ਇੱਕੋ ਹੀ ਨਸੀਹਤ ਹੈ ਮੇਰੀ, ਇਹ ਕਿਤਾਬ ਮੈਂ ਤੇਰੇ ਵਾਸਤੇ ਲਿਖੀ ਹੈ। ਇਹ 2500 ਸਫ਼ੇ ਦੀ ਕਿਤਾਬ ਹੈ। ਦਿਲ ਰੱਟ ਲੈ। ਇਹਦੇ ਅੰਦਰ ਤੇਰੀ ਜ਼ਿੰਦਗੀ ਦੀ ਹਰ ਗੱਲ ਹੀ, ਤੂੰ ਕੀ ਕਰਨਾ ਕੀ ਨਹੀਂ ਕਰਨਾ, ਇੱਕੋ ਹੀ ਮੇਰੀ ਨਸੀਹਤ। 2000 ਸਮੇਂ ਦੀ ਸਰ ਔਰ ਸੁਬਾਹ ਤੋਂ ਉੱਠ ਕੇ ਆ ਕਰਨਾ, ਇੰਨੀ ਉਮਰ 'ਚ ਤੂੰ ਆ ਕਰਨਾ, ਏਦਾਂ ਵਿਆਹ ਕਰਨਾ, ਹਰ ਗੱਲ 'ਚ ਲਿਖੀ ਹੈ। ਔਰ ਇਹ ਕਿਤਾਬ ਇੱਕ ਮੇਰੀ ਨਸੀਹਤ ਆ। ਬਾਪ ਕੀ ਨਸੀਹਤ। ਹਾਂ, ਬਾਪ ਕੀ ਨਸੀਹਤ। ਮੈਂ ਮੰਜੇ ਤੇ ਬੈਠਾ ਔਰ ਸੀ। 18 ਸਾਲ ਹੋ ਗਏ ਵਾਲਦ ਸਾਹਿਬ ਨੂੰ ਫੌਤ ਹੋਏ, ਹਾਲੇ 9ਵੇਂ ਸਫ਼ੇ ਤੇ ਪਹੁੰਚੇ।
ਅੱਛਾ ਇੱਕ ਨਸੀਹਤ ਨਹੀਂ ਬੋਲੀ ਇਹਨੂੰ ਪੁੱਛੋ ਉਹਨਾਂ ਦੇ ਕਿੱਥੇ ਆ, ਮੈਂ ਅੱਬੂ ਦੀ ਨਸੀਹਤ ਪੜ੍ਹ ਰਿਹਾ। ਲੋਕੀ ਵਸੀਅਤ ਪੜ੍ਹਦੇ ਮੈਂ ਕਿੱਥੇ ਕ ਪਹੁੰਚਿਆ, ਕਹਿੰਦਾ ਮੈਂ ਪੰਜਵਾਂ ਸਭਾ ਪਾਰ ਕੀਤਾ ਵਾ। ਸੇਮ ਚ ਉਸਤਾਦ ਜੀ 4 ਪਈ ਸੀ, ਬੱਕਰਾ ਪੱਕਾ ਸੀ, ਨਲੀ ਵਾਲੀ ਬੋਟੀ ਸੀ, ਇੰਜ ਕਰਕੇ ਅੱਬੂ ਨੇ ਝਾੜਨੀ ਸੀਗੀ। ਬਸ ਕਮਜ਼ੋਰੀ ਇੰਨੀ ਕੋਈ ਗਲਤ ਝੜ ਗਈ, ਥੱਲੇ ਝੜ ਗਈ, ਪਲੇਟ 'ਚ ਨਹੀਂ ਝੜੀ, ਥੋੜੀ ਸਾਈਡ ਤੇ ਝੜ ਗਈ। ਮੈਨੂੰ ਕਹਿੰਦਾ ਸਾਈਜ਼ ਚੁੱਕ ਕੇ ਫੜਾ। ਲਓ ਯਕੀਨ ਮੰਨੋ, ਬੋਟੀ ਇੰਜ ਕਰਕੇ ਮੈਂ ਚੁੱਕ ਕੇ ਫੜਾਉਣ ਲੱਗਾ ਤੇ ਅੱਬਾ ਜੀ ਲੰਮੇ ਪੈ ਗਏ। ਲੰਮੇ ਪੈ ਗਏ। ਤੇ ਉਹਨਾਂ ਨੇ ਨਹੀਂ ਕਿਹਾ ਉਹ ਉਹਨਾਂ ਨੇ ਫੜਾਈ, ਤੂੰ ਆਪਣੇ ਮੂੰਹ ਚ ਪਾ ਲਈ ਆ ਉਸੇ ਟੈਨਸ਼ਨ ਦੇ ਵਿੱਚ। ਉਹ ਲੰਮੇ ਪੈ ਗਏ, ਉਹ ਕਹਿੰਦੇ ਮਿੱਠੇ ਨਾਲ ਹੀ ਆ ਪੁੱਤਰ। ਬਾਪ ਨਾਲ ਪੈ ਨਹੀਂ ਸਕਦੇ ਨਹੀਂ ਪੈ ਸਕਦੇ। ਤੇ ਫਿਰ ਤੁਸੀਂ ਅਸੀਂ ਵੀ ਤੇ ਪੈ ਨਹੀਂ ਤੰਜ਼ੀਆਂ ਨਹੀਂ, ਉਹਨੇ ਗੱਲ ਕੀਤੀ ਯਾਰ ਮਿੱਠੇ, ਗੱਲ ਤੂੰ ਵੀ ਤੇ ਵੇਖਿਆ ਕਰਨਾ, ਬੋਟੀ ਤੂੰ ਵਾਲਦ ਸਾਹਿਬ ਨੂੰ ਨਹੀਂ ਦਿੱਤੀ, ਤੂੰ ਆਪ ਖਾ ਗਿਆ, ਉਹ ਪੈ ਗਏ। ਯਾਰ ਥੱਲੇ ਡਿੱਗੀ ਸੀ, ਉਹਨੇ ਕਿੱਦਾਂ ਵੱਲ ਸਾਹਮਣੇ ਯਾਰ ਵਾਲ ਸਾਹਮ ਦੇਣ ਵਾਲੀ ਹੈ ਸੀ ਭਲਾ, ਐਡੀ ਅੱਛੀ ਸੀ ਯਾਰ। ਅੱਛਾ ਦੇਖੀ ਦੀ ਬੋਟੀ ਸੀ ਯਾਰ, ਵਾਲ ਸਾਹਮ ਦੇਣ ਵਾਲੀ ਹੈ। ਮੈਂ ਖਾ ਗਿਆ। ਕਿੰਨਾ ਐਡੀ ਅੱਛੀ ਬੋਟੀ ਸੀ। ਆਹੋ ਯਾਰ ਇਹ ਡਿੱਗੀ ਨਹੀਂ, ਦੋ ਵੀ ਸੂਰਤਾਂ ਜੀ। ਇਹ ਜਦੋਂ ਇੰਜ ਕਰਨ ਲੱਗੇ ਨਾ, ਇਹਨੇ ਕਿਤੇ ਇੰਜ ਕੀਤਾ ਉਸ ਟਾਈਮ। ਸਹੀ ਗੱਲ ਹੈ। ਉਹਨਾਂ ਨੇ ਨਸੀਹਤ ਕੀਤੀ, 2 ਡਿਸਪਲਿਨਾਂ ਲਈਆਂ, ਇੱਕ ਪਾਣੀ ਦਾ ਗਲਾਸ ਲਿਆ, ਫੱਕਾ ਮਾਰਦੇ ਵਾਲਸਾ ਨੇ ਕਿਹਾ ਕਿ ਐ ਗੋਲੀ ਅੰਦਰ ਗਈ ਆ। ਤੇ ਵਾਲਸਾ ਨੇ ਕਿਹਾ ਸੀ ਪੁੱਤ ਤਫਾਕ ਦਾ ਡਰ ਸਾਡੇ ਭਰਾਵਾ। ਬਸ ਲੈ ਉਸ ਤੋਂ ਬਾਅਦ 8 ਤੋਂ 9 ਸਾਲ ਜਿੰਦਾ ਰਹੇ ਸਿਰਫ। ਲੇਕਿਨ ਅਸੀਂ ਨਸੀਹਤ ਪੱਲੇ ਬਣੀ ਫੀਸ, ਅਸੀਂ ਇਕੱਠੇ ਸਾਰੇ ਭਰਾ। ਆ ਦੇਖ ਲੈ, ਨਾਦਰ ਇੱਧਰ ਰਹਿੰਦੇ ਆ ਵਾ, ਬਾਬਰ ਇੱਧਰ। ਆਹੋ ਸਹੀ ਗੱਲ ਹੈ ਭਾਈ। ਇਹ ਦੇਖ ਨਹੀਂ, ਆਪਣੇ ਬੜੀ- ਅੱਬੂ ਕਿਹਾ, ਅੱਬੂ ਜੀ ਕੋਈ ਜਦਾਦ ਜਦੂਦ ਸਾਡੇ ਨਾਮੇ ਕੁਛ ਚਾਹੇ ਦੱਸੋ। ਉਹਨੇ ਕਿਹਾ ਬੇਟਾ ਕੱਖ ਨਹੀਂ। ਅੱਛਾ ਹੁਣ ਇਹ ਆਪਣੇ ਬੱਚਿਆਂ ਨੂੰ ਅੱਬਾ ਜੀ ਦੀ ਨਸੀਹਤ ਦਾ ਕੋਰਸ ਕਰਾਉਣ ਡਿਆ। ਐਡੀ ਲੰਮੀ ਨਸੀਹਤ ਹੈ ਨਾ, ਇਹਨੂੰ ਪੁੱਛੋ ਨਾ ਵੀ ਕਿੱਥੇ ਹੁੰਨਾ ਅੱਜ ਕੱਲ। ਬਸ ਯਾਰ ਕਹਿੰਦਾ ਪਿਓ ਦਾ ਬੇੜਾ ਕਰਕੇ ਹੋਇਆ, ਨਸੀਹਤ ਕਰ ਰਹੀ ਹੈ। ਟਿਊਟਰ ਲੱਭ ਕੇ ਦਿਓ, ਮੈਂ ਨਸੀਹਤ ਪੜ੍ਹਨੀ। ਭਰਾਵਾ ਐਡੀ ਕਿਤਾਬ ਆ, ਡਾਕਟਰ ਨੇ ਮੇਰੇ ਵਿੱਚ ਸਪੈਸ਼ਲ ਰੱਖੀ ਹੋਈ ਹੈ ਨਸੀਹਤ ਵਾਲੀ ਕਿਤਾਬ, ਨਹੀਂ ਮਿੱਠੇ ਕਬਾਲਤ ਕੀ ਨਸੀਹਤ। ਆਹੋ ਈਵਨ ਅੱਲਾ ਇਹਦੀ ਅੰਮੀ ਨੇ ਵਿੱਚੋਂ ਰੱਦੀ ਕਰ ਕਿੰਨੀ ਵੇਚੀ ਹੈ, ਉਹ ਫੇਰ ਐਡਾ ਧੜਾ ਲੱਗਾ। ਪਹਿਲੇ ਫੋਨ ਨੰਬਰ ਵਾਲੀ ਨਹੀਂ ਸੀ ਕਿਤਾਬ, ਆਉਂਦੀ ਮੋਟੀ ਸਮੋਸੇ ਨਹੀਂ ਉਹ ਵਿੱਚੋਂ ਸਫੇ ਹਲਾਲ ਖਾਣ ਵਾਲੇ ਸਫੇ ਪਾੜ ਕੇ ਰਹੀ। ਹਲਾਲ ਖਾਣ ਵਾਲੀਆਂ ਨਸੀਹਤਾਂ ਨਹੀਂ, ਉਹ 2 ਸਫੇ ਵਿੱਚੋਂ ਪਾੜ ਗਏ। ਟਿੱਡੀ ਪੈ ਗਈ ਉਹਨੂੰ, ਟਿੱਡੀ। ਸਹੀ ਗੱਲ। ਨਹੀਂ ਯਾਰ ਕਿੱਡੀ ਅਜੀਬ ਗੱਲ ਕੀਤੀ ਨਹੀਂ ਮਿੱਠਾ ਜੀ। ਇਹ ਵਾਲਦ ਦੀਆਂ ਨਸੀਹਤਾਂ ਜਿਹੜੀਆਂ ਤੁਸੀਂ ਜਿਹੜੀਆਂ ਇਹਨਾਂ ਦੱਸੀਆਂ, 8 ਤੇ 8 16 ਤੇ ਕਿੰਨੀਆਂ 32 ਤਕਰੀਬਨ ਕੋਈ 46 ਕਿ ਜਿਹੜੀਆਂ ਨਸੀਹਤਾਂ ਉਹ ਤੁਸੀਂ ਪੱਲੇ ਬੰਨੀਆਂ। ਮੇਰੇ ਵਾਲ ਸਾਹਿਬ ਨੇ 3 ਗੱਲਾਂ ਕੀਤੀਆਂ ਨੇ ਕਿ ਗੰਦ 'ਚ ਹੱਥ ਨਹੀਂ ਮਾਰਨਾ, ਝੂਠ ਨਹੀਂ ਬੋਲਣਾ, ਝੂਠ ਨਹੀਂ ਕਰਨਾ। ਤੇ ਤਿੰਨੇ ਕਰ ਰਿਹਾ ਤੂੰ। ਨਹੀਂ ਉਹਨਾਂ ਨੂੰ ਪਤਾ ਸੀ ਨਾ ਕਿ ਇਹ ਤਿੰਨੇ ਹੀ ਕਰਦਾ ਵਾ, ਇਹਨੂੰ ਮੇਰੇ ਤੋਂ ਹੀ ਰੋਕਦੇ ਆ ਬਸ, ਅੱਗੋਂ ਜੋ ਮਰਜ਼ੀ ਕਰੇ। ਵਾਲਦ ਸਾਹਿਬ ਨੇ ਕਿਹਾ ਗਰੀਬ ਦੇ ਨਾਲ ਕੋਈ ਮਾੜਾ ਬੰਦਾ ਆਪਣੇ ਤੋਂ ਵੇਖ ਕੇ ਉਹਦਾ ਮਾਲ ਖਾਣ ਵਾਲੀ ਜਿਹੜੀ ਇਹ ਗੱਲ ਹੈ ਨਾ, ਇਹ ਵਾਲਦ ਨੇ ਸਪੈਸ਼ਲ ਕਿਹਾ। ਲੜ ਗਈ ਤੈਨੂੰ। ਵਾਲਾ ਸਾਹਿਬ ਨੇ ਇਹਨੂੰ ਕਿਹਾ ਕਿ ਤੂੰ ਗਰੀਬ ਨਾਲ ਮੁਹੱਬਤ ਕਰਨੀ ਹੈ। ਉਸ ਦਿਨ ਤੋਂ ਬਾਅਦ ਫਿਰ ਨਹਾ ਧੋ ਕੇ ਆਪੇ ਹੀ ਪਿਆਰ ਪਾਊਡਰ ਲਾ ਕੇ ਬਾਹਰ ਨਿਕਲਦਾ ਸੀ। ਸ਼ੀਸ਼ੇ ਅੱਗੇ ਹਾਂ ਗਰੀਬ ਨਾਲ ਮੁਹੱਬਤ ਕੀਤੀ ਤੇ ਆਪੇ ਬੈਠਾ ਕਰੀ ਜਾ ਰਿਹਾ ਸੀ ਉਹ ਮੇਰਾ ਛੋੜ। ਐਵੇਂ ਬਾਹਰ ਪੌੜੀਆਂ ਤੇ ਬੈਠੇ ਨੇ ਆਪਣੇ ਨੂੰ, ਮੈਂ ਗਰੀਬ ਆਪੇ ਗੱਲ ਪੱਟੀ ਜਿਹੜੀ ਆਪਣੀ। ਮੈਂ ਪਾਗਲ ਹਾਂ ਵੀ ਮੈਂ ਇਦਾਂ ਦੀਆਂ। ਵਾਲਦ ਸਾਹਿਬ ਤੇ ਠੀਕ ਸੀ ਨਾ, ਚਲੋ ਗੱਲ ਕਰੋਗੇ। ਇਹ ਨਹੀਂ ਇਹ ਚੀਜ਼ਾਂ ਹੁੰਦੀਆਂ ਕਿ ਉਸਤਾਦ ਜੀ ਤੁਹਾਨੂੰ ਵਾਲਦ ਸਾਹਿਬ ਦੀ ਨਸੀਹਤ ਜਿਵੇਂ ਇਹਨੂੰ ਯਾਦ ਹੈ ਨਾ, ਮੈਨੂੰ ਵੀ ਯਾਦ ਹੈ। ਮੇਰੇ ਵਾਲਦ ਸਾਹਿਬ ਨੇ ਕਿਹਾ ਗੰਦ 'ਚ ਹੱਥ ਨਹੀਂ ਮਾਰਨਾ, ਅੱਜ ਤੱਕ ਤੇਰੇ ਵੀਰ ਨੇ ਗੰਦ 'ਚ ਹੱਥ ਨਹੀਂ ਮਾਰਨਾ। ਹਾਂਜੀ ਘਰੋਂ ਨਿਕਲ ਗਿਆ, ਘਰ ਕਿਤੇ ਸ਼ਹਿਰ ਨੂੰ ਹੱਥ ਨਹੀਂ ਸੀ ਲਾਉਂਦਾ, ਗੰਦ 'ਚ ਹੱਥ ਨਹੀਂ ਮਾਰਨਾ ਵਾਲਦ ਸਾਹਿਬ। ਲੱਤਾਂ ਡਬੋ ਕੇ ਬਹਿ ਜੀ ਬੋ। ਮੈਂ ਉਹਨਾਂ ਕਿਹਾ ਝੂਠ ਨਹੀਂ ਬੋਲਣਾ। ਸਾਰੀ ਜ਼ਿੰਦਗੀ ਲੰਘ ਗਈ ਹੈ, ਜ਼ਿੰਦਗੀ 'ਚ ਇੱਕ ਵਾਰੀ ਵੀ ਝੂਠ ਨਹੀਂ ਬੋਲਿਆ। ਇਹ ਗੱਲ ਮੈਂ ਨਹੀਂ ਮੰਨ ਸਕਦਾ। ਹਨਾ ਇਹ ਮੇਰੇ ਵੀ ਮੰਨਣ ਚਾਹ ਉਹਨੇ ਵੀ ਨਹੀਂ ਬਣੀ ਵਾਲਦ ਸਾਹਿਬ ਦੀ ਇਹ। ਯਕੀਨ ਕਰ ਇਹਦੇ ਤੇ ਤੂੰ ਮੈਂ ਇਤਫਾਕ ਕਰਦਾ। ਨਹੀਂ ਉਸਤਾਦ ਜੀ ਅੱਜ ਤੱਕ ਮੈਂ ਝੂਠ ਨਹੀਂ ਬੋਲਿਆ। ਕੋਈ ਬੰਦਾ ਰਿਕਾਰਡ ਮੇਰੀ ਲਾਈਫ ਦਾ ਜਿਹੜਾ ਨਾ ਕਰੈਕਟਰ ਸਰਟੀਫਿਕੇਟ ਲੈਣਾ ਨਾ, ਤੇ ਮੇਰੇ ਯਾਰਾਂ ਸੱਜਣਾ ਤੋਂ ਇਲਾਵਾ ਕਿਸੇ ਵੀ ਬੰਦੇ ਨੂੰ ਪੁੱਛ ਲਓ। ਯਾਰ ਦੋਸਤ ਨੇ ਕਿਹੜੇ ਗਏ ਫਰੀ ਦੱਸ। ਕੋਈ ਨਹੀਂ ਯਾਰ, ਮੇਰੇ ਭੈਣ ਭਰਾ ਸਾਰੇ ਜਿਹੜੇ ਉਹਨਾਂ ਕੋਲ ਪੁੱਛ ਲਓ। ਮੈਂ ਜ਼ਿੰਦਗੀ 'ਚ ਵਾਹਦ ਇੱਕ ਬੰਦਾ ਜਿਹਨੇ ਝੂਠ ਨਹੀਂ ਕਦੇ ਬੋਲਿਆ। ਯਾਰ ਮੈਨੂੰ ਨਾ ਵੈਸੇ ਖੁਸ਼ੀ ਇੱਕ ਗੱਲ ਦੀ ਹੋਈ, ਅੱਲਾ ਜ਼ਿੰਦਗੀ ਕਰੇ, ਦਾਨਿਸ਼ ਭਾਈ ਨੂੰ ਇਹਨਾਂ ਦੇ ਵਾਲਦ ਸਾਹਿਬ ਨੂੰ ਸਹੀ ਫੋਨ ਆਇਆ, ਇਹਨਾਂ ਦੇ ਵਾਲਦ ਸਾਹਿਬ ਦਾ ਅੱਬੂ ਦਾ ਫੋਨ। ਹੈਲੋ ਹਾਂਜੀ, ਫੋਨ ਕਿੱਥੇ ਕੀਤਾ ਜੀ? ਤੇ ਰੋਂਗ ਨੰਬਰ ਬੰਦ ਕਰਕੇ ਕਹਿੰਦੇ ਯਾਰ ਅੱਬੂ ਬੜੇ ਅਦਬ ਨਾਲ ਗੱਲ ਕਰਨ ਡੇ ਸੀ। ਕੀ ਮਤਲਬ? ਭੁੱਲ ਜਾਂਦੇ ਨਾ ਯਾਰ, ਇਹ ਚੀਜ਼ਾਂ ਨਹੀਂ ਹੁੰਦੀ ਨਾ। ਅੱਛਾ ਅੱਛਾ ਸ਼ੁਕਰ ਅਲਹਮਦੁਲਿਲਾ। ਸਾਈ ਹੁਣ ਮੈਂ ਚਾਹੁੰਦਾ ਕਿ ਮੈਂ ਆਪਣੇ ਉਸਤਾਦ ਦੀ ਵੀ ਖਿਦਮਤ ਕਰਾਂ, ਮੈਨੂੰ ਅੱਲਾ ਵੀ ਮੌਕਾ ਦੇਵੇ। ਚੀਜ਼ਾਂ ਲੁਕਾਉਣ ਦਾ ਸਿੱਧਾ ਹੀ ਕਹਿ ਦਿਓ, ਵਿੱਚ ਤੁਸੀਂ ਔਲਾ ਪਾ ਰਹੇ ਹੋ। ਆਪ ਹੀ ਤੂੰ ਅੰਨਾ ਹੋਇਆ ਵਾ ਤਾਂ ਨਹੀਂ ਨਜ਼ਰ ਆ ਰਿਹਾ। ਇਹ ਤੇ ਹੋਰ ਮੌਕਾ ਮੈਂ ਕੀ ਦਵਾਂ।
ਹਾਏ ਹਾਏ ਕੀ ਉਸਤਾਦ ਜੀ ਮਤਲਬ ਵਾਹ, ਵਾਹ। ਖੁੱਲ ਕੇ ਗੱਲ ਕਰਿਆ ਕਰੋ ਉਹ ਵੀ ਤੁਹਾਡੇ ਵਾਲ ਸਾਹਿਬ ਮਤਲਬ ਇਹ ਹੈ ਕਿ ਵੀ ਮਤਲਬ ਤੂੰ ਛੋਟਾ ਗੋਸ਼ਤ ਵੀ ਰਸਤੇ ਹੀ ਤੇਰੇ ਕਿਤੇ ਦੁਕਾਨ ਆਉਂਦੀ ਆ, ਹਾਏ ਦੇਸੀ ਮੁਰਗੇ ਦੀ ਵੀ ਆਉਂਦੀ ਆ। ਇਹ ਜਿਹੜੇ ਕੱਲ ਮੈਂ ਜਾਮਣ ਦੇ ਉਹ ਲੈ ਕੇ ਆਇਆ ਵਾਂ, ਉਹ ਚੈਰੀ ਉਹ ਤੇਰੇ ਜਾਮਣ ਤੇ ਰਾਜ਼ੀ ਕੌਣ ਸੀ? ਦੱਸ ਪਤਾ ਮੈਂ ਕਿੱਦਾਂ ਖਾਦੇ? ਸਾਰਿਆਂ ਨੇ ਖਾਦੇ ਮਿਲ ਗਏ ਉਸਤਾਦ ਜੀ। ਉਹ ਸਾਰੇ ਕਿਤੇ ਬਾਗ ਲੈ ਲਿਆ ਸੀਗਾ, ਇੰਨੇ ਕਿਤੇ ਲੈ ਕੇ ਆਏ ਸੀ ਕਿਲੋ ਸਾਰੇ। ਸਾਨੂੰ ਪੂਰਾ ਮਸਰ ਚੌਲ ਲੈ ਲਾ ਯਾਨੀ ਕਿ ਹਾਂ ਲਓ। ਮਸਰ ਚਾਵਲ ਉਹ ਕਿਹਨੇ ਖਾਤੇ ਉਹ ਕਢਾਓ ਲਓ ਜੀ ਇਹ ਰੱਬ ਨੇ ਮੌਕਾ ਦਿੱਤਾ ਜੀ। ਮੁਸਰਾ ਸਾਹਿਬ ਮੌਕਾ ਦਿੱਤਾ ਉਹਦਾ ਜੀ, ਤੁਸੀਂ ਤੇ ਬਦਦੁਆਵਾਂ ਦੇ ਤੁਲੇ ਹੋਏ ਹੋ, ਸਾਨੂੰ ਬਦਦੁਆ। ਗੱਡੀ ਮੇਰੀ ਹਜੇ ਵੀ ਵਰਕਸ਼ਾਪ, ਇੱਕ ਵਾਰੀ ਸਿਰਫ ਗੱਲ ਕੀਤੀ ਤੁਸੀਂ। ਆ ਲਓ। ਹਰ ਸ਼ੋਅ 'ਚ ਗੱਡੀ ਹੁਣ ਗੱਡੀ ਕਹਿਣਾ ਵਾ ਯਾਰ, ਮੈਂ ਮੇਰੀ ਗੱਡੀ 'ਚ ਨਹੀਂ ਤੇਰੇ ਤੇ ਠੀਕ ਨਹੀਂ ਬਾਤੋਂ ਲਾਗੀ ਬਸ ਲੱਗ ਗਈ ਹੈ ਯਾਰ। ਲੋਹੇ ਨੂੰ ਬਾਤੋਂ ਘੱਟ ਲੱਗਦੀ ਲੇਕਿਨ ਇਹਦੀ ਗੱਡੀ ਚੱਲ ਲੱਗੀ ਆਹ ਉਸਤਾਦ ਜੀ ਬਾਹਰ ਵਾਲਦੈਨ ਦੀ ਖਿਦਮਤ ਕਰਨੀ ਚਾਹੀਦੀ ਹੈ ਕਹਿੰਦੇ ਉਹ ਚੱਲ ਮੈਂ ਨਾ ਯਾਰ ਮੇਰੀ ਬਦਦੁਆ ਤੋਂ ਪਹਿਲੇ ਫਾਸਟ ਐਂਡ ਫਿਊਰੀਅਸ ਵਾਲੇ ਮੰਗ ਰਹੇ ਸੀ ਵੀ ਅਗਲੀ ਫਿਲਮ ਵਾਸਤੇ ਦੇ ਗੱਡੀ ਸਾਨੂੰ। ਮੈਂ ਤਾਂ ਸਕੂਨ ਚ ਸੀ ਨਾ ਉਸ ਦੱਸ ਬੱਸ ਕਰਦੇ ਯਾਰ, ਐਡਾ ਤੂੰ ਕਿਤੇ ਨਾਈਟ ਰਾਈਡਰ ਸੀ ਪਹਿਲੇ। ਅੱਛਾ ਓਏ ਤੂੰ ਵੀ ਨਾ ਗੱਲ ਗੁਲ ਕਰ, ਖਿਜਮਤਾਂ ਹੁਣੀ ਕਹਿੰਦੇ ਸੀਗਾ ਯਾਰ ਰੋਜ਼ ਪੈਸੇ ਲੱਗਦੇ ਸੀ, ਉਹ ਮੈਂ ਗੱਲ ਕਰਦੀ ਉਹ ਮੇਰੇ ਤੇ ਪਾਤੇ। ਦੀ ਪਾਣੀ ਹਾਂ ਉਸਤਾਦ ਜੀ ਮੈਂ ਉਹ ਐਂਡ ਤੇ ਵਾਲਦ ਸ਼ੇਰ ਸੁਣਾਉਣਾ ਚਾਹੁੰਦਾ ਹਾਂ ਉਹ ਬਸ ਕਰ, ਹੁਣੀ ਉਸਤਾਦ ਜੀ ਕਹਿਣ ਦੇ ਅਸੀਂ ਸ਼ੋਅ ਤੋਂ ਪਹਿਲੇ ਯਾਰ ਇੱਕ ਤਾਂ ਮੈਂ ਸੁਣ ਕੇ ਹੱਥਦੇ ਆਵਾਂ ਮਾਂ ਪਿਓ ਦੀ, ਐਡੇ ਤੋਂ ਐਡਾ ਨਹੀਂ ਕੀਤਾ, ਐਡੇ ਤੋਂ ਐਡਾ ਨਹੀਂ ਕੀਤਾ, ਹਾਂ, ਇਹ ਗੱਲ ਸਾਨ ਕਰ ਕੀਤਾ, ਹਾਂ, ਕੀਤੀ ਅਸੀਂ ਕਰ ਰਿਹਾ ਸੀਗਾ। ਚੱਲ ਤੇ ਤੂੰ ਨਾ ਦੱਸ, ਕੋਈ ਨਹੀਂ, ਚੱਲ ਬਈ। ਨਹੀਂ ਵਾਲਾ ਸਾਹਿਬ ਦਾ ਸ਼ੇਰ ਉਸਤਾਦ ਜੀ ਫੈਸਲ ਭਾਈ ਕੋਲੋਂ ਹੀ ਸੁਣਦੇ। ਨਹੀਂ ਉਹ ਮੈਂ ਨਹੀਂ ਸੁਣਾਣਾ। ਕਿਹਦੇ ਵਾਲ ਸਾਹਿਬ ਦਾ ਸੁਣਾਏਗਾ? ਮੈਂ ਸਾਰਿਆਂ ਦੇ ਵਾਲ ਮੁਸ਼ਤਰਕਾ ਵਾਲ ਅੱਛਾ ਚਲੋ ਚਲੋ। ਵੀਰ ਵੀਰਾਂ ਦੇ ਦਰਦੀ ਹੋ ਦੇ ਤੇ ਵੀਰ ਵੀਰਾਂ ਦੀਆਂ ਬਾਵਾਂ ਪਿਓ ਸਿਰ ਦਾ ਏ ਤਾਜ ਮੁਹੰਮਦ ਤੇ ਮਾਵਾਂ ਠੰਡੀਆਂ ਛਾਵਾਂ ਲੈ ਓ ਯਾਰ ਹਵਾਲੇ ਰੱਬ ਦੇ ਹਵਾਲੇ ਰੱਬ ਦੇ ਤੇ ਮੇਰੇ ਚਾਰ ਦਿਨਾਂ ਦੇ ਉਸ ਦਿਨ ਈਦ ਮੁਬਾਰਕ ਹੋ ਸੀ, ਉਹ ਜਿਸ ਦਿਨ ਫੇਰ ਮਿਲਾਂਗੇ। ਵਾਹ ਜੀ ਵਾਹ, ਕਿਆ ਵਾਹ, ਕਹਿ ਵਾਹ, ਵਾਹ। ਲੋ ਜੀ ਨਾਜ਼ਰੀਨ, ਆਪਣਾ ਖਿਆਲ ਰੱਖੋ ਬਹੁਤ ਬਹੁਤ। ਇਨਸ਼ਾਅੱਲਾ ਕੱਲ ਫਿਰ ਤੁਹਾਡੇ ਨਾਲ ਮੁਲਾਕਾਤ ਹੋਏਗੀ। ਰੱਬ ਰਾਖਾ।